सुल्तान पूछे सुनबे नामा, देखूं राम तुम्हारे कामा। हाँ, सुल्तान पूछे सुनबे नामा, देखूं राम देखो तुम्हारे राम कामा। तुम्हारे ਕੰਮ ਕੀ ਹੋਇਆ ਹੈ ਉੱਥੇ ਕੋਈ ਸ਼ਿਕਾਇਤ ਹੋ ਗਈ ਨਾਮਦੇਵ ਦੀ। ਨਾਮਦੇਵ ਕਹਿੰਦਾ ਮੈਂ ਮਰੀ ਹੋਈ ਗਾਂ ਜਿਉਂਦੀ ਕਰ ਦਿੰਦਾ। ਗੱਲ ਕੁਛ ਹੋਰ ਕਹੀ ਸੀ ਉਹਨੇ, ਉਹਨਾਂ ਨੇ ਕੁਛ ਹੋਰ ਬਣਾ ਲਈ ਉਹਦੀ। ਤੇ ਮੁਸਲਮਾਨ ਰਾਜਾ ਹੈਗਾ, ਉਹਨੇ ਗੁੱਸਾ ਕੀਤਾ ਇਸ ਗੱਲ ਦਾ। ਕਾਜ਼ੀਆਂ ਨੂੰ ਕਹਿ ਦਿੱਤਾ ਵੀ ਇਹ ਹਿੰਦੂ ਹੈ, ਵੱਡੀ ਕਰਾਮਾਤ ਦੀ ਗੱਲ ਕਰਦਾ, ਤੁਹਾਡੀ ਵੀ ਬੇਇੱਜ਼ਤੀ ਹੈ। ਕਿਉਂਕਿ ਉਸ ਵੇਲੇ ਇਸਲਾਮ ਜਿਹੜਾ ਸੀ, ਇਸਲਾਮ ਵਾਲੇ ਸਮਝਦੇ ਤੇ ਵੀ ਦੁਨੀਆ 'ਚ ਅੱਜ ਵੀ ਸਮਝਦੇ ਨੇ, ਖੈਰ ਸਾਰੇ ਲੋਕ ਤਾਂ ਸਮਝਦੇ ਹੁੰਦੇ ਨੇ, ਪਰ ਇਸਲਾਮ ਵਾਲੇ ਸਮਝਦੇ ਸੀ ਵੀ ਸਾਡੇ ਵਰਗਾ ਧਰਮ ਨਹੀਂ ਕਿਤੇ। ਜਦੋਂ ਕੋਈ ਧਰਮ ਨਵਾਂ ਪੈਦਾ ਹੁੰਦਾ ਨਾ, ਉਹ ਜੋ ਸੱਚ ਹੁੰਦਾ, ਸੱਚ ਦੇ ਨੇੜੇ ਹੁੰਦਾ, ਉਹ ਦੂਜੇ ਧਰਮਾਂ ਨੂੰ ਚੰਗਾ ਹੁੰਦਾ। ਉਹ ਨਵਾਂ ਮਾਡਲ ਕੋਈ ਵੀ ਹੋਵੇ ਗੱਡੀ ਦਾ, ਇੱਕ ਵਾਰ ਤਾਂ ਮਾਰਕੀਟ 'ਚ ਆਉਂਦਾ ਹੀ ਹੈ। ਉਹਦੀਆਂ ਬਾਅਦ 'ਚ ਕਮੀਆਂ ਬਾਅਦ ਪਤਾ ਲੱਗਦਾ, ਰਿਜੈਕਟ ਹੋ ਜਾਵੇ ਉਹ ਗੱਲ ਅਲੱਗ ਹੈ, ਪਰ ਇੱਕ ਵਾਰ ਤਾਂ ਨਵਾਂ ਮਾਡਲ ਆ ਕੇ ਪਾਪੂਲਰ ਹੁੰਦਾ ਹੀ ਹੈ। ਨਵਾਂ ਮਾਡਲ ਸੀ ਧਰਮ ਦਾ, ਇਸਲਾਮ ਈਸਾਈਆਂ 'ਚੋਂ ਸ਼ੁੱਧ ਕੀਤਾ ਹੋਇਆ ਮਾਡਲ ਸੀ ਇਹ। ਇਸ ਕਰਕੇ ਇਹਨਾਂ ਦੀ ਏਕਤਾ ਵੀ ਸੀਗੀ। ਇੱਕ ਧਰਮ ਹਮੇਸ਼ਾ ਏਕਤਾ ਕਰਾਉਂਦਾ ਹੈ, ਜੇ ਏਕਤਾ ਨਹੀਂ ਕਰਾਉਂਦਾ ਉਹ ਧਰਮ ਨਹੀਂ ਹੈ। ਜਦੋਂ ਏਕਤਾ ਨਾ ਕਰਾਵੇ ਨਾ, ਖਿੰਡ ਜਵੇ ਸੰਗਤ ਉਸ ਧਰਮ ਦੀ, ਉਹ ਧਰਮ ਫਿਰ ਖਤਮ ਹੋ ਜਾਂਦਾ ਹੈ। ਕੋਈ ਧਰਮ ਦਾ ਜਿਹੜਾ ਹੈ ਨਾ ਭਾਵਨਾ ਧਰਮ ਵਾਲੀ, ਉਹ ਸਮਾਪਤ ਹੋ ਜਾਂਦੀ ਹੈ, ਧੜੇਬੰਦੀ ਹੋ ਜਾਂਦੀ ਹੈ। ਧਰਮ ਧੜੇਬੰਦੀਆਂ ਨੂੰ ਸਮਾਪਤ ਕਰਦਾ ਹੈ। ਜਦੋਂ ਧਰਮ ਦੇ ਵਿੱਚ ਧੜੇਬੰਦੀਆਂ ਪੈਦਾ ਹੋ ਜਾਣ, ਉਦੋਂ ਧਰਮ ਨਹੀਂ ਰਹਿੰਦਾ, ਪਖੰਡ ਹੋ ਜਾਂਦਾ। ਮਾਇਆ ਤੇ ਕਬਜ਼ੇ ਦੀ ਗੱਲ ਚੱਲਦੀ ਹੈ, ਮਾਇਆ ਦੇ ਤਿਆਗ ਦੀ ਗੱਲ ਨਹੀਂ ਚੱਲਦੀ। ਉਦੋਂ ਜਦੋਂ ਮਾਇਆ ਤੇ ਹੀ ਕਬਜ਼ੇ ਦੀ ਗੱਲ ਸ਼ੁਰੂ ਹੋ ਜਾਏ, ਉਦੋਂ ਧੜੇਬੰਦੀਆਂ ਹੋ ਜਾਂਦੀਆਂ ਨੇ। ਸਿੱਖਾਂ ਨੇ ਵੀ ਧੜੇਬੰਦੀ ਤਾਂ ਹੋ ਗਈ ਜਦ ਇਹਨਾਂ ਨੇ ਕਿਹਾ ਰਾਜ ਕਰੇਗਾ ਖਾਲਸਾ ਨਾ, ਧੜੇਬੰਦੀ ਤਾਂ ਹੋਈ ਹੈ। ਧੜੇਬੰਦੀ ਮਾਇਆ ਨਾਲੇ ਹੁੰਦੀ ਹੈ। ਉਹ ਸਮਝਦਾ ਸੀ ਵੀ ਸਾਡੇ ਵਰਗਾ ਧਰਮ ਨਹੀਂ, ਹਿੰਦੁਸਤਾਨ ਵਰਗੇ ਦੇਸ਼ ਨੂੰ ਫਤਿਹ ਕਰ ਲੈਣਾ ਸੌਖੀ ਗੱਲ ਨਹੀਂ ਸੀ। ਹਿੰਦੁਸਤਾਨ ਖਿੰਡਿਆ ਪਿਆ ਸੀ ਮਾਇਆ ਵਾਸਤੇ, ਥੋਂ ਮਾਇਆ ਦੀ ਪੂਜਾ ਸੀ, ਮਤਭੇਦ ਸੀਗੇ, ਸੱਚ ਤੇ ਰਿਹਾ ਹੀ ਨਹੀਂ ਸੀ ਕੋਈ। ਗੁਰੂ ਨਾਨਕ ਕਹਿੰਦਾ ਸੱਚ ਕਾਲ ਕੂੜ ਵਰਤਿਆ, ਸੱਚ ਦਾ ਕਾਲ ਪੈ ਗਿਆ, ਕੂੜ ਦਾ ਵਰਤਾਰਾ ਸੀ ਹਿੰਦੁਸਤਾਨ 'ਚ। ਇਸਲਾਮ ਦਾ ਬੇਸ ਹੀ ਈਮਾਨ ਸੀ। ਈਮਾਨ ਤੇ ਆਓ, ਈਮਾਨ ਕਾਇਮ ਰੱਖੋ। ਈਮਾਨ ਤੇ ਆ ਗਏ, ਏਕਤਾ ਹੋ ਗਈ। ਈਮਾਨ ਛੱਡਤਾ, ਖਿੰਡ ਗਏ, ਫਿਰ ਖਿੰਡ ਗਏ। ਈਮਾਨ ਇੱਕ ਸੂਤ ਹੈ ਜਿਹੜਾ ਸਾਰਿਆਂ ਨੂੰ ਇਕੱਠੇ ਕਰਦਾ, ਬੰਨ੍ਹ ਕੇ ਰੱਖਦਾ। ਇੱਕ ਰੱਸੀ ਹੈ ਜਿਹੜੀ ਸਾਰੇ ਖਿੰਡਿਆਂ ਨੂੰ ਏਕਤਾ ਦੇ ਵਿੱਚ ਬੰਨ੍ਹਦੀ ਹੈ। ਉਹ ਗਿਆਨ ਉਹਨੂੰ ਕਿਹਾ ਤਾਂ ਹੀ ਸੰਤੋਖ ਸੂਤ। ਸੰਤੋਖ ਸੂਤ ਹੈ, ਸੰਤੋਖ ਨਾਲੇ ਮਾਇਆ ਤੋਂ ਸੰਤੋਖ ਰੱਖ ਕੇ ਇਕੱਠੇ ਰਹਿ ਸਕੀਦਾ। ਜਦੋਂ ਸੰਤੋਖ ਹਿੱਲ ਜਾਏ ਫਿਰ ਖਿੰਡ ਜਾਂਦੇ ਨੇ। ਸਿੱਖਾਂ ਦਾ ਸੰਤੋਖ ਹਿੱਲਿਆ ਹੋਇਆ। ਸ਼ਿਕਾਇਤ ਹੋਈ ਬਈ ਤੁਹਾਡੇ ਧਰਮ ਨੂੰ ਨੀਚਾ ਦਿਖਾਉਣ ਵਾਸਤੇ ਝੂਠ ਬੋਲਦਾ ਹੈ। ਉਹ ਸਦਿਆ ਬਾਦਸ਼ਾਹ ਨੇ ਉਹਨਾਂ ਦੀ ਗੱਲ ਸੱਚ ਮੰਨ ਲਈ। ਪੰਡਤ ਔਰ ਮੌਲਵੀ ਇਕੱਠੇ ਹੋ ਕੇ ਸ਼ਿਕਾਇਤ ਕਰਦੇ ਨੇ, ਦੋਹਾਂ ਨੇ। ਪੰਡਤਾਂ ਦੀ ਵੀ ਹੱਤਕ ਹੈ ਇਹਦੇ ਵਿੱਚ, ਉਹ ਧਰਮ ਦੀ, ਜੋ ਪੰਡਤਾਂ ਦਾ ਧਰਮ ਸੀ, ਵੀ ਸਾਡੀ ਵੀ ਬੇਇੱਜ਼ਤੀ ਕਰਦਾ ਹੈ, ਲੋਕਾਂ ਨੂੰ ਪ੍ਰਚਾਰ ਕਰਕੇ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦਾ, ਤੁਹਾਨੂੰ ਵੀ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦਾ। ਉਹਦੇ ਵਾਸਤੇ ਨਾਮਾ ਸੱਦਿਆ ਹੋਇਆ। ਸੁਲਤਾਨ ਪੁੱਛਿਆ ਸੁਲਤਾਨ ਉਹਨੂੰ ਕਹਿੰਦਾ ਨਾਮੇ ਨੂੰ। ਸਵਾਲ ਸੁਲਤਾਨ ਦਾ, ਬਾਦਸ਼ਾਹ ਦਾ ਸਵਾਲ ਹੈ। ਸੁਲਤਾਨ ਪੁੱਛਿਆ ਸੁਣਵੇ ਨਾਮਾ, ਦੇਖੂੰ ਰਾਮ ਤੁਮਾਰੇ ਕਾਮਾ। ਤੂੰ ਰਾਮ ਦਾ ਪੁਜਾਰੀ ਹੈ, ਮੈਂ ਦੇਖਦਾ ਤੇਰਾ ਨਾਮ ਰਾਮ ਜਿਹੜਾ ਹੈ ਕਿੱਡਾ ਸ਼ਕਤੀਸ਼ਾਲੀ ਹੈ, ਕੀ ਕਰ ਸਕਦਾ ਉਹ। ਤੇਰੇ ਰਾਮ ਦੇ ਕੰਮ
ਕਿ ਨਾਮੇ ਦਾ ਕੀ ਹੈ ਕਿ ਜੋ ਰਾਮ ਕਰਦਾ ਉਹੀ ਹੁੰਦਾ। ਆਦਮੀ ਕੁਝ ਨਹੀਂ ਕਰ ਸਕਦਾ। ਵੈਸੇ ਤਾਂ ਇਹ ਕਹਿੰਦਾ, ਉਹ ਕਹਿੰਦੇ ਵੀ ਅੱਲਾ ਸਾਡਾ ਹੈ, ਰਾਮ ਤੁਹਾਡਾ ਹੈ। ਵੰਡੇ ਹੋਏ ਸੀ ਇਹਨਾਂ ਦੇ। ਤੁਹਾਡਾ ਰਾਮ ਗਊ ਜਿਉਂਦੀ ਕਰ ਦੂਗਾ ਜੇ ਮਰੀ ਹੋਈ, ਸਾਡਾ ਅੱਲਾ ਤਾਂ ਕਰ ਨਹੀਂ ਸਕਦਾ। ਤੇ ਤੁਹਾਡਾ ਰਾਮ ਵੀ ਗਊ ਨੂੰ ਜਿਉਂਦੀ ਕਰ ਦੂਗਾ ਜੇ। ਮੈਂ ਦੇਖਦਾ ਭਲਾ ਵਾਕਈ ਇਹ ਗੱਲ ਠੀਕ ਹੈ, ਕਿਉਂਕਿ ਅਨਹੋਣੀ ਗੱਲ ਹੈ, ਹੋ ਤਾਂ ਸਕਣੀ ਓ ਨਹੀਂ ਹੈ, ਪਤਾ ਹੀ ਸੀ ਸਾਰਿਆਂ ਨੂੰ। ਪਰ ਸਾਡੇ ਸੰਤਾਂ ਨੇ ਜਿਉਂਦੀ ਕਰਤੀ ਗਾਂ, ਉਹ ਸਾਰਿਆਂ ਨੇ ਕੀਤੀ ਹੋਈ ਹੈ। ਅੜੇ ਵਾਲੇ ਤਾਂ ਬਾਅਦ 'ਚ ਜੰਮੇ, ਪਹਿਲਾਂ ਉਹਦੇ ਗੁਰੂ ਨੇ ਕੀਤੀ ਹੋਈ ਸੀ, ਗਾਂ ਉਹਦੇ ਗੁਰੂ ਨੇ ਵੀ ਕੀਤੀ ਹੋਈ ਸੀ। ਝੂਠ ਪਿੱਛੋਂ ਹੀ ਆਉਂਦਾ ਹੁੰਦਾ, ਸੱਚ ਪ੍ਰਗਟ ਹੁੰਦਾ, ਝੂਠ ਪਹਿਲਾਂ, ਝੂਠ ਤਾਂ ਪਿੱਛੋਂ ਹੀ ਆਉਂਦਾ ਹੁੰਦਾ। ਨਾਮਾ ਸੁਲਤਾਨੇ ਬਾਂਧਲਾ, ਦੇਖੋ ਤੇਰਾ ਹਰ ਬੀਠਲਾ। ਇਹ ਬੀਠਲਾ ਕਹਿੰਦਾ ਰਾਮ ਨੂੰ। ਰਾਮ ਦਾ ਹੀ ਨਾਮ ਬੀਠਲ ਹੈ। ਬੀਠਲ ਤਾਂ ਹੈ ਨਾ, ਗਾਹਾਂ ਬੀਠਲ ਦੀ ਵਿਆਖਿਆ ਕਰਨੀ ਪੈਣੀ ਸੀ ਨਹੀਂ। ਸੁਲਤਾਨ ਨੇ ਨਾਮਦੇਵ ਨੂੰ ਬੰਨ੍ਹ ਲਿਆ। ਸੁਲਤਾਨ ਨੇ ਨਾਮਦੇਵ ਨੂੰ ਬੰਨਿਆ ਹੋਇਆ, ਕਹਿੰਦਾ ਮੈਂ ਤੇਰਾ ਰਾਮ ਜਿਹੜਾ ਬੀਠਲ ਹੈ, ਜਿਹਨੂੰ ਬੀਠਲ ਕਹਿੰਦਾ ਉਹ ਭਾਸ਼ਾ ਦੇ ਵਿੱਚ ਬੀਠਲ ਕਹਿੰਦੇ ਸੀ ਮਹਾਰਾਸ਼ਟਰ ਦੇ ਵਿੱਚ। ਦੇਖੋ ਤੇਰਾ ਹਰ ਬੀਠਲਾ। ਹਾਂ, ਤੇਰਾ ਜਿਹੜਾ ਹਰ ਹੈ, ਜਿਹੜਾ ਬੀਠਲ ਹੈ, ਉਹ ਮੈਂ ਦੇਖੂ ਵਿੱਚ ਤਾਕਤ ਕਿੰਨੀ ਕੁ ਹੈ। ਰਹਾਓ ਬਿਸਮਿਲ ਗਊ ਦਿਓ ਜਿਵਾਏ, ਨਾਤਰ ਗਰਦਨ ਮਾਰੂ ਠਾਏ। ਹਾਂ, ਜਿਹੜੀ ਗਊ ਮਤਲਬ ਹੈ ਹਲਾਲ ਕੀਤੀ, ਬਿਸਮਿਲ ਕਹਿੰਦੇ ਨੇ, ਬਿਸਮਿਲ੍ਲਾ ਪੜ੍ਹਦੇ ਨੇ, ਬਿਸਮਿਲ ਕਹਿੰਦੇ ਨੇ, ਮਰੀ ਹੋਈ ਨਹੀਂ ਕਹਿੰਦੇ ਗਊ ਨੂੰ। ਇਹ ਪੜ੍ਹਦੇ ਨੇ ਨਾ ਜਦ ਆਪਣਾ ਇਹ ਮੰਤਰ ਕਲਮਾ ਪੜ੍ਹ ਕੇ ਜਦੋਂ ਜਾਨਵਰ ਨੂੰ ਹਲਾਲ ਕਰਦੇ ਨੇ, ਉਹਨੂੰ ਬਿਸਮਿਲ ਕਹਿੰਦੇ ਨੇ। ਬਿਸਮਿਲ ਗਊ ਦਿਓ ਜਲਾਏ ਜਿਵਾਏ, ਨਾਤਰ ਗਰਦਨ ਮਾਰੂ ਠਾਏ। ਨਹੀਂ ਤਾਂ ਤੇਰੀ ਮੈਂ ਗਰਦਨ ਇੱਥੇ ਹੀ ਵੱਢ ਦੇਣੀ ਹੈ। ਉੱਥੇ ਹੀ ਜਿੱਥੇ ਗਊ ਵੱਢੀ ਹੋਊ ਨਾ, ਉਸੇ ਜਗ੍ਹਾ ਤੇ ਤੇਰੀ ਗਰਦਨ ਵੱਢ ਦੇਣੀ ਹੈ। ਤੇਰੀ ਵੱਢ ਕੇ ਗਰਦਨ ਥੱਲੇ ਹੀ ਸੜ ਦੇਣੀ ਹੈ। ਜਿੱਥੇ ਗਊ ਪਈ ਹੈ ਉਹਦੇ ਬਰਾਬਰ ਹੈ। ਗਰਦਨ ਮਾਰੂ ਠਾਏ, ਥੱਲੇ ਸੜ ਦੇਣੀ ਹੈ ਗਰਦਨ ਉੱਤੋਂ ਵੱਢ ਕੇ। ਹਾਂਜੀ, ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵੈ ਕੋਏ। ਇੱਥੇ ਖਤਮ ਹੋ ਜਾਣੀ ਚਾਹੀਦੀ ਸੀ ਗੱਲ। ਨਾਮਦੇਵ ਦਾ ਜਿਹੜਾ ਹੈ ਉੱਤਰ ਜਵਾਬ ਇਹ ਹੈ, ਬਾਦਸ਼ਾਹ ਐਸੀ ਕਿਉਂ ਹੋਏ। ਬਾਦਸ਼ਾਹ ਐਸੀ ਕਿਵੇਂ ਹੋ ਸਕਦੀ ਹੈ? ਮੈਂ ਇਹ ਗੱਲ ਕਿਵੇਂ ਕਹਿ ਸਕਦਾ? ਜਿਹੜੀ ਗੱਲ ਹੋ ਹੀ ਨਹੀਂ ਸਕਦੀ ਮੈਂ ਕਿਵੇਂ ਕਹਿ ਸਕਦਾ? ਬਿਸਮਿਲ ਕੀਆ ਨਾ ਜੀਵੈ ਕੋਏ। ਬਿਸਮਿਲ ਕੀਆ ਨਾ ਜੀਵੇ ਕੋਏ। ਕੋਈ ਕਿਸੇ ਦੀ ਜੇ ਗਰਦਨ ਵੱਢਦੀ ਏ, ਉਹ ਜਿਉਂਦਾ ਨਹੀਂ ਹੋ ਸਕਦਾ। ਇੱਥੇ ਫੈਸਲਾ ਹੋ ਗਿਆ ਸੀ, ਪਰ ਸਾਡੇ ਤਾਂ 5 ਪਿਆਰਿਆਂ ਦੀਆਂ ਗਰਦਨਾਂ ਵੱਢ ਕੇ ਵੀ ਜਿਉਂਦੇ ਕਰਤੇ। ਐਸਾ ਝੂਠ ਬੋਲਿਆ, ਝੂਠ ਤੇ ਝੂਠ। ਆਹ ਤਾਂ ਗੁਰਬਾਣੀ ਕੁਛ ਕਹਿੰਦੀ ਹੈ, ਬਿਸਮਿਲ ਕੀਆ ਨਾ ਜੀਵੇ ਕੋਏ। ਜੇ ਗਰਦਨ ਵੱਢਦੀ ਜਿਉਂਦਾ ਨਹੀਂ ਹੋ ਸਕਦਾ। ਇਹ ਫਰਮਾਨ ਹੈ ਦਰਗਾਹ ਦਾ, ਪਰਮੇਸ਼ਰ ਦਾ। ਬੋਲਿਆ ਚਾਹੇ ਜੋ ਕਿਸੇ ਨੇ ਮਰਜ਼ੀ ਹੋਵੇ। ਤੇ ਸਾਡੇ ਕਹਿੰਦੇ ਨੇ 5 ਪਿਆਰਿਆਂ ਦੀਆਂ ਗਰਦਨਾਂ ਵੱਢ ਕੇ ਜਿਉਂਦੇ ਕਰਤੇ। ਹੁਣ ਤੇ ਬਕਵਾਸ ਕਰੀ ਜਾਂਦੇ ਨੇ, ਐਵੇਂ ਹੀ ਦਲੀਲਾਂ ਦੇਈ ਜਾਂਦੇ ਨੇ। ਹੋ ਹੀ ਨਹੀਂ ਸਕਦਾ। ਦੁਨੀਆ ਤਾਂ ਹੀ ਨਹੀਂ ਮੰਨਦੀ ਇਹਨਾਂ ਧਰਮਾਂ ਨੂੰ। ਬੇਵਕੂਫਾਂ ਦੇ ਹੱਥੇ ਧਰਮ ਆਏ ਹੋਏ ਨੇ, ਪਾਗਲਾਂ ਦੇ ਹੱਥ 'ਚ। ਉਹ ਜੱਡ ਬਸ ਝੂਠ ਸੁਣ ਲਿਆ, ਉਹ ਝੂਠ ਨੂੰ ਦੱਬੀ ਜਾਂਦੇ ਨੇ। ਔਰ ਇੱਥੋਂ ਤੱਕ ਨਹੀਂ, ਗਾਹਾਂ ਇਹ ਝੂਠ ਬੋਲਿਆ, ਕਿਸੇ ਨੇ ਤਾਂ ਕਿਹਾ ਬੱਕਰੇ ਵੱਢੇ ਨੇ, ਕਿਸੇ ਨੇ ਕਿਹਾ ਗਰਦਨਾਂ ਵੱਢੀਆਂ ਨੇ, ਪੜਦੇ 'ਚ ਵੱਢੀਆਂ ਨੇ। ਤੇ ਉਹ ਜਿਹੜਾ ਗੁਰਬਚਨ ਸੀ ਉਹਨੇ ਕਿਹਾ ਨਹੀਂ ਜੀ, ਦੂਏ ਦਾ ਸਿਰ ਦੂਏ ਨੂੰ, ਦੂਏ ਦਾ ਦੂਏ ਨੂੰ, ਐਂ ਲਾ ਦਿੱਤੇ। 1 ਨੰਬਰ ਦਾ ਸਿਰ 5 ਨੰਬਰ ਨੂੰ ਲਾ ਦਿੱਤਾ ਨਾ। 5 ਨੰਬਰ ਦਾ ਸਿਰ 1 ਨੰਬਰ ਨੂੰ ਲਾ ਦਿੱਤਾ, 1 ਨੰਬਰ ਦਾ ਸਿਰ 2 ਨੂੰ ਲਾ ਦਿੱਤਾ, 2 ਨੰਬਰ ਦਾ ਸਿਰ 3 ਨੰਬਰ ਨੂੰ ਲਾ ਦਿੱਤਾ, 3 ਨੰਬਰ ਦਾ ਸਿਰ 4 ਨੂੰ ਲਾ ਦਿੱਤਾ, 4 ਨੰਬਰ ਦਾ ਸਿਰ ਜਿਹੜਾ ਸੀ 5 ਨੂੰ ਲਾ ਦਿੱਤਾ, 5 ਨੰਬਰ ਦਾ ਸਿਰ 1 ਨੰਬਰ ਨੂੰ ਲਾ ਦਿੱਤਾ। ਸਿਰੇ ਬਦਲਤੇ। ਲੈ ਲਓ ਹੁਣ ਝੂਠ। ਇਹੋ ਜਿਹੇ ਝੂਠੇ ਹੋਏ ਨੇ ਮਹਾਂਪੁਰਸ਼। ਝੂਠ ਬੋਲੇ ਨੇ, ਜਿੱਡਾ ਬੜਾ ਝੂਠ ਓਡਾ ਬੜਾ ਮਹਾਂਪੁਰਸ਼।
ਸੱਚ ਧਰਮ ਨੂੰ ਝੂਠ ਧਰਮ ਬਣਾਤਾ। ਨਿਰਾ ਝੂਠ, ਜਿੰਨਾ ਝੂਠ ਇਹਨਾਂ ਦੇ ਬੰਦੇ ਬੋਲਦੇ ਨੇ, ਠਾਕਰ ਤੋਂ ਜਿੰਨਾ ਝੂਠ ਠਾਕਰ ਤੋਂ ਨੇ ਬੋਲਿਆ ਉਹ ਗਿਆ ਛੜੱਪ ਇਹਦੇ ਨਾਲ। ਜੇ ਕਿਸੇ ਨੇ ਜ਼ਿਆਦਾ ਝੂਠ ਬੋਲਿਆ ਠਾਕਰ ਤੋਂ ਇਸ ਵਜ੍ਹਾ ਹੁੰਦਾ। ਜਿਹੜੀ ਕਸਰ ਰਹਿ ਗਈ ਸੀ ਨਾ ਗੁਰਬਚਨ ਸਿੰਘ ਤੇ ਠਾਕਰ ਸਿੰਘ ਨੇ ਕੱਢਤੀ ਝੂਠ ਬੋਲ ਬੋਲ ਕੇ। ਹੁਣ ਬੇਇੱਜ਼ਤੀ ਮੰਨਦੇ ਨੇ ਪਿੰਡ ਵਾਲੇ ਵੀ ਇਹਨੇ ਇੰਨਾ ਝੂਠ ਕਿਉਂ ਬੋਲਿਆ। ਹੁਣ ਜਿਹੜਾ ਠਾਕਰ ਸਿੰਘ ਉਹਨੇ ਜੋ ਝੂਠ ਬੋਲੇ ਨੇ ਕਥਾ ਕੀਤੀ ਹੈ ਉਹ ਇਹਨੇ ਜ਼ਿਆਦਾ ਬੋਲਤੇ। ਪਿੰਡ ਵਾਲੇ ਵੀ ਸ਼ਰਮਸ਼ਾਰ ਹੁੰਦੇ ਨੇ। ਪੈ ਵੀ ਨੱਟ ਤੇ ਗਏ ਕਿ ਥੱਲੇ ਬੋਲ ਨੱਟ ਤੇ ਪੈ ਗਏ। ਦੁਨੀਆ ਦੇਖਦੀ ਆ, ਪੁੱਛਦੇ ਨੇ ਲੋਕ, ਕੁਛ ਉਹ ਵਿਚਾਰੇ ਨੀਵੀਂ ਪਾ ਲੈਂਦੇ ਨੇ। ਅਗਰ ਇਹਨੂੰ ਪੁੱਠਾ ਲਟਕਾ ਲਓ, ਇਹਨੂੰ ਪੁੱਛੋ ਵੀ ਇਹ ਝੂਠ ਹੈ ਜਿਹੜਾ ਤੂੰ ਦੱਸ, ਕੀ ਸਬੂਤ ਹੈ ਤੇਰੇ? ਇਹੋ ਜਿਹੇ ਤਾਂ ਲੋਕ ਨੇ। ਬੇਵਕੂਫ ਮੰਨਣ ਵਾਲੇ ਨੇ ਅਸਰ ਬੜਾ ਸੀ ਉਹਨਾਂ ਦਾ ਹੋਇਆ। ਝੂਠ ਨੂੰ ਜ਼ਿਆਦਾ ਪਸੰਦ ਕਰਦੇ ਨੇ ਲੋਕ, ਸੱਚ ਗਲੇ ਤੇ ਥੱਲੇ ਘੱਟ ਉਤਰਦਾ। ਲੋਭੀ ਆਦਮੀ ਹਮੇਸ਼ਾ ਝੂਠ ਨੂੰ ਪਸੰਦ ਕਰੂ। ਜਿਹਨੂੰ ਝੂਠ ਜ਼ਿਆਦਾ ਪਸੰਦ ਹੈ ਜ਼ਿਆਦਾ ਲੋਭੀ ਹੁੰਦਾ। ਲੋਭੀ ਆਦਮੀ ਨੂੰ ਝੂਠ ਪਸੰਦ ਹੈ। ਮਨੋਕਾਮਨਾਵਾਂ ਪੂਰੀਆਂ ਦੀ ਅਰਦਾਸ ਜਿੰਨੇ ਜਾਂਦੇ ਲੋਭੀ ਨੇ, ਗੁਰਦੁਆਰੇ ਜਿੰਨੇ ਜਾਂਦੇ ਨੇ ਸਭ ਲੋਭੀ ਨੇ। ਦੂਆ ਆਦਮੀ ਲੋਭ ਤੇ ਬਿਨਾਂ ਤਾਂ ਜਾਂਦਾ ਹੀ ਨਹੀਂ ਉੱਥੇ। ਉਹਨੇ ਕੀ ਲੈਣ ਜਾਣਾ ਉੱਥੇ? ਹਾਂ ਜੇ ਜਾਊ ਵੀ ਉਹ ਅਰਦਾਸ ਕਰਾਉਣ ਨਹੀਂ ਜਾਂਦਾ, ਉਹ ਜਗ੍ਹਾ ਦੇਖਣ ਨੂੰ ਦਰਸ਼ਨ ਕਰਨ ਚਲਿਆ ਜਾਂਦਾ ਵੀ ਕਿਹੜੀ ਜਗ੍ਹਾ ਸੀ, ਕਿੱਥੇ ਸੀ, ਕੀ ਬਣਾਇਆ ਸੀ, ਕਿਹੋ ਜਿਹਾ ਸਰੋਵਰ ਹੈ। ਉਹ ਇਹੋ ਜਿਹੀ ਗੱਲ ਦੇਖਣ ਚਲਿਆ ਜਾਂਦਾ। ਉਹ ਬਹੁਤਾ ਹੋਰ ਗੱਲਾਂ 'ਚ ਇੰਟਰਸਟ ਨਹੀਂ ਲੈਂਦਾ ਹੈਗਾ। ਉਹ ਕੁਛ ਆਪਣੇ ਐਂਗਲ ਤੋਂ ਜਾਂਦਾ ਦੇਖਣ, ਜੇ ਕੋਈ ਸਿਆਣਾ ਆਦਮੀ ਜਾਂਦਾ। ਹਾਂਜੀ, ਬਿਸਮਲ ਕੀਆ ਨਾ ਜੀਵੈ ਕੋਏ। ਬਿਸਮਲ ਕੀਆ ਨਾ ਜੀਵੇ ਕੋਈ। ਨਹੀਂ ਜੀ ਸਕਦਾ ਕੋਈ ਵੀ ਬਿਸਮਲ ਕੀਤਾ ਹੋਇਆ, ਇਹ ਨਹੀਂ ਹੋ ਸਕਦਾ। ਤੇ ਉਹ ਬਿਸਮਲ ਕੀਆ ਆਇਆ ਗਰਦਨ ਵੱਢੀ ਤੇ ਤਾਂ ਕੋਈ ਜਿਉਂਦਾ ਹੋ ਹੀ ਨਹੀਂ ਸਕਦਾ। ਤੇ ਫਿਰ ਸਿੱਖਾਂ ਨੂੰ ਕਿਵੇਂ ਭੂਤ ਚੜ੍ਹ ਗਿਆ? ਕਿਉਂਕਿ ਗਾਂ ਜੋ ਜਿਉਂਦੀ ਕਰਕੇ ਦਿਖਾਤੀ ਨਾਮਦੇਵ ਨੇ, ਗੱਲ ਸੱਚ ਮੰਨ ਲਈ। ਉਹਨੇ ਕਿਹਾ ਸਾਡੇ ਗੁਰੂ ਨੇ ਵੀ ਕਰਤਾ। ਉਹ ਚਮਕੌਰ ਸਾਹਿਬ ਫਿਰ ਕਿਉਂ ਨਾ ਕੀਤੇ? ਬਾਅਦ ਦੇ ਵਿੱਚ ਜਿਹਨੇ ਸ਼ਹੀਦ ਹੋਏ ਉਹ ਕਿਉਂ ਨਾ ਜਿਉਂਦੇ ਕੀਤੇ? ਜਿਹੜਾ ਮਰਿਆ ਕਰਦਾ ਜਿਉਂਦੇ ਕਰ ਲਿਆ, ਸ਼ਹੀਦ ਹੋਇਆ ਕਰਦਾ ਜਿਉਂਦਾ ਕਰ ਲਿਆ ਕਰਦੇ। ਗਾਹਾਂ ਜੇ ਕੋਈ ਸਵਾਲ ਕਰ ਦਵੇ ਫਿਰ ਜਵਾਬ ਕੌਣ ਦੇਊਗਾ? ਜੇ ਇੱਦਾਂ ਹੀ ਜਿਉਂਦੇ ਕੀਤੇ ਬਾਅਦ 'ਚ ਵੀ ਕੋਈ ਕੀਤਾ ਜਾਂਦਾ ਫਿਰ ਜਵਾਬ ਇਹ ਨਹੀਂ, ਫਿਰ ਚੁੱਪ ਕਰ ਜਾਣਗੇ। ਸਿਆਣਾ ਆਦਮੀ ਕੌਣ ਇਹ ਗੱਲਾਂ ਮੰਨ ਲੂਗਾ? ਇਹ ਤਾਂ ਦਰਬਾਰ ਸਾਹਿਬ ਤੋਂ ਹੀ ਪ੍ਰਚਾਰ ਕਰਦੇ ਰਹੇ ਨੇ, ਹੁਣ ਵੀ ਹੋ ਜਾਂਦਾ ਇਹਨਾਂ ਗੱਲਾਂ ਦਾ। ਨਿਰਾ ਝੂਠ ਦੀਆਂ ਪੰਡਾਂ ਉੱਥੋਂ ਖੋਲ ਕੇ ਲੋਕਾਂ ਨੂੰ ਬਣੀਆਂ ਨੇ ਇਹਨਾਂ ਨੇ, ਤਾਂ ਹੀ ਤਾਂ ਸਿੱਖੀ ਖਤਮ ਕਰਤੀ। ਅੰਨੇ ਹੋ ਕੇ ਪ੍ਰਚਾਰ ਕਰੇ। ਹਾਂ, ਇੱਕ ਪਾਸੇ ਦੀ ਆ ਖੁੱਲੀ ਹੈ ਇਹਨਾਂ ਦੀ ਮਾਇਆ ਵਾਲੀ। ਉੱਥੋਂ ਕੋਈ 100 ਦਾ ਜਾਂ 500 ਦਾ ਨੋਟ ਨਾ ਲੈ ਜਾਵੇ, ਉਹ ਤੇ ਨਿਗਾਹ। ਹਾਂ, ਉਹ ਨਿਗਾਹ ਉਹਦੇ ਤੇ ਹੈ। ਕਿਆ ਨਿਗਾਹ? ਲੋਕਾਂ ਦੀ ਧੜਕ ਭੜਕ ਤੇ ਹੈ। ਕੰਨ ਨਹੀਂ ਕੰਮ ਕਰਦੇ ਉੱਥੇ, ਬੋਲੇ ਨੇ। ਕੰਨਾਂ ਤੋਂ ਬੋਲੇ ਨੇ, ਅੱਖਾਂ ਕੰਮ ਕਰਦੀਆਂ ਨੇ। ਜਦ ਕਿ ਲੋੜ ਗੁਰੂ ਦੇ ਕੋਲ ਜਾ ਕੇ ਅੱਖਾਂ ਦੀ ਹੈ, ਉਹ ਨਹੀਂ ਕੰਨਾਂ ਦੀ ਹੈ। ਕੰਨਾਂ ਦੀ ਲੋੜ ਹੁੰਦੀ ਹੈ, ਅੱਖਾਂ ਦੀ ਤਾਂ ਲੋੜ ਹੀ ਨਹੀਂ ਹੈ। ਦੇਖਣਾ ਉੱਥੇ ਕੀ ਹੈ? ਮਾਇਆ ਤਾਂ ਦੇਖਣੀ ਹੋਣੀ ਹੈ। ਹਰ ਵੇਲੇ ਦੇਖੋ ਕੋਈ, ਜੇ ਹਰ ਦੇਖਣਾ ਹਿਰਦੇ 'ਚ ਅੰਦਰ ਹੈ, ਬਾਹਰ ਅੱਖਾਂ ਦੇ ਕੀ ਲੈਣਾ? ਅੱਖਾਂ ਬਾਝੋਂ ਦੇਖਣਾ। ਜੇ ਉੱਥੇ ਵੀ ਅੱਖਾਂ ਦੇ ਬਿਨਾਂ ਨਹੀਂ ਦੇਖਿਆ ਜਾ ਕੇ, ਹੋਰ ਕਿੱਥੇ ਦੇਖੋਗੇ ਜਾ ਕੇ? ਮੜੀਆਂ 'ਚ ਹੋਰ ਕਿੱਥੇ ਦੇਖੋਗੇ? ਅੱਖਾਂ ਦੇ ਬਿਨਾਂ ਦੇਖਣ ਵਾਲੀ ਗੱਲ ਉੱਥੇ ਦਿਖਾਉਣੀ ਸੀ ਅੰਮ੍ਰਿਤਸਰ ਇਹਨਾਂ ਨੇ। ਬਿਨਾਂ ਕੰਨਾਂ 'ਤੇ ਸੁਣਨ ਵਾਲੀ ਗੱਲ ਉੱਥੇ ਸੁਣਾਉਣੀ ਸੀ। ਫਿਰ ਅਸੀਂ ਮੰਨਦੇ ਵੀ ਹਾਂ ਕੁਛ ਹੈ ਉੱਥੇ। ਬਸੰਤ ਬੈਠੇ ਨੇ ਸਾਰੇ, ਝੂਠ ਬੋਲਦੇ ਨੇ, ਝੂਠ ਦੀ ਖੱਟੀ ਖਾਂਦੇ ਨੇ। ਹਾਂਜੀ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਦੂਜੀ ਗੱਲ ਕਹਿੰਦਾ ਮੇਰਾ ਕੀਤਾ ਕੁਛ ਵੀ ਨਹੀਂ ਹੋ ਸਕਦਾ। ਮੈਂ ਇਹ ਨਹੀਂ ਕਿਹਾ ਵੀ ਮੇਰਾ ਕੀਤਾ ਕੁਛ ਹੋ ਸਕਦਾ, ਜਾਂ ਮੈਂ ਜਿਉਂਦੀ ਗਾਂ ਕਰ ਸਕਦਾ। ਇਹ ਝੂਠ ਬੋਲਦੇ ਨੇ। ਮੈਂ ਤਾਂ ਕਿਹਾ ਹੀ ਨਹੀਂ ਵੀ ਮੇਰਾ ਕੀਤਾ ਕੁਛ ਹੋ ਸਕਦਾ, ਔਰ ਮੇਰਾ ਕੀਤਾ ਕੁਛ ਹੋ ਵੀ ਨਹੀਂ ਸਕਦਾ। ਜੇ ਮੈਂ ਚਾਹਾਂ ਵੀ
ਤਾਂ ਵੀ ਨਹੀਂ ਹੋ ਸਕਦਾ। ਇਸ ਗੱਲ ਦੀ ਵਿਆਖਿਆ ਗੁਰੂ ਨਾਨਕ ਨੇ ਕੀਤੀ ਹੈ। ਦੁੱਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨ ਹੋਈ, ਤੂੰ ਕਰਤਾ ਕਰਨਾ ਮੈਂ ਨਹੀਂ, ਜਾ ਹੋ ਕਰੀ ਨਾ ਹੋਈ। ਜੇ ਮੈਂ ਕਰਨਾ ਚਾਹਾਂ ਵੀ ਤਾਂ ਵੀ ਨਹੀਂ ਹੁੰਦਾ ਕੁਛ। ਆਹੀ ਗੱਲ ਰਾਮਦੇਵ ਕਹਿ ਰਿਹਾ, ਜਾ ਹੋ ਕਰੀ, ਜੇ ਮੈਂ ਕਰਨਾ ਚਾਹਾਂ ਵੀ, ਜੇ ਮੈਂ ਦਾਵਾ ਵੀ ਕਰਾਂ ਮੈਂ ਕਰ ਸਕਦਾ, ਕੁਛ ਨਹੀਂ ਹੋ ਸਕਦਾ। ਜਾ ਹੋ ਕਰੀ, ਜੇ ਮੈਂ ਹੋਂ ਕਰਾਂ ਹੰਕਾਰ ਕਰਾਂ ਵੀ ਨਹੀਂ ਹੋ ਸਕਦਾ ਮੇਰਾ ਕੀਤਾ ਕੁਛ। ਨਾਮਦੇਵ ਇੱਥੇ ਨਾਮਦੇਵ ਗੁਰੂ ਨਾਨਕ ਨੂੰ ਪਹਿਲਾਂ, ਗੁਰੂ ਨਾਨਕ ਨੇ ਨਾਮਦੇਵ ਦੀ ਇਸ ਗੱਲ ਦੀ ਵਿਆਖਿਆ ਕੀਤੀ ਹੋਈ ਹੈ। ਉੱਥੇ ਭਗਤ ਪਹਿਲਾਂ ਨੇ, ਗੁਰੂ ਨਾਨਕ ਪਿੱਛੋਂ ਹੈ। ਮੇਰਾ ਕੀਆ ਕਛੂ ਨਾ ਹੋਈ, ਕਰ ਹੈ ਰਾਮ ਹੋਏ ਹੈ ਸੋਈ। ਜੋ ਰਾਮ ਕਰਦਾ ਉਹੀ ਹੁੰਦਾ। ਹੁਣ ਇੱਥੇ ਜੇ ਅਸੀਂ ਇਹ ਗੱਲ ਮੰਨ ਲਈਏ, ਪੁੰਨ ਪਾਪ ਖਤਮ, ਪੁੰਨ ਪਾਪ ਨਹੀਂ ਹੁੰਦਾ। ਪੁੰਨ ਪਾਪ ਕਿੱਥੇ ਰਹਿ ਗਿਆ ਹੁਣ? ਜਾਂ ਮੇਰਾ ਕੀਤਾ ਕੁਝ ਹੋ ਹੀ ਨਹੀਂ ਸਕਦਾ, ਮੈਂ ਪਾਪ ਕਿਵੇਂ ਕਰ ਸਕਦਾ? ਨਾ ਪੁੰਨ ਕਰ ਸਕਦਾ ਨਾ ਪਾਪ ਕਰ ਸਕਦਾ, ਦੋ ਹੀ ਖਤਮ ਨੇ। ਨਾ ਪੁੰਨ ਰਿਹਾ ਨਾ ਪਾਪ ਰਿਹਾ। ਧਿਆਨ ਕੌਣ ਦੇਵੇ ਇਹਨਾਂ ਗੱਲਾਂ 'ਤੇ? ਧਿਆਨ ਤਾਂ ਮਾਇਆ 'ਚ ਹੈ, ਧਿਆਨ ਤਾਂ ਨੋਟਾਂ 'ਚ ਵੀ 500 ਦਾ ਨੋਟ ਕੋਈ 1000 ਦਾ ਖਸਕਾ ਨਾ ਲਵੇ। ਇਹ ਆ ਜੀ ਨਾ ਕੋਈ ਪੈਸੇ ਦਿੱਤੇ ਨੇ ਉਹਨੂੰ ਉਹ ਦੇਣਾ, ਸਰੋਪਾ ਦੇਣਾ, ਰਹਿ ਨਾ ਜਾਵੇ। ਕੈਮਰੇ ਲੱਗੇ ਹੋਏ ਨੇ, ਫਿਰ ਪੁੱਛ ਪੜਤਾਲ ਹੋਊਗੀ ਜਾਂ ਫਲਾਨਾ ਸਰੋਪੇ ਤੋਂ ਰਹਿ ਗਿਆ। ਡਰ ਤਾਂ ਇਸ ਗੱਲ ਦਾ, ਉਹ ਤਾਂ ਭੈ 'ਚ ਬੈਠੇ ਨੇ ਸਾਰੇ। ਅਰਦਾਸੀਏ ਦੀਆਂ ਲੱਤਾਂ ਕੰਬਦੀਆਂ ਹੁੰਦੀਆਂ। ਹਜ਼ੂਰ ਸਾਹਿਬ ਨਾ ਉੱਥੇ ਜਾ ਅੰਮ੍ਰਿਤਸਰ ਅਰਦਾਸ ਕਰਦੇ ਨਾ, ਕੰਬਦਾ ਹੁੰਦਾ ਅੰਦਰੋਂ। ਗਰੀਬ ਆਦਮੀ ਨੇ ਵਿਚਾਰੇ, ਕੱਲ੍ਹ ਨੂੰ ਕੋਈ ਸਵਾਲ ਕਰ ਦੇਵੇ ਤਾਂ ਡਰਦੇ ਨੇ। ਉਹ ਡਰਦਾ ਹੀ ਸੀ ਭਾਈ ਜਸਵੀਰ ਸਿੰਘ, ਪਾਠ ਭੁੱਲ ਗਿਆ। ਜਸਵਿੰਦਰ ਸਿੰਘ ਪਾਠ ਭੁੱਲ ਗਿਆ, ਡਰਦਾ ਸੀ ਨਾ। ਭੈ 'ਚ ਕਰ ਰਹੇ ਨੇ ਸਭ ਕੁਛ, ਡਰਦਾ ਭੁੱਲ ਗਿਆ। ਡਰ ਤਾਂ ਭੁਲਾਏ ਦਿੰਦਾ। ਉਹ ਮਗਰ ਪੈ ਗਏ ਉਹਦੇ, ਭੁੱਲ ਗਿਆ। ਭੁੱਲਣ ਦਾ ਸਭ ਕੋ ਭੁੱਲ ਗੁਰੂ ਕਰਤਾਰ। ਫਿਰ ਗੋਲੀ ਚੱਲ ਗਈ ਸੀ, ਫਿਰ ਕੀ ਹੋ ਗਿਆ? ਜੇ ਭੁੱਲ ਗਿਆ ਦੁਬਾਰਾ ਕਰ ਲਓ। ਕਰਮ ਕਾਂਡ ਹੀ ਨੇ ਨਾ ਸਾਰੇ ਹੀ। ਗੁਟਕਾ ਰੱਖ ਕੇ ਕਰ ਲਓ, ਜ਼ਰੂਰੀ ਹਾਂ ਗੁਟਕਾ ਰੱਖ ਕੇ ਕਰ ਲਓ, ਕੋਈ ਜ਼ਰੂਰੀ ਹੈ। ਡਾਕਟਰ ਨੇ ਦੱਸਿਆ ਮੂਹਰੇ ਤੋਲੇ ਗੁਰੂ ਗ੍ਰੰਥ ਸਾਹਿਬ, ਉਹਦੇ ਤੋਂ ਕਰੋ। ਉਹ ਕੰਮ ਰੱਖਿਆ ਮੂਹਰੇ, ਫਿਰ ਉਹ ਰੱਖਿਆ ਕਿਉਂ ਆ? ਉਹਦੇ ਤੋਂ ਕਰੋ ਪਾਠ। ਨਾਲੇ ਪਬਲਿਕ ਨੂੰ ਪਤਾ ਲੱਗੇ ਵੀ ਭਾਈ ਜੋ ਲਿਖਿਆ ਹੋਇਆ ਉਹ ਪੜ੍ਹਦੇ ਨੇ। ਹਾਂਜੀ, ਕਰ ਹੈ ਰਾਮ ਹੋਏ ਹੈ ਸੋਏ, ਹੋਏ ਹੈ ਸੋਏ। ਉਹੀ ਹੁੰਦਾ ਜੋ ਰਾਮ ਕਰਦਾ। ਬਾਦਸ਼ਾਹ ਚੜਿਓ ਅਹੰਕਾਰ, ਗਜ ਹਸਤੀ ਦੀਨੋ ਚਮਕਾਰ। ਬਾਦਸ਼ਾਹ ਨੂੰ ਗੁੱਸਾ ਚੜ ਗਿਆ। ਬਾਦਸ਼ਾਹ ਚੜਿਓ ਅਹੰਕਾਰ। ਉਹਨੇ ਕਹਾ, ਉਹ ਕਹਿਣ ਲੱਗੇ ਨਾ ਨਾਲ, ਕਹਿੰਦੇ ਦੇਖ ਲਓ ਮੁੱਕਰ ਗਿਆ ਹੁਣ। ਤਾਂ ਜੀ ਬਾਹਰ ਐਵੇਂ ਕਹਿੰਦਾ, ਨਾਲ ਪੰਡਤ ਵੀ ਨੇ, ਨਾਲ ਮੁੱਲਾ ਵੀ ਨੇ। ਪੰਡਤਾਂ ਦਾ ਖੈਰ ਨਾ ਮੰਨਦਾ, ਉਹ ਨਾਲ ਦੂਏ ਨੇ ਨਾ। ਮੁੱਲਾ ਨੇ, ਉਹਨਾਂ ਨੇ ਟੀਕਾ ਚੰਗਾ ਲਾਇਆ ਹੈ ਭਰ ਕੇ। ਬਾਦਸ਼ਾਹ ਕਹਿੰਦਾ ਵੀ ਹੁਣ ਜਦ ਦੇਖਿਆ ਨਾ, ਹੁਣ ਤਾਂ ਮੌਤ ਸਾਹਮਣੇ ਤਾਂ ਮੁੱਕਰਦਾ ਹੁਣ ਤੂੰ। ਉਹਨੇ ਕਿਹਾ ਵੀ ਚੰਗਾ ਆਦਮੀ ਹੈ ਬਾਦਸ਼ਾਹ, ਪਾਗਲ ਹੈ ਇਹ। ਮੈਂ ਕਹਿੰਦਾ ਮੈਂ ਕਿਹਾ ਨਹੀਂ, ਝੂਠ ਨੂੰ ਇਹ ਮੰਨੀ ਜਾਂਦਾ ਹੈ। ਘਬਰਾ ਗਿਆ ਉਹ, ਉਹਦੇ ਅਕਲ 'ਚ ਨਾ ਆਵੇ। ਘਬਰਾਇਆ ਤਾਂ ਖੈਰ ਨਹੀਂ, ਉਹਦੇ ਅਕਲ 'ਚ ਨਾ ਆਵੇ। ਮੈਂ ਇਹਨੂੰ ਕਿਵੇਂ ਸਮਝਾਵਾਂ ਮੂਰਖ ਨੂੰ? ਇਹ ਤਾਂ ਮੂਰਖ ਹੋ ਗਿਆ ਬਾਦਸ਼ਾਹ ਤਾਂ ਬਿਲਕੁਲ। ਮੇਰੀ ਗੱਲ ਦੇਖੋ ਨਾ, ਦੋ ਧਿਰਾਂ ਨੇ, ਦੋਹਾਂ 'ਤੇ ਵਿਸ਼ਵਾਸ ਕਰੇ, ਉਹਨਾਂ 'ਤੇ ਵੀ ਕਰੇ, ਮੇਰੇ 'ਤੇ ਵੀ ਕਰੇ। ਫਿਰ ਜੇ ਤੱਕ ਕਿਹਾ ਨਹੀਂ ਭਾਈ, ਕਿਹਾ ਕੀ ਸੀ ਇਹ ਪੁੱਛੇ। ਜੇ ਤੂੰ ਕਹਿੰਦਾ ਮੈਂ ਨਹੀਂ ਕਿਹਾ, ਤੇ ਗੱਲ ਕਿਵੇਂ ਆਈ, ਕਿਵੇਂ ਕਹੀ, ਕਿਉਂ ਇਹ ਗੱਲ ਆਈ ਤੇਰੇ ਖਿਲਾਫ, ਕਿਉਂ ਸ਼ਿਕਾਇਤ ਆਈ, ਇਹ ਕਿਉਂ ਕਹਿੰਦੇ ਨੇ? ਸਵਾਲ ਇਹ ਸੀ। ਇਹ ਨਹੀਂ ਸਵਾਲ ਕੀਤਾ ਉਹਨੇ। ਕਰਨਾ ਚਾਹੀਦਾ ਸੀ, ਪੁੱਛਣਾ ਚਾਹੀਦਾ ਸੀ। ਪਾਗਲ ਹੋ ਗਿਆ ਨਾ ਸੁਣ ਕੇ। ਗਜ ਹਸਤੀ ਦੀਨੋ ਚਮਕਾਰ। ਉਹਨੇ ਕਹਾ ਹਾਥੀ ਲਿਆਓ। ਹਾਥੀ ਦੇ ਬੰਨਿਆ ਤਾਂ ਹੋਇਆ ਹੀ ਸੀ ਉਹ। ਲਿਆਓ ਹਾਥੀ, ਇਹਨੂੰ ਹਾਥੀ ਮੂਹਰੇ ਸਿੱਟੀਏ ਤੇ ਇਹਨੂੰ ਪਤਾ ਲੱਗ ਜੂਗਾ ਨਾ। ਪਹਿਲਾਂ ਕਬੀਰ ਨੂੰ ਵੀ ਸੁੱਟ ਲਿਆ ਸੀ ਨਾ। ਕਬੀਰ ਤੇ ਤਾਂ ਖੈਰ ਚੋਟ ਮਾਰੇ ਦਿੱਤੀ ਸੀ ਹਾਥੀ ਨੂੰ। ਹਾਂਜੀ
ਗਜ ਹਸਤੀ ਦੀਨੋ ਚਮਕਾਰ। ਹਾਥੀ ਨੂੰ ਲਿਆ ਕੇ ਉਹਦੇ ਮੂਹਰੇ ਸਿੱਟ ਕੇ ਉਹਨੂੰ ਹਾਥੀ ਨੂੰ ਉਹਨੇ ਚਮਕਾਇਆ ਵੀ ਇਹਦੇ ਤੇ ਇਹਨੂੰ ਮਾਰ ਤੂੰ। ਸਿਖਾਏ ਹੁੰਦੇ ਸੀ ਹਾਥੀ। ਹਾਂਜੀ। ਰੁਦਨ ਕਰੈ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ। ਨਾਮੇ ਦੀ ਮਾਂ ਵੀ ਆਈ ਹੋਈ ਸੀ, ਉੱਥੇ ਆ ਗਈ, ਰੋਂਦੀ ਆ ਉਹ ਵੀ ਇਹਨਾਂ ਦਾ ਕਿਹਾ ਹੀ ਨਹੀਂ, ਝੂਠ ਬੋਲਦੇ ਨੇ। ਉਹਨੂੰ ਤਾਂ ਪਤਾ ਸੀ ਵੀ ਇਹ ਤਾਂ ਇੱਦਾਂ ਕਹਿੰਦਾ ਹੀ ਨਹੀਂ ਹੈ। ਜਿਹੜੀ ਗੱਲ ਇਹ ਕਹਿੰਦਾ ਹੈ, ਜਿਵੇਂ ਇਹ ਕਹਿੰਦਾ ਉਹ ਗੱਲ ਹੋਰ ਹੈ, ਜਿਹੜੀ ਇਹ ਸ਼ਿਕਾਇਤ ਲਾਉਂਦੇ ਨੇ, ਇਹ ਝੂਠ ਬੋਲ ਕੇ ਲਾਉਂਦੇ ਨੇ। ਫਿਰ ਉਹ ਕਹਿਣ ਲੱਗੀ ਉਹਨੂੰ ਕੰਨ 'ਚ ਵੀ ਤੂੰ ਐਂ ਕਰ, ਰਾਮ ਰਾਮ ਛੱਡ ਕੇ ਖੁਦਾ ਖੁਦਾ ਕਰ ਲੈ। ਉਹ ਕਹਿੰਦੇ ਸਾਡੇ ਖੁਦਾ 'ਚ ਤਾਕਤ ਹੈ। ਸਵਾਲ ਇਹ ਸੀ, ਇਹਦਾ ਮਤਲਬ ਹੈ ਉੱਥੇ ਕਿ ਅੱਜ ਸ਼ਕਤੀ ਖੁਦਾ ਕੋਲ ਹੈ, ਰਾਮ ਕੋਲ ਹੈ ਨਹੀਂ। ਖੁਦਾ ਦਾ ਰਾਜ ਹੈ, ਰਾਮ ਦਾ ਰਾਜ ਨਹੀਂ ਹੈ। ਖੁਦਾ ਕੋਲੋਂ ਰਾਜ ਮਿਲਦਾ ਹੈ ਦੁਨੀਆ ਦਾ, ਰਾਮ ਕੋਲੋਂ ਨਹੀਂ ਮਿਲਦਾ। ਰਾਮ ਰਾਜ ਖਤਮ, ਹੁਣ ਖੁਦਾ ਦਾ ਰਾਜ ਹੈ। ਛੋੜ ਰਾਮ ਕੀ ਨਾ ਭਜੈ ਖੁਦਾਏ। ਉਹ ਕਹਿੰਦੀ ਚੱਲ ਤੂੰ ਐਂ ਕਹਿੰਦੇ ਵੀ ਖੁਦਾ ਦਾ ਰਾਜ ਹੈ, ਖੁਦਾ ਖੁਦਾ ਕਰ ਲੈ, ਤੈਨੂੰ ਕੀ ਫਰਕ ਪੈਂਦਾ। ਹੁਣ ਇਹ ਗੱਲ ਝੂਠ ਹੈ, ਭੈ ਦੇ ਵਿੱਚ ਝੂਠ ਬੋਲੇ। ਖੁਦਾ ਰਾਮ ਤਾਂ ਇੱਕੋ ਹੀ ਨੇ। ਇਹ ਤਾਂ ਰਾਮ ਕਹਿ ਸਕਦਾ ਵੀ ਰਾਮ ਵੀ ਉਹੀ ਹੈ, ਖੁਦਾ ਵੀ ਉਹੀ ਹੈ, ਪਰ ਉਹ ਰਾਮ ਨੂੰ ਸੁਣਨਾ ਹੀ ਨਹੀਂ ਚਾਹੁੰਦੇ। ਰਾਮ ਦਾ ਨਾਮ ਤਾਂ ਸੁਣਨਾ ਹੀ ਨਹੀਂ ਚਾਹੁੰਦੇ ਮੁਸਲਮਾਨ। ਉਹ ਇਹ ਨਹੀਂ ਸੁਣਨਾ ਚਾਹੁੰਦੇ ਵੀ ਰਾਮ ਔਰ ਖੁਦਾ ਇੱਕ ਹੈ, ਰਾਮ ਖੁਦਾ ਦੇ ਬਰਾਬਰ ਹੈ। ਕਿਉਂ ਨਹੀਂ ਸੁਣਨਾ ਚਾਹੁੰਦੇ? ਸਵਾਲ ਹੁਣ ਇਹ ਹੈ, ਕਿਉਂ ਨਹੀਂ ਸੁਣਨਾ ਚਾਹੁੰਦੇ? ਕੀ ਗੱਲ ਸੀ? ਕੀ ਨਫ਼ਰਤ ਸੀ? ਨਹੀਂ, ਨਫ਼ਰਤ ਨਹੀਂ ਸੀ, ਸਾਡੀ ਗਲਤੀ ਸੀ। ਰਾਮ ਦੀ ਤਾਂ ਇੱਕ ਬੰਦੇ ਵਜੋਂ ਮੂਰਤੀ ਬਣਾਈ ਹੋਈ ਹੈ ਉਹਨਾਂ ਨੇ, ਔਰ ਰਾਮ ਮਰ ਵੀ ਚੁੱਕਿਆ। ਖੁਦਾ ਕਦੇ ਨਾ ਜੰਮਿਆ ਨਾ ਮਰਿਆ ਉਹਨਾਂ ਦਾ। ਉਹ ਗੈਬੀ ਸ਼ਕਤੀ ਕਹਿੰਦੇ ਨੇ, ਨਾ ਦੇਖਿਆ ਕਿਸੇ ਨੂੰ ਅੱਜ ਤਾਈਂ। ਉਹਨਾਂ ਦਾ ਖੁਦਾ ਸੁਪੀਰੀਅਰ ਹੈ, ਸਾਡਾ ਰਾਮ ਘਟ ਗਿਆ। ਉਹ ਕਿਵੇਂ ਮੰਨ ਲੈਣ ਵੀ ਖੁਦਾ ਜੰਮਿਆ ਸੀ ਕਦੇ? ਰਾਮ ਦਾ ਜੰਮਿਆ ਹੋਏ ਦਾ ਨਾਮ ਹੈ। ਆ ਜਿਹੜਾ ਬੈਲੈਂਸ ਹੈ ਇੱਥੇ ਆ ਕੇ ਵਿਗੜਿਆ ਹੋਇਆ ਹੈ, ਉਹ ਰਾਮ ਦਾ ਜੰਮਿਆ ਹੋਇਆ। ਜੋ ਕਹੋ ਰਾਮ ਅਜੋਨ ਅਜੈ ਹੈ, ਉਹ ਗੱਲ ਦਸਮ ਪਾਤਸ਼ਾਹ ਨੇ ਇਹੀ ਖੋਲੀ ਹੈ। ਰਾਮ ਅਜੋਨ ਅਜੈ ਕਹੀ ਜਾਂਦੇ, ਨਾਲੇ ਦਸ਼ਰਥ ਦਾ ਮੁੰਡਾ ਕਹੀ ਜਾਂਦੇ ਨੇ। ਇੱਕ ਪਾਸੇ ਤਾਂ ਤੁਸੀਂ ਕਹਿੰਦੇ ਰਾਮ ਅਜੋਨ ਹੈ, ਅਜੈ ਹੈ, ਇਹਨੂੰ ਕੋਈ ਜਿੱਤੇ ਨਹੀਂ ਸਕਦਾ। ਕਾਹੇ ਕੋ ਕੌਸ਼ਲ ਕੁੱਖ ਜਿਉ ਜੂ, ਫਿਰ ਕਿਉਂ ਤੁਸੀਂ ਕਹਿੰਦੇ ਹੋ ਕੌਸ਼ਲਿਆ ਦੀ ਕੁੱਖ ਤੋਂ ਪੈਦਾ ਹੋਇਆ? ਤੁਸੀਂ ਤਾਂ ਆਪਾ ਵਿਰੋਧੀ ਗੱਲਾਂ ਕਰਦੇ ਹੋ। ਇਸ ਗੱਲ ਤੋਂ ਮੁਸਲਮਾਨ ਨਹੀਂ ਬਰਦਾਸ਼ਤ ਕਰ ਰਹੇ ਸੀ ਰਾਮ ਨੂੰ। ਗੱਲਾਂ ਦੇ ਕੁਝ ਕਾਰਨ ਸੀ, ਉਹ ਕਾਰਨ ਤਾਂ ਇਹਨਾਂ ਨੇ ਢੱਕ ਇਸ ਕਰਕੇ ਨਹੀਂ ਕਹਿੰਦੇ ਨਾ, ਫਿਰ ਮੂਰਤੀ ਪੂਜਾ ਨਹੀਂ ਰਹਿੰਦੀ। ਜੇ ਉਹ ਕਾਰਨ ਸਾਰੇ ਜਾਣਦੇ ਨੇ, ਪਰ ਜੇ ਉਹਨੂੰ ਹਾਈਲਾਈਟ ਕਰਦੇ ਉਹਨਾਂ ਕਾਰਨਾਂ ਨੂੰ, ਫਿਰ ਮੂਰਤੀ ਪੂਜਾ ਜਾਂਦੀ ਹੈ। ਉਹ ਢੱਕ ਲਏ, ਸਾਡਿਆਂ ਨੇ ਵੀ ਢੱਕ ਲਏ, ਪ੍ਰਚਾਰਕਾਂ ਨੇ ਢੱਕ ਲਏ। ਗੁਰੂ ਘਰ ਐਵੇਂ ਹੀ ਪ੍ਰਚਾਰ ਕਰਦਾ ਸੀ ਜਿਵੇਂ ਆਪਾਂ ਹੁਣ ਕਰਦੇ। ਗੁਰੂ ਘਰ ਨੇ ਨਹੀਂ ਕੋਈ ਪਰਦਾ ਛੱਡਿਆ, ਉਹਨੇ ਸਾਰੇ ਪਰਦੇ ਖੋਲ੍ਹਤੇ, ਸਾਰੇ ਪਰਦੇ ਚੱਕਤੇ ਭਰਮ ਦੇ। ਗੁਰਬਾਣੀ ਦਾ ਸਹੀ ਪ੍ਰਚਾਰ ਕੀਤਾ। ਪਿੱਛੋਂ ਮੀਣਿਆਂ ਨੇ ਪਰਦੇ ਪਾਤੇ ਵੀ ਰਾਮ ਤੋਂ ਕਿਉਂ ਐਲਰਜੀ ਸੀ ਮੁਸਲਮਾਨਾਂ ਨੂੰ? ਸਵਾਲ ਹੈ। ਖੁਦਾ, ਹਾਲਾਂਕਿ ਭਗਤਾਂ ਨੇ ਕਿਹਾ ਜਿਹੜਾ ਖੁਦਾ ਹੈ, ਰਾਮ ਹੈ, ਉਹ ਇੱਕੋ ਹੀ ਹੈ। ਅੱਲਾ ਰਾਮ ਕੇ ਪਿੰਡ ਪ੍ਰਾਣ, ਅੱਲਾ ਰਾਮ ਕੇ ਪਿੰਡ ਪ੍ਰਾਣ, ਰਾਮ ਅੱਲਾ ਕੇ ਪਿੰਡ ਪ੍ਰਾਣ। ਕਬੀਰ ਨੇ ਤਾਂ ਪਹਿਲਾਂ ਕਿਹਾ ਹੋਇਆ ਸੀ। ਉਹ ਨਹੀਂ ਇਸ ਗੱਲ ਤੇ ਵਿਸ਼ਵਾਸ ਕਰਦੇ। ਉਹ ਕਹਿੰਦੇ ਅੱਲਾ ਦੇ ਪਿੰਡ ਪ੍ਰਾਣ ਤਾਂ ਹੈ, ਰਾਮ ਦੇ ਨਹੀਂ ਹੈ। ਉਹ ਨਹੀਂ ਸਹਿਮਤ ਇਸ ਗੱਲ ਨਾਲ। ਕੌਣ ਦੱਸੇ ਉਹਨਾਂ ਨੂੰ ਵੀ ਰਾਮ ਕੀ ਹੈ? ਕਿਵੇਂ ਮੰਨ ਲੈਣ? ਜਾਂ ਤੁਸੀਂ ਰਾਮ ਬਣਾਈ ਬੈਠੇ ਹੋ ਮੂਰਤੀ, ਮੰਨ ਕਿਵੇਂ ਲੈਣ? ਪੂਰਾ ਕੁਰਸੀਨਾਮਾ ਉਹਦਾ, ਪੂਰਾ ਕੁਰਸੀਨਾਮਾ ਬਣਾਈ ਬੈਠੇ ਹੋ। ਨਹੀਂ ਜੀ, ਮੂਰਤੀ ਬਣਾਈ ਬੈਠੇ ਹੋ ਤੁਸੀਂ, ਉਹਦੀ ਕਹਾਣੀ ਰਾਮਾਇਣ ਬਣਾਈ ਬੈਠੇ ਹੋ। ਕਿਵੇਂ ਮੰਨ ਲੂ ਤੁਹਾਡੀ ਗੱਲ? ਕੋਈ ਨਹੀਂ ਮੰਨ ਸਕਦਾ। ਇਹ ਕਾਰਨ ਸੀ ਤਾਂ ਹਿੰਦੂ ਕਿਹਾ ਇਹਨਾਂ ਨੂੰ ਝੂਠੇ, ਝੂਠ ਬੋਲਦੇ ਨੇ। ਜੇ ਰਾਮ ਵਾਕਈ ਖੁਦਾ ਹੈ, ਅੱਲਾ ਹੀ ਹੈ, ਫਿਰ ਮੂਰਤੀ ਪੂਜਾ ਨਹੀਂ ਹੋ ਸਕਦੀ। ਇਹਨੂੰ ਛੱਡ ਦਿਓ। ਉਹ ਵੀ ਨਹੀਂ ਛੱਡਦੇ, ਉਹ ਵੀ ਨਹੀਂ ਛੱਡਣ ਨੂੰ ਤਿਆਰ। ਫਿਰ ਕਿਹਾ ਵੀ ਇਹਨਾਂ ਨੇ ਧਰਮ ਹੀ ਛੱਡਤਾ। ਜਿਹਨੇ ਮੂਰਤੀ ਪੂਜਾ ਨਹੀਂ ਛੱਡਤੀ ਉਹ ਹਿੰਦੂ ਹੈ,
ਜਿਹੜਾ ਮੂਰਤੀ ਪੂਜਾ ਨਹੀਂ ਛੱਡਦਾ ਉਹ ਹਿੰਦੂ ਹੈ, ਜਿਹਨੇ ਮੂਰਤੀ ਪੂਜਾ ਛੱਡਤੀ ਉਹ ਸਿੱਖ ਹੈ। ਆਹ ਫਰਕ ਹੈ। ਉਹ ਸਿੱਖ ਕਾਹਦਾ, ਉਹਨੇ ਸਿੱਖਿਆ ਲੈ ਲਈ ਵੇਦ ਦੀ, ਉਹਨੇ ਸਮਝ ਹਾਸਲ ਕਰ ਲਈ, ਉਹਨੇ ਚੀਜ਼ ਤੋਂ ਸਿੱਖਿਆ ਲੈ ਲਈ ਵੀ ਜਿਹੜਾ ਜੰਮਦਾ ਮਰਦਾ ਨਹੀਂ ਉਹਦੀ ਮੂਰਤੀ ਨਹੀਂ ਹੋ ਸਕਦੀ। ਇੰਨਾ ਹੀ ਫਰਕ ਹੈ ਹਿੰਦੂ ਔਰ ਸਿੱਖ 'ਚ। ਔਰ ਸਿੱਖ 'ਚ ਹਿੰਦੂ ਕੀ ਫਰਕ ਹੈ? ਉਹੀ ਹਿੰਦੂ ਹੈ, ਉਹੀ ਸਿੱਖ ਬਣਿਆ। ਮੰਨ ਕੇ ਸੱਚ ਨੂੰ ਮੰਨਣ ਵਾਲਾ ਸਿੱਖ ਹੈ, ਸੱਚ ਤੋਂ ਮੁਨਕਰ ਹੋਣ ਵਾਲਾ ਹਿੰਦੂ ਹੈ। ਜਿਹੜਾ ਸੱਚ ਤੋਂ ਮੁਨਕਰ ਹੋ ਗਿਆ ਉਹ ਬੇਈਮਾਨ ਹੈ, ਜਿਹੜਾ ਸੱਚ ਨੂੰ ਮੰਨਦਾ ਉਹ ਈਮਾਨ ਵਾਲਾ। ਇਸ ਕਰਕੇ ਗੁਰੂ ਨਾਨਕ ਕਹਿੰਦਾ ਮੁਸਲਮਾਨ ਕਹਾਵਣ ਮੁਸ਼ਕਲ ਹੈ ਮੁਸਲਮਾਨ ਕਹਾਉਣਾ, ਹੋਏ ਤਾਂ ਮੁਸਲਮਾਨ ਕਹਾਏ। ਸੱਚ ਨੂੰ ਐਕਸੈਪਟ ਕਰਨਾ ਮੁਸ਼ਕਲ ਹੈ। ਕਿਉਂ ਮੁਸ਼ਕਲ ਕਿਹਾ? ਜਦੋਂ ਆਦ ਸੱਚ ਜੁਗਾਦ ਸੱਚ ਨਾਨਕ ਨੇ ਦੱਸਿਆ, ਐਕਸੈਪਟ ਨਹੀਂ ਕੀਤਾ ਮੁਸਲਮਾਨਾਂ ਨੇ। ਉਹ ਕਹਿੰਦੇ ਹੁਣੇ ਸਵਾਦ ਮੁਸਲਮਾਨ ਦਾ, ਹੁਣ ਈਮਾਨ ਦੱਸੋ। ਆਹ ਤਾਂ ਕਹੋ ਇਹ ਸੱਚ ਨਹੀਂ ਐਕਸੈਪਟ ਕਰੋ। ਇੱਥੇ ਅੜ ਗਿਆ ਮੁਸਲਮਾਨ, ਇੱਥੋਂ ਆ ਕੇ ਖੋਟਾ ਸਾਬਤ ਕੀਤਾ। ਪਰ ਨਾਨਕ ਦਾ ਤਾਂ ਸਾਥ ਇਹਨਾਂ ਨੇ ਦਿੱਤਾ ਹੀ ਨਹੀਂ। ਮੁਸਲਮਾਨਾਂ ਦਾ ਸਾਥ ਦੇ ਦਿੱਤਾ, ਗੁਰੂ ਘਰ ਦਾ ਸਾਥ ਅੱਜ ਸਹੀ ਵੀ ਨਹੀਂ ਦਿੰਦੇ। ਉਦੋਂ ਮੁਸਲਮਾਨਾਂ ਦੇ ਹੱਕ ਤਾਂ ਖੜ ਗਏ, ਮੂਰਤੀ ਪੂਜ ਕਰ ਮੁਸਲਮਾਨ ਇਕੱਠੇ ਵੀ ਹੋ ਗਏ ਬਾਅਦ 'ਚ ਆ ਕੇ। ਇੱਥੇ ਤਾਂ ਰਾਮ ਦੇ ਖਿਲਾਫ ਖੜੇ ਨੇ, ਦੇਖੋ ਭਗਤਾਂ ਦੇ ਖਿਲਾਫ ਖੜੇ ਨੇ ਮੁਸਲਮਾਨ, ਔਰ ਹਿੰਦੂ ਵੀ ਨਾਲੇ ਨੇ ਉਹਦੇ। ਇਕੱਠੇ ਕਿਉਂ ਹੋਏ? ਜੋ ਗੁਰਮਤ ਹੈ, ਜੋ ਵੇਦ ਮਤ ਹੈ, ਉਹ ਦੋਹਾਂ ਨੂੰ ਖਾ ਜਾਂਦੀ ਹੈ। ਇਸਲਾਮ ਧਰਮ ਨੂੰ ਵੀ ਦੁਆ ਤਾਂ ਹੈ ਉਹ ਨਹੀਂ ਧਰਮ, ਖਾਈ ਦਾ ਤਾਂ ਹੁੰਦਾ ਜਿਹੜਾ ਕੁਛ ਹੋਵੇ, ਜੋ ਹੈ ਹੀ ਨਹੀਂ ਉਹਦਾ ਖਾਣਾ ਕੀ ਹੈ। ਇਹ ਤਾਂ ਹਿੰਦੂ ਧਰਮ ਦਾ ਫਰਜ਼ ਕਰੋ ਵਾਲੀ ਗੱਲ ਹੈ, ਇਹ ਤਾਂ ਫਰਜ਼ੀ ਧਰਮ ਹੈ। ਉਹ ਜਿਵੇਂ ਕੋਈ ਸਵਾਲ ਕੱਢਦੇ ਤੇ ਨਾ ਰਾਤ ਨੂੰ, ਚੋਰ ਬਾਹਰ ਸੁਣਦੇ ਤੇ, ਕਹਿੰਦਾ ਲਿਖੋ ਇੰਨੇ ਕਰੋੜ, ਇੰਨੇ ਲੱਖ, ਇੰਨੇ ਹਜ਼ਾਰ। ਉਹਨੇ ਕਿਹਾ ਵੀ ਬੜਾ ਪੈਸਾ ਇਹਨਾਂ ਕੋਲ, ਗਿਣਦੇ ਨੇ। ਉਹ ਪੜ੍ਹਾਉਂਦੇ ਸੀ ਅੰਦਰ, ਉਹ ਬਾਹਰ ਦੇਖਦੇ ਵੀ ਬੜਾ ਪੈਸਾ, ਵੀ ਅੱਜ ਆਪਣਾ ਕੰਮ ਬਣਿਆ ਪਿਆ। ਅੱਜ ਦੀ ਚੋਰੀ ਦੇ ਬਾਅਦ ਚੋਰੀ ਦੀ ਲੋੜ ਹੀ ਨਹੀਂ। ਇਹ ਤਾਂ ਇਹੋ ਜਿਹਾ ਫਰਜ਼ੀ ਹਿਸਾਬ ਹੈ ਜਿਹੜਾ ਉਹ ਰਾਤ ਨੂੰ ਪੜ੍ਹਾਉਂਦੇ ਤੇ ਹਿੰਦੂ ਮਤ ਦਾ। ਤਾਂ ਲੈਣ ਦੇਣ ਨੂੰ ਕੁਛ ਨਹੀਂ ਉੱਥੇ। ਜੋ ਆਵੜੇ ਉੱਥੇ ਕਲਮਾਂ ਪਈਆਂ, ਦੁਆਤਾਂ ਪਈਆਂ, ਜਾਂ ਕਾਪੀਆਂ ਪਈਆਂ, ਨਿਆਣੇ ਸੁੱਤੇ ਪਏ। ਉੱਥੇ ਕੀ ਹੋਣਾ ਸੀ? ਨਾ ਕੋਈ ਟਰੰਕ, ਨਾ ਕੋਈ ਸੂਟਕੇਸ, ਨਾ ਕੋਈ ਜਿੰਦਾ, ਨਾ ਕੋਈ ਲੈਣ ਨਾ ਦੇਣ। ਉਹ ਕਹਿੰਦੇ ਪੈਸੇ ਕਿੱਥੇ ਗਏ? ਇਹਨਾਂ ਦਾ ਇਹੋ ਜਿਹਾ ਕੁਛ ਹੈ। ਉਹ ਕਰੋੜ ਵਾ ਜਵਾਨੀ ਉਹਨੇ ਸਾਰੇ, ਜਵਾਨੀ ਗੁਲਾਮੀ ਸਭ ਕੁਛ। ਮਨੋਕਾਮਨਾਵਾਂ ਜਵਾਨੀਆਂ ਪੂਰੀਆਂ ਕਰਦੇ ਨੇ, ਹੁੰਦਾ ਕੁਛ ਨਹੀਂ ਹੈ। ਖਜ਼ਾਨੇ ਭਰਪੂਰ ਕਰੀ ਜਾਂਦੇ ਰੋਜ਼, ਹੁੰਦੇ ਕਿਸੇ ਦੇ ਵੀ ਨਹੀਂ। ਉਹ ਤੂੰ ਆਪਣੀ ਗੋਲਕ ਭਰ ਲਓ ਲੋਕਾਂ ਦੇ ਖਜ਼ਾਨਿਆਂ ਨੂੰ, ਇਹਨੂੰ ਭਰ ਕੇ ਦੇਈ ਜਾਓ, ਲੋਕਾਂ ਨੂੰ ਵੰਡੀ ਜਾਓ, ਆਪੇ ਭਰਪੂਰ ਹੋ ਜਾਣਗੇ। ਤੁਸੀਂ ਵੰਡੋ, ਆਪਣੇ ਭਰਪੂਰ ਕਰ ਕਰਕੇ ਉਹਨਾਂ ਨੂੰ ਵੰਡੀ ਜਾਓ, ਆਪੇ ਭਰਪੂਰ ਹੋ ਜਾਣਗੇ ਉਹਨਾਂ ਦੇ। ਕਿੱਡੇ ਝੂਠੇ ਔਰ ਕਪਟੀ ਆਦਮੀ ਨੇ ਧਰਮ ਦੇ ਖੇਤਰ 'ਚ ਬੈਠੇ। ਲੋਕ ਕਿਉਂ ਮੰਨਣ ਧਰਮ ਨੂੰ? ਧਰਮ ਤੋਂ ਲੋਕ ਬਾਗੀ ਹੈ ਸਾਰੀ ਦੁਨੀਆ। ਕਿ ਪ੍ਰਚਾਰ ਵਾਲੇ ਬੜੇ ਆਦਮੀ ਜਿਹੜੇ ਨੇ ਨਾ, ਬਹੁਤ ਸੱਚੇ ਸੁੱਚੇ ਨੇਕ ਆਦਮੀ ਨੇ ਪ੍ਰਚਾਰ 'ਚ ਲੱਗੇ ਹੋਏ, ਵਿਚਾਰੇ ਇਹਨਾਂ ਦੀ ਕੋਈ ਮੰਨਦਾ ਹੀ ਨਹੀਂ। ਫਿਰ ਕਹਿੰਦੇ ਲੋਕ ਸਿੱਖੀ ਛੱਡ ਕੇ ਜੀ ਨਿਆਣਿਆਂ ਦੇ ਮਨ ਜਿਹੜੇ ਨੇ ਨਾ ਥੋੜ੍ਹੇ ਨਾਲ ਪਵਿੱਤਰ ਨੇ। ਬੱਚੇ ਦਿਲ ਦੇ ਸੱਚੇ ਨੇ, ਮੰਨ ਕੇ ਸੱਚੇ ਨੇ, ਇਹ ਝੂਠ ਨੂੰ ਨਹੀਂ ਮੰਨਦੇ। ਤੁਹਾਡੇ ਵਾਲੇ ਨੂੰ ਝੂਠ ਨੂੰ ਕਾਹਦੇ ਮੰਨਣ ਉਹ? ਹਾਂਜੀ, ਰਾਮ ਅੱਲਾ ਜਿਹੜਾ ਹੈਗਾ ਠੀਕ ਹੈ, ਅਸੀਂ ਮੰਨਦੇ ਹਾਂ ਇੱਕ, ਪਰ ਉਹ ਰਾਮ ਅੱਲਾ, ਉਹ ਰਾਮ ਦੀ ਮੂਰਤੀ ਨਹੀਂ ਹੈਗੀ ਉਹਦੀ। ਉਹ ਰਾਮ ਨਾ ਕਦੇ ਜੰਮਿਆ, ਨਾ ਕਦੇ ਜੰਮੂਗਾ, ਨਾ ਕਦੇ ਮਰਿਆ। ਜਿਹੜਾ ਜੰਮਦਾ ਹੀ ਨਹੀਂ ਮਰਦਾ ਹੁੰਦਾ ਹੀ ਨਹੀਂ। ਮਰਦਾ ਤਾਂ ਉਹੀ ਹੈ ਜੋ ਜੰਮਦਾ ਹੈ, ਜੋ ਪੈਦਾ ਹੁੰਦਾ, ਜੋ ਉਪਜਿਓ ਸੋ ਬਿਨਸ ਹੈ। ਇਹ ਤਾਂ ਨਿਯਮ ਹੀ ਆ। ਜੋ ਉਪਜਿਆ ਹੀ ਨਹੀਂ ਬਿਨਸੂ ਕਿਵੇਂ? ਇਹ ਗੱਲ ਛੱਡ ਦਿੱਤੀ, ਇਹ ਗੱਲ ਛੱਡ ਕੇ ਫਸ ਗਏ। ਤੇ ਇਸਲਾਮ ਵਾਲਿਆਂ ਕੋਲ ਵੀ ਜੋ ਹੈ
ਅੱਧਾ ਗਿਆਨ, ਇੱਕ ਅੱਖ ਖੁੱਲੀ ਹੈ ਇੱਕ ਬੰਦ ਹੈ, ਅੱਧਾ ਗਿਆਨ ਹੈ ਅੱਧਾ ਹੈ ਨਹੀਂ। ਇਸ ਕਰਕੇ ਕਾਣਿਆਂ ਨੇ ਇਹਦੇ ਰਾਜ ਕੀਤਾ। ਆਬਾਦੀ ਨਹੀਂ ਜ਼ਿਆਦਾ ਸੀ ਮੁਸਲਮਾਨਾਂ ਦੀ, ਹੁਣ ਵੀ ਆਬਾਦੀ ਜ਼ਿਆਦਾ ਨਹੀਂ ਹੈ ਸਾਰੇ ਦੇਸ਼ਾਂ ਦੀ ਮਿਲ ਕੇ, ਪਰ ਉਹਨਾਂ ਦੇ ਅੱਖ ਸੀ ਇਹ ਦੋ ਅੱਖਾਂ, ਇਹ ਦੋ ਅੱਖਾਂ ਗਵਾ ਬੈਠੇ ਸੀ ਤਾਂ ਰਾਜ ਕੀਤਾ ਉਹਨਾਂ ਨੇ ਨਾ। ਤੇ ਇਸ ਸੱਚ ਨੂੰ ਕਿਉਂ ਨਹੀਂ ਅੱਜ ਥਈ ਇਹ ਸੱਚ ਨੂੰ ਨਹੀਂ ਮੰਨਣ ਨੂੰ ਤਿਆਰ, ਇਹ ਸੱਚ ਨੂੰ ਅੱਜ ਥਈ ਵੀ ਮੰਨਣ ਨੂੰ ਤਿਆਰ ਨਹੀਂ। ਜਾ ਕੇ ਹੋਰ ਗੱਲਾਂ ਕਰੀ ਜਾਂਦੇ ਨੇ, ਆ ਜੋਤਿਸ਼ ਹੈ ਜੀ, ਫਲਾਨਾ ਜੀ, ਕਰਾਮਾਤਾਂ ਨੇ, ਫਿਰ ਕਰਕੇ ਤਾਂ ਦਿਖਾਉਣ ਕੁਛ। ਹਾਂਜੀ, ਨਾ ਹੂੰ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ। ਮਾਂ ਕਹਿੰਦੀ ਹੈ ਰਾਮ ਛੱਡ ਦੇ, ਖੁਦਾ ਖੁਦਾ ਕਰ ਲੈ, ਖੁਦਾ ਰਾਮ ਜਾਂ ਤੂੰ ਕਹਿੰਦਾ ਇੱਕ ਹੈ, ਤੈਨੂੰ ਕੀ ਫਰਕ ਪੈਂਦਾ? ਉਹ ਕਹਿੰਦਾ ਇਹ ਨਹੀਂ ਹੋ ਸਕਦਾ, ਰਾਮ ਔਰ ਖੁਦਾ ਦੋ ਹੋ ਜਾਣਗੇ ਜੇ ਮੈਂ ਮੰਨ ਗਿਆ ਇਹਨਾਂ ਦੀ ਗੱਲ। ਜਦ ਹੈ ਇੱਕ, ਰਾਮ ਘਟਿਆ ਹੋ ਜਾਊਗਾ, ਰਾਮ ਔਰ ਖੁਦਾ ਦੋ ਹੋ ਜਾਣਗੇ, ਇੱਕੋ ਹੀ ਹੈ। ਇੱਕ ਤੇ ਹੀ ਮੈਂ ਸਟੈਂਡ ਕਰਦਾ, ਰਾਮ ਔਰ ਖੁਦਾ ਦੋ ਹੈ ਹੀ ਨਹੀਂ। ਜੇ ਮੈਂ ਰਾਮ ਛੱਡਤਾ, ਖੁਦਾ ਖੁਦਾ ਕੀਤਾ, ਇਹਦਾ ਮਤਲਬ ਹੈ ਦੋ ਹੋ ਗਏ। ਮੈਂ ਮੰਨ ਲਿਆ ਵੀ ਰਾਮ ਹੋ ਰਿਹਾ, ਖੁਦਾ ਹੋ ਰਿਹਾ, ਮੈਂ ਮੂਰਤੀ ਪੂਜਕ ਬਣ ਗਿਆ, ਮੂਰਤੀ ਪੂਜਕਾ ਨਾ ਖੜਾ ਹੋ ਗਿਆ ਮੈਂ। ਬਹੁਤ ਬਰੀਕ ਪੁਆਇੰਟ ਹੈ। ਅਭੀ ਕਿਉਂ ਨਹੀਂ ਮੰਨ ਰਿਹਾ? ਕਿਉਂ ਨਹੀਂ ਮੰਨ ਰਿਹਾ? ਮੂਰਤੀ ਪੂਜਾ ਵਾਲੇ ਰਾਮ ਨੂੰ ਕਹਿ ਰਿਹਾ, ਉਹ ਤਾਂ ਮੂਰਤੀ ਪੂਜਾ ਵਾਲੇ ਰਾਮ ਨੂੰ ਕਹਿ ਰਿਹਾ ਨਾ। ਰਾਮ ਉਹਦਾ ਮੂਰਤੀ ਪੂਜਾ ਵਾਲਾ ਹੈ ਨਹੀਂ। ਉਹ ਕਹੇ ਮੈਂ ਰਾਮ ਨਹੀਂ ਛੱਡਣਾ, ਪਰ ਮੂਰਤੀ ਪੂਜਾ ਵਾਲੇ ਨੂੰ ਮੈਂ ਮੰਨਦਾ ਵੀ ਨਹੀਂ। ਗੱਲ ਆ ਹੈ, ਜਦ ਮੈਂ ਮੂਰਤੀ ਜਿਹੜੇ ਨੂੰ ਇਹ ਰਾਮ ਕਹਿੰਦਾ, ਬਾਦਸ਼ਾਹ ਦੇ ਦਿਮਾਗ ਜਿਹੜਾ ਰਾਮ ਫਸਾਇਆ, ਉਹ ਤਾਂ ਮੇਰੇ ਦਿਮਾਗ 'ਚ ਹੀ ਨਹੀਂ, ਉਹਦੀ ਤਾਂ ਮਾਨਤਾ ਹੀ ਨਹੀਂ ਮੇਰੇ ਕੋਲ ਹੈ। ਮੈਂ ਰਾਮ ਅਸਲੀ ਨਹੀਂ ਛੱਡਣਾ। ਰਾਮ ਔਰ ਖੁਦਾ 'ਚ ਕੋਈ ਫਰਕ ਨਹੀਂ। ਮੈਂ ਤਾਂ ਫਿਰ ਮੂਰਤੀ ਪੂਜਕ ਹੋ ਗਿਆ ਜੇ ਮੈਂ ਗੱਲ ਮੰਨ ਲਈ। ਇਹ ਫਸੀ ਹੋਈ ਕਿੱਥੇ ਆ ਗੱਲ? ਕੀ ਔਖਾ ਸੀ ਰਾਮ? ਜਾਂ ਮਾਂ ਕਹਿ ਰਹੀ ਆ ਕੀ ਪ੍ਰੋਬਲਮ ਸੀ ਉਹਨੂੰ, ਕਿਉਂ ਨਹੀਂ ਮੰਨਿਆ? ਮੂਰਤੀ ਪੂਜਕ ਬਣ ਜਾਂਦਾ ਉਹ, ਮੰਨ ਲਿਆ ਉਹਨੇ ਰਾਮ ਹੋ ਰਿਹਾ, ਖੁਦਾ ਹੋ ਰਿਹਾ। ਜੋ ਰਾਮ ਪ੍ਰਚਾਰਿਆ ਜਾਂਦਾ ਸੀ, ਜਿਹਦੇ ਇਸਲਾਮ ਵਾਲੇ ਖਿਲਾਫ ਸੀ ਜਿਹੜੇ ਰਾਮ ਦੇ, ਉਹ ਰਾਮ ਨੂੰ ਮੰਨ ਕੇ ਹੀ ਖੁਦਾ ਨੂੰ ਅੱਡ ਮੰਨਦਾ। ਉਹ ਕਹਿੰਦਾ ਮੈਂ ਨਹੀਂ ਮੰਨਦਾ ਇਹ ਗੱਲ, ਰਾਮ ਹੈ ਕਹੂੰਗਾ ਮੈਂ। ਨਾ ਹੂੰ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ। ਗੱਲ ਇਹ ਹੈ, ਨਾ ਤਾਂ ਮੈਂ ਤੇਰਾ ਮੁੰਡਾ, ਨਾ ਤੂੰ ਮੇਰੀ ਮਾਂ। ਇਹ ਮਾਸ ਤੋਂ ਮਾਸ ਪੈਦਾ ਹੋਇਆ ਹੋਇਆ। ਮੈਂ ਜੋ ਬੋਲਦਾ ਆਤਮਾ, ਤੂੰ ਜੋ ਬੋਲਦੀ ਆਤਮਾ, तेरी आत्मा तो मेरी आत्मा नहीं पैदा हुई, कोई रिश्ता नहीं आत्मा का अपना। मेरी आत्मा कुछ होर मनती है, तेरी आत्मा कुछ होर मनती है। तू मैनू नरक च पाना चाहनी है, तैनू सिर्फ शरीर चाहिए। हाँ लौड़, हाँ लोड़ी सौ अपना, तू लोड़ है तैनू तो कोले चाहिए ने शरीर दे, लै जी कोले ही हो जाने ने ना, अग्यार कोले ही होंदे ने ना फुल। तैनू कोले चाहिए ने शरीर दे, तू लै जी फुल पाए जिथे मर्जी। हाँ लोड़ी सौ अपना, मैनू राम चाहिए अपना, मैं नहीं राम नू छड़ सकदा। तैनू शरीर चाहिए, मैनू राम चाहिए। तू अपना शरीर लै जी, कोले लै जी, मैं अपना राम लै जू, दोए राजी। पिंड पड़े तो हर गुण गाए, पिंड पड़ा तो हर गुण गाए। मेरा शरीर पूरा पूरा करके इत्थे कट के गिर जाए, मैं तां भी हर गुण गाऊंगा। मैं नहीं हट सकता। की करूँगा ये बादशाह? की कर लेंगे सारे? शरीर ही है ना, होर तो कुछ नहीं कर सकते। नहीं टिक सकता मैं अपने फैसले तो थले। दुनिया कुछ नहीं कर सकती आत्मा नू। आत्मा दुनिया की पकड़ ते बाहर है। गलत स्टैंड आत्मा का लिया, शरीर का लिया है। जे स्टैंड छड़ता आत्मा गिर गई थले। काहदे वास्ते गिरना भाई आत्मा ने? की मिलूगा? छड़ के की मिल जूगा?
ਨਰਕ ਤੇ ਸਬਾਕੀ ਮਿਲੂਗਾ। ਸੰਸਾਰ ਨਰਕ ਹੈ, ਇੱਥੋਂ ਦਾ ਨਿਕਲਣਾ ਚਾਹੁੰਦਾ, ਇਹਦੇ ਵਾਸਤੇ ਹੀ ਛੱਡ ਦੇਵੇ ਸੁਰਗ ਨੂੰ। ਬੜੀ ਅਕਲ ਦੀ ਗੱਲ ਹੈ। ਆਹ ਗੱਲ ਦੇ ਰਹੀ ਹੈ ਮਾਂ। ਇੱਕੋ ਹੀ ਔਰਤ ਹੈ ਆਈ, ਧਰੂ ਦੀ ਮਾਂ ਨੇ ਨਹੀਂ ਕਿਹਾ, ਸਮਝਾਇਆ। ਸਾਡੇ ਕੋਲ ਰਿਕਾਰਡ ਨਾਮਦੇਵ ਦੀ ਮਾਂ ਦਾ, ਰਾਮ ਦੀ ਕੋਈ ਲੋੜ ਨਹੀਂ, ਭਗਤੀ ਚਲਾ ਰਹੀ ਹੈ ਆਪਣੇ ਮੁੰਡੇ ਦੀ, ਨਰਕਾਂ ਨੂੰ ਭੇਜ ਰਹੀ ਹੈ। ਕਾਹਦੇ ਵਾਸਤੇ? ਮਾਇਆ ਵਾਸਤੇ। ਔਰਤ ਭਗਤੀ ਦੇ, ਇਹ ਔਰਤ ਦੀ ਭਗਤੀ ਹੈ ਹੀ ਨਹੀਂ। ਇਹ ਭਗਤੀ ਔਰਤ ਕਰੇ ਹੀ ਨਹੀਂ ਸਕਦੀ। ਜਿਹੜੇ ਕਹਿੰਦੇ ਨੇ ਕਰ ਸਕਦੀ, ਉਹ ਬਦਦਮਾਗ ਨੇ, ਉਹ ਆਪ ਨਹੀਂ ਕਰ ਸਕਣੀ ਉਹਨਾਂ ਨੇ। ਜਿਹੜੇ ਕਹਿੰਦੇ ਨੇ ਭਗਤੀ ਔਰਤ ਕਰ ਸਕਦੀ, ਉਹ ਆਪ ਨਹੀਂ ਕਰ ਸਕਦੇ। ਜਦੋਂ ਉਹਨਾਂ ਨੂੰ ਸਮਝ ਆ ਗਈ, ਉਦੋਂ ਪਤਾ ਲੱਗੂਗਾ ਵੀ ਭਗਤੀ ਕੀ ਹੁੰਦੀ ਹੈ। ਅਜੇ ਤਾਂ ਉਹਨਾਂ ਨੂੰ ਖੁਦੇ ਸਮਝ ਨਹੀਂ। ਜਿਹੜੇ ਵਕਾਲਤ ਕਰਦੇ ਨਾ ਔਰਤ ਦੀ ਬਰਾਬਰੀ ਦੀ, ਉਹਨਾਂ ਨੂੰ ਆਪ ਹੀ ਹੈ ਜੋ ਸਿੱਖੀ ਦਾ ਪਤਾ ਨਹੀਂ ਨਾ। ਉਹ ਸਿੱਖੀ, ਉਹ ਕਦੇ ਵੀ ਸਿੱਖੀ ਤੇ ਪਹਿਰਾ ਦੇ ਹੀ ਨਹੀਂ ਸਕਦੇ ਆਪ। ਜਦੋਂ ਉਹਨਾਂ ਮੂਹਰੇ ਆ ਗਈ ਨਾ ਮੌਤ ਔਰ ਸਿੱਖੀ, ਉਦੋਂ ਉਹ ਸਿੱਖੀ ਛੱਡ ਦੇਣਗੇ, ਮੌਤ ਤੋਂ ਡਰਦੇ ਜ਼ਿੰਦਗੀ ਚੁਣਨਗੇ। ਜਿਹੜੇ ਵਕਾਲਤ ਕਰਦੇ ਨੇ ਨਾ, ਉਹਨਾਂ ਨੇ ਸਿੱਖੀ ਛੱਡ ਦੇਣੀ ਉਦੋਂ। ਬੜੇ ਬਹਾਦਰਾਂ ਨੇ। ਜੇ ਕਿਤੇ ਸਮਾਂ ਆ ਗਿਆ ਪਤਾ ਲੱਗ ਜੂਗਾ, ਫਿਰ ਉਹ ਛੱਡ ਦੇਣਗੇ। ਉਹ ਹੁਣ ਛੱਡੀ ਖੜੇ ਨੇ, ਫਿਰ ਉਹ ਤਾਂ ਛੱਡਣ ਦੀ ਗੱਲ ਕਰੋ, ਉਹ ਤਾਂ ਹੁਣ ਵੀ ਛੱਡੀਆਂ ਖੜੇ ਨੇ। ਮੌਤ ਸਾਹਮਣੇ ਹੈ ਨਹੀਂ, ਮੌਤ ਸਾਹਮਣੇ ਨਹੀਂ ਹੈ। ਅਜੋ ਤਾਂ ਲੋਭ ਹੈ ਸਾਹਮਣੇ, ਮਾਇਆ ਹੀ ਸਾਹਮਣੇ ਹੈ। ਹੁਣੇ ਛੱਡੀ ਖੜੇ ਨੇ, ਗੱਲਾਂ ਕਰਦੇ ਨੇ ਕਿੜਕੜੀਆਂ। ਅੱਜ ਵੀ ਸਿੱਖੀ ਤੋਂ ਬਹੁਤ ਦੂਰ ਖੜੇ ਨੇ ਉਹ, ਜਿਹੜੇ ਕਹਿੰਦੇ ਨੇ ਔਰਤਾਂ ਇਹ ਧਰਮ ਹੈ। ਇਹ ਧਰਮ ਹੀ ਨਹੀਂ ਹੈ। ਧਰਮ ਆਦਮੀਆਂ ਦਾ, ਮਰਦੀਆਂ ਮਰਦਾਂ ਦੀ ਘਾਲ ਹੈ। ਇਹ ਕਾਲ ਮਰਦੀ ਘਾਲੀ। ਇਹ ਸੱਜੇ ਪਾਸੇ ਦੀਆਂ ਪ੍ਰਕਰਮਾਂ ਨੇ, ਖੱਬੇ ਦੀਆਂ ਹੈ ਹੀ ਨਹੀਂ। ਮੂਰਤੀ ਪੂਜਾ ਔਰਤ ਦਾ ਧਰਮ ਹੈ ਸਰ। ਮੂਰਤੀ ਪੂਜਾ ਆਦਮੀ ਦਾ ਧਰਮ ਸੀ। ਇਹ ਔਰਤਾਂ ਵਾਲਾ ਧਰਮ ਸੀ, ਨਾ ਮਰਦਾਂ ਵਾਲਾ ਧਰਮ ਸੀ ਇਹਨਾਂ ਦਾ। ਤਾਂ ਮਾਰ ਖਾ ਗਏ, ਤਾਂ ਗੁਲਾਮ ਹੋ ਗਏ, ਤਾਂ ਹੀ ਨਹੀਂ ਮੈਦਾਨ 'ਚ ਲੜੇ ਜਾ ਕੇ। ਨਾ ਮਰਦ ਹੋ ਗਏ ਸੀ ਸਾਰੇ ਹੀ। ਮੂਰਤੀ ਪੂਜਾ ਵਾਲੇ ਸਾਰੇ ਹੀ ਨਾ ਮਰਦ ਨੇ। ਖੱਬੇ ਪਾਸੇ ਦੀਆਂ ਪ੍ਰਕਰਮਾਂ ਨੇ, ਖੱਬਾ ਪੈਰ ਜਨਾਨੀ ਦਾ ਉੱਠਦਾ, ਧਰਮ ਹੈ ਜਨਾਨੀ ਵਾਲਾ। ਮਾਇਆ ਦੀ ਪੁਜਾਰੀ ਹੈ। ਮਾਇਆ ਹੈ ਉਹ, ਮਾਇਆ ਨਾ, ਸਰੀਰ ਮਾਇਆ ਹੀ ਹੈ ਨਾ। ਮਾਇਆ ਕੇ ਦੇ ਬਾਣੇ ਪ੍ਰਾਣੀ, ਝੂਠ ਠਗੋਰੀ ਪਾਈ। ਝੂਠ ਨਾਲ ਜੁੜੇ ਹੋਏ ਨੇ। ਝੂਠ ਧਰਮ ਹੈ, ਸੱਚ ਧਰਮ ਨਹੀਂ ਹੈ ਉਹ। ਇਹ ਕੀ ਜਾਣ ਧਰਮ ਕੀ ਹੁੰਦਾ? ਪੜੇ ਤੋਂ ਹਰ ਗੁਣ ਗਾਏ, ਪਿੰਡ ਪੜੇ ਤਾਂ ਹਰ ਗੁਣ ਗਾਏ। ਸਰੀਰ ਪੁਰਜਾ ਪੁਰਜਾ ਹੋ ਕੇ ਥੱਲੇ ਗਿਰ ਜਵੇ, ਹਰ ਗੁਣ ਮੈਂ ਤਾਂ ਵੀ ਗਾਊਂਗਾ। ਕਿਉਂ ਵੀ ਜਦ ਪਿੰਡ ਪੜੂ ਹਰ ਗੁਣ, ਫਿਰ ਕਿਵੇਂ ਗਾ ਲੂ? ਜਾਂ ਸਰੀਰ ਨਹੀਂ ਰਹੂ, ਹਰ ਗੁਣ ਕਿਵੇਂ ਗਾ ਲੂ? ਇਹ ਗੱਲ ਕੌਣ ਸਮਝੂ? ਹੁਣ ਸਰੀਰ ਤੋਂ ਬਿਨਾਂ ਵੀ ਹਰ ਗੁਣ ਗਾਊਂਗਾ, ਹੁਣ ਦੱਸੋ ਕਿਵੇਂ ਗਾ ਲੈਣਗੇ? ਇਹ ਮੰਨ ਲੈਣਗੇ? ਇਹਨਾਂ ਨੂੰ ਸਮਝ ਹੈਗੀ? ਕਿਹੜਾ ਵਿਦਵਾਨ ਹੈ ਜਿਹੜਾ ਇਸ ਗੱਲ ਤੇ ਵਿਸ਼ਵਾਸ ਕਰ ਲੂਗਾ? ਵਿਦਵਾਨ ਕਿਹੜਾ ਇਸ ਗੱਲ ਤੇ ਵਿਸ਼ਵਾਸ ਕਰ ਲੂਗਾ? ਪਿੰਡ ਪੜੇ ਤੋਂ ਹਰ ਗੁਣ ਗਾਏ। ਉਹ ਪਿੰਡ ਜਾ ਤੇਰਾ ਪੁਰਜੇ ਪੁਰ ਜਾਓਗੇ ਗਿਰ ਗਿਆ, ਹਰ ਗੁਣ ਕਿਵੇਂ ਗਾ ਲੇਗਾ? ਵਿਦਵਾਨ ਤਾਂ ਇਹ ਕਹੂਗਾ। ਵਿਦਵਾਨ ਨੂੰ ਕੀ ਪਤਾ ਆਤਮਾ ਕੀ ਹੁੰਦੀ ਹੈ? ਉਹਨੂੰ ਕੀ ਪਤਾ ਵੀ ਹਰ ਗੁਣ ਕਿਹਨੇ ਗਾਉਣਾ, ਕਿਵੇਂ ਗਾਇਆ ਜਾਂਦਾ ਹੈ? ਉਹ ਤਾਂ ਇਸ ਗੱਲ ਤੇ ਵਿਸ਼ਵਾਸ ਹੀ ਨਹੀਂ ਕਰ ਸਕਦੇ। ਉਹ ਕਹਿੰਦਾ ਮੇਰਾ ਸਰੀਰ ਨਾ ਰਹੇ, ਮੈਂ ਹਰ ਗੁਣ ਤਾਂ ਵੀ ਗਾਊਂਗਾ। ਉਹ ਜਿਹੜਾ ਕਿ ਅੱਜ ਹੋ ਤਾਂ ਹਰ ਕੇ ਦੁਆਰ ਖੜੋ, ਉਹ ਹੈ ਹੁਣ ਵੀ ਖੜਾ। ਕੌਣ ਕਹੇ ਸਤਿਗੁਰ ਮੋਇਓ, ਉਹ ਹੈ ਗੱਲ। ਉਹ ਸਰੀਰ ਦੇ ਜਾਣਨਾ ਆਤਮਾ ਮਰਦੀ ਹੁੰਦੀ ਹੈ। ਆਤਮਾ ਤਾਂ ਅਮਰ ਹੈ। ਉਹ ਜਿਹੜੀ ਚੀਜ਼ ਅਮਰ ਹੈ ਉਹ ਹੁਣ ਵੀ ਗਾਉਂਦੀ ਹੈ, ਸਰੀਰ 'ਚ ਵੀ ਗਾਉਂਦੀ ਹੈ, ਬਾਅਦ 'ਚ ਵੀ। ਬਾਅਦ 'ਚ ਉਹ ਗਾਊਗਾ ਜਿਹੜਾ ਸਰੀਰ ਦੀ ਪਰਵਾਹ ਨਹੀਂ ਕਰੂਗਾ। ਜਿਹੜਾ ਸਰੀਰ ਦੀ ਪਰਵਾਹ ਕਰੂਗਾ ਨਾ, ਬਸ ਹੋ ਗਿਆ। ਉਹ ਨਾ ਜਿਉਂਦਾ ਗਾਉਂਦਾ, ਨਾ ਮਰੇ ਤੋਂ ਗਾਉਂਦਾ। ਉਹ ਜਿਉਂਦਾ ਕਿਹੜਾ ਗਾਉਂਦਾ? ਉਹ ਤਾਂ ਮਾਇਆ ਦੇ ਗੀਤ ਗਾਉਂਦਾ। ਜੇ ਗਾਉਂਦਾ ਵੀ ਹੈ ਤਾਂ ਕੀ ਗਾਉਂਦਾ? ਉਹ ਜਿਵੇਂ ਸਾਡੇ ਰਾਗੀ ਗਾਉਂਦੇ ਨੇ, ਗਿਆਨ ਵਿਹੂਣਾ ਗਾਵਾਂ ਗੀਤ, ਭੁੱਖੇ ਮੁੱਲਾਂ ਘਰੇ ਮਸੀਤ। ਉਹ ਗਾਉਂਦੇ ਨੇ ਗਿਆਨ ਵਿਹੂਣਾ ਗਾਵਾਂ ਗੀਤ। ਹਰ ਗੁਣ ਤਾਂ ਗਾਉਂਦੇ ਨੇ,
पर ज्ञान तो बिना ही गाते हैं, पता नहीं की गा रहे हैं। ज्ञान भी होना, गावें गीत भुखे मुल्ला करे मसीत, तो भुख नूं गाउंदे ने। रोटियां कारण पूरा ताल, रोटियां कारण गाउंदे ने। हाँ जी। ਕਰੇ ਗਜਿੰਦ ਸੁੰਡ ਕੀ ਚੋਟ, ਕਰੇ ਗਜਿੰਦ ਸੁੰਡ ਕੀ ਚੋਟ। ਹਾਥੀ ਹੈ ਨਾ ਜਿਹੜਾ, ਉਹਨੇ ਸੁੰਡ ਦੀ ਚੋਟ ਕੀਤੀ ਨਾਮਦੇਵ ਤੇ। ਨਾਮਾ ਉਭਰੈ ਹਰ ਕੀ ਓਟ, ਨਾਮਾ ਉਭਰੈ ਹਰ ਕੀ ਓਟ। ਨਾਮੇ ਨੂੰ ਕੁਝ ਨਹੀਂ ਹੋਇਆ, ਨਾਮੇ ਤੇ ਸੱਟ ਲੱਗੀ ਹੋਈ ਨਹੀਂ, ਪਤਾ ਨਹੀਂ ਕਿਉਂ ਨਹੀਂ ਲੱਗੀ, ਵਿਚਾਲੇ ਕੀ ਆ ਗਿਆ ਕਿਸੇ ਨੂੰ ਦਿਖਿਆ ਨਹੀਂ। ਨਾਮਦੇਵ ਦੀ ਬਾਣੀ ਹੈ। ਨਾਮਦੇਵ ਕਹਿੰਦਾ ਮੇਰਾ ਤਾਂ ਬਚਾਅ ਹੋ ਗਿਆ, ਮੈਂ ਹਰ ਦੀ ਓਟ ਵਿੱਚ ਸੀ। ਨਾਮਾ ਉਭਰੈ ਹਰ ਕੀ ਓਟ, ਹਰ ਕੀ ਓਟ। ਮੈਨੂੰ ਨਹੀਂ ਪਤਾ, ਆਤਮਾ ਨੂੰ ਮਹਿਸੂਸ ਨਹੀਂ ਹੋਈ ਚੋਟ, ਸਰੀਰ ਤੇ ਲੱਗੀ ਹੋਊਗੀ, ਪਤਾ ਨਹੀਂ ਲੱਗ। ਜੇ ਲੱਗਦੀ ਤਾਂ ਪਸਲੀਆਂ ਤੋੜ ਦਿੰਦਾ ਹੱਡੀਆਂ ਹਾਥੀ। ਆਖਰ ਕੁਛ ਤਾਂ ਚੋਟ ਮਾਰੀ ਹੈ ਤਾਂ ਸਰੀਰ ਨੂੰ ਨੁਕਸਾਨ ਵੀ ਨਹੀਂ ਪਹੁੰਚਿਆ ਉਹਦੇ। ਉਭਰੇ ਹਰ ਕੀ ਓਟ। ਭਗਤਾਂ ਵਿੱਚ ਇੱਕ ਗੱਲ ਰਹੀ ਹੈ, ਬਸ ਇੱਥੇ ਆ ਕੇ ਫਰਕ ਪੈਂਦਾ। ਭਗਤਾਂ ਦਾ ਵਿਸ਼ਵਾਸ ਇਹ ਰਿਹਾ ਕਿ ਜਿਹੜਾ ਆਹ ਸਾਡੇ ਨਾਲ ਧੱਕਾ ਹੋ ਰਿਹਾ ਹੈ, ਹਰ ਜੇ ਤੂੰ ਸਾਡਾ ਬਚਾਅ ਨਾ ਕੀਤਾ ਨਾ, ਇਹ ਲੋਕਾਂ ਦਾ ਵਿਸ਼ਵਾਸ ਨਹੀਂ ਹੋਣਾ ਇਸ ਮੱਤ ਤੇ। ਆਪਣੀ ਲੋੜ ਨਹੀਂ ਸੀ ਉਹਨਾਂ ਨੂੰ, ਉਹਨਾਂ ਨੇ ਲੋਕਾਂ ਖਾਤਰ ਕਰਾਮਾਤ ਦੀ ਇੱਛਾ ਰੱਖੀ ਹੈ। ਪਬਲਿਕ ਨੂੰ ਇਹ ਧਰਮ ਤੇ ਵਿਸ਼ਵਾਸ ਹੋ ਜਾਏ ਇਸ ਮੱਤ ਤੇ, ਆਪਣੇ ਵਾਸਤੇ ਨਹੀਂ। ਪਰਮੇਸ਼ਰ ਨੇ ਉਹ ਕਰਤਾ, ਔਰ ਲੋਕਾਂ ਦੇ ਉਸ ਵੇਲੇ ਵਿਸ਼ਵਾਸ ਹੋਇਆ ਵੀ ਇਸ ਗੱਲ ਦਾ। ਜਿਹਦੀ ਆ ਕਾਜੀ ਮੁੱਲਾ ਕਰੇ ਸਲਾਮ, ਸਲਾਮ ਕਰਤੀ ਨਾ ਅੱਗੇ ਜਾ ਕੇ। ਕਾਜੀ ਮੁੱਲਾ ਕਰੇ ਸਲਾਮ। ਇਨ ਹਿੰਦੂ ਗੁਰੂ ਘਰ ਨੇ ਕੀਤਾ ਨਹੀਂ, ਕਿਉਂਕਿ ਪਹਿਲਾਂ ਹੋ ਚੁੱਕਿਆ ਸੀ। ਕੀ ਲੋੜ ਹੈ, ਉਹ ਕਹਿੰਦੇ ਪਹਿਲਾਂ ਹੋ ਚੁੱਕਿਆ, ਥੋੜਾ ਚਿਰ ਪਹਿਲਾਂ ਹੀ ਹੋ ਚੁੱਕਿਆ, 100 ਸਾਲ। ਉਹ ਕਹਿੰਦੇ ਹੁਣ ਨਹੀਂ ਕਰਨਾ। ਇਹਦੇ ਨਾਲ ਇੱਕ ਭਾਵਨਾ ਪੈਦਾ ਹੁੰਦੀ ਸੀ ਵੀ ਸ਼ਾਇਦ ਇਹ ਡਰਪੋਕ ਨੇ ਅੰਦਰੋਂ। ਪੰਜਵੇਂ ਪਾਤਸ਼ਾਹ ਨੇ ਕਿਹਾ ਨਾ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਆ ਤਾਂ ਸੂਰਾ। ਕਿਸੇ ਗੱਲ ਦਾ ਜਵਾਬ ਦਿੱਤਾ ਹੋਇਆ ਉਹ। ਡਰਪੋਕ ਦਾ ਚੱਲ ਪਈ ਸੀ ਗੱਲ ਇਹ ਅੰਦਰ ਖਾਨੇ ਵੀ। ਜੀ ਨਾਮਦੇਵ ਨੂੰ ਕੀ ਲੋੜ ਸੀ ਸਰੀਰ ਬਚਾਉਣ ਦੀ, ਕਬੀਰ ਨੂੰ ਕੀ ਲੋੜ ਸੀ? ਇਸ ਸਵਾਲ ਦੇ ਜਵਾਬ 'ਚ ਉਹਨਾਂ ਨੇ ਫੈਸਲਾ ਕੀਤਾ ਵੀ ਹੁਣ ਇਹ ਕੰਮ ਨਹੀਂ ਕਰਨਾ। ਹਾਲਾਂਕਿ ਡਿਮਾਂਡ ਤਾਂ ਵੈਸੇ ਆਈ ਨਹੀਂ ਸਰੀਰ ਬਚਾਉਣ ਦੀ, ਨਾ ਕਿਤੇ ਵੀ ਨਹੀਂ ਆਈ। ਉਹ ਕਹਿੰਦਾ ਪਿੰਡ ਪੜੇ ਤਾਂ ਹਰ ਕੋਲ ਤੋਂ ਕਹਿ ਤਾਂ ਰਹਿਣੀ ਮੇਰਾ ਬਚਾ ਦੇ ਸਰੀਰ। ਨਾ ਉਹਨੇ ਨਹੀਂ ਕਿਹਾ, ਪਰਮੇਸ਼ਰ ਦੀ ਉਹ ਖੇਡ ਸੀ ਐਸੀ। ਉਹਨਾਂ ਨੇ ਕਿਹਾ ਵੀ ਲੋਕਾਂ ਨੂੰ ਕਿਵੇਂ ਵਿਸ਼ਵਾਸ ਹੋਵੇ, ਇਹਨੂੰ ਬਚਾ ਲਓ। ਲੋਕ ਮੂਰਖ ਲੋਕ ਤਾਂ ਹੀ ਮੰਨਣਗੇ। ਮੂਰਖ ਨੂੰ ਸਮਝਾਉਣ ਵਾਸਤੇ ਇਹੀ ਤਰੀਕਾ ਸੀ ਉਦੋਂ ਪਰਮੇਸ਼ਰ ਕੋਲ। ਹਰ ਕੀ ਓਟ ਗਿਆ, ਅੱਲਾ ਕੀ ਓਟ ਨਹੀਂ ਗਿਆ। ਨਾ ਹਰ ਕੀ ਓਟ। ਨਾਮਾ ਉਭਰੇ ਹਰ ਕੀ ਹਰ ਹਿਰਦੇ 'ਚ ਹੈ ਨਾ ਜੀ। ਕਾਜ਼ੀ ਮੁੱਲਾ ਕਰੇ ਸਲਾਮ। ਜਦ ਉਹਨੂੰ ਕੁਛ ਨਹੀਂ ਹੋਇਆ, ਕਾਜੀ ਮੁੱਲਾ ਨੇ ਸਲਾਮ ਕਰਤੀ। ਉਹਨਾਂ ਨੇ ਦੇਖ ਲਿਆ ਕਬੀਰ ਵਾਲੀ ਉਹ ਗੱਲ ਹੈ, ਪਹਿਲਾਂ ਹੋ ਚੁੱਕਿਆ ਨਾ ਇੱਕ ਟੈਸਟ, ਪਰ ਦੂਈ ਚੋਟ ਨਹੀਂ ਕਰਾਈ ਉਹਨਾਂ ਨੇ। ਇੱਕੋ ਹੀ ਚੋਟ ਤੇ ਪਿੱਛੇ ਹਟ ਗਏ ਵੀ ਹੁਣ ਨਹੀਂ ਕਰਨੀ ਚੋਟ। ਬਸ ਇਹ ਉਹੀ ਕਬੀਰ ਵਾਲੀ ਉਹ ਗੱਲ ਹੈ। ਦੇਖੋ ਨੇੜੇ ਦੀ ਉਹ ਗੱਲ ਹੈ। ਕਬੀਰ ਤੇ 3 ਵਾਰ ਕਰ ਲਏ ਸੀ, ਕਬੀਰ ਤੇ 3 ਵਾਰ ਹੋਏ ਨੇ, ਇਹ ਤੇ ਦੂਆ ਵਾਰ ਨਹੀਂ ਹੋਇਆ। ਭੈ ਪੀਤ ਪਹਿਲਾਂ ਵੀ ਹੋਏ ਤੇ। ਕਾਜੀ ਮੁੱਲਾ ਕਰੇ ਸਲਾਮ, ਕਾਜੀਆਂ ਨੇ ਆ ਕੇ ਸਲਾਮ ਕਰਤੀ। ਇਨ ਹਿੰਦੂ ਮੇਰਾ ਮਲਿਆ ਮਾਨ, ਇਨ ਹਿੰਦੂ ਮੇਰਾ ਮਲਿਆ ਮਾਨ। ਕਹੇ ਹਿੰਦੂ ਤਾਂ ਸਾਡਾ ਹੰਕਾਰ ਫਨਾ ਕਰਤਾ। ਸਾਨੂੰ ਜਿਹੜਾ ਹੰਕਾਰ ਸੀ ਨਾ, ਸਾਡਾ ਧਰਮ ਸੁਪੀਰੀਅਰ ਹੈ, ਰਾਮ ਸਾਡਾ ਅੱਲਾ, ਤੁਹਾਡਾ ਜਿਹੜਾ ਰਾਮ ਹੈ ਉਹ ਇਨਫੀਰੀਅਰ ਹੈ, ਅਤੇ ਸਾਡਾ ਜਿਹੜਾ ਅੱਲਾ ਹੈ ਉਹ ਸੁਪੀਰੀਅਰ ਹੈ। ਇਹ ਸਾਡਾ ਹੰਕਾਰ ਟੁੱਟ ਗਿਆ। ਅੱਜ ਸਾਨੂੰ ਪਤਾ ਲੱਗ ਗਿਆ ਰਾਮ ਔਰ ਅੱਲਾ ਇੱਕੋ ਹੀ ਹੈ। ਉਸੇ ਅੱਲਾ ਨੂੰ ਤੁਸੀਂ ਰਾਮ ਕਹਿੰਦੇ ਹੋ, ਉਸੇ ਅੱਲਾ ਨੂੰ ਰਾਮ ਕਹਿੰਦਾ ਸੀ ਕਬੀਰ। ਰਾਮ ਅੱਲਾ ਕੇ ਪਿੰਡ ਪ੍ਰਾਣ। ਅੱਲਾ ਰਾਮ ਇੱਕੋ ਹੀ ਹੈ।
ਥੋੜੇ ਵਾਲਾ ਜਿਹੜਾ ਰਾਮ ਹੈ ਉਹ ਹੋਰ ਹੈ ਇਹਨਾਂ ਨੂੰ। ਆ ਜਿਹੜੀ ਇਹ ਮੂਰਤੀ ਪੂਜਾ ਵਾਲਿਆਂ ਰਾਮ ਔਰ ਥੋੜੇ ਵਾਲਾ ਰਾਮ ਅੱਡ ਅੱਡ ਹੈ। ਅੱਜ ਪ੍ਰਚਾਰਿਆ ਫੇਰ ਇਹ ਜਾ ਰਿਹਾ ਸੀ ਉਹੀ ਰਾਮ। ਦੇਖੋ ਉਹ ਤਾਂ ਅਮਾਨ ਕਾਹਦਾ ਮਰ ਗਿਆ। ਉਹ ਛੋੜ ਇੱਕ ਪਾਸਾ ਛਾੜ ਰਾਮ ਕੇ ਨਾ ਭਜੇ ਖੁਦਾ ਹੈ ਵੀ ਖੁਦਾ ਰਾਮ ਨੂੰ ਛਡਾ ਰਹੇ ਨੇ। ਉਹ ਕਹਿੰਦਾ ਮੈਂ ਰਾਮ ਛੱਡਦਾ ਨਹੀਂ, ਹਰ ਗੁਣ ਗਾਊਂਗਾ। ਮਨਾ ਲਿਆ ਵੀ ਉਹੀ ਹੈ। ਤੁਸੀਂ ਰਾਮ ਦਾ ਤੁਸੀਂ ਅੱਲਾ ਦਾ ਦਰਸ਼ਨ ਕੀਤਾ ਨਹੀਂ, ਅਸੀਂ ਹਰ ਦਾ ਕਰ ਲਿਆ। ਗੁਰੂ ਨਾਨਕ ਗੁਰ ਅਰਜਨ ਪ੍ਰਤੱਖ ਹਰ। ਗੁਰ ਅਰਜਨ ਪ੍ਰਤੱਖ ਆ ਹਰ ਜਿਹੜਾ ਪ੍ਰਤੱਖ ਗੁਰੂ ਅਰਜਨ ਨੂੰ ਹੈ, ਜਿਹੜਾ ਹਰ ਕੀ ਓਟ ਹੈ, ਜਿਹਨੇ ਹਰ ਕੀ ਓਟ ਦਿੱਤੀ ਹੈ ਨਾ ਪ੍ਰਤੱਖ ਹੋ ਕੇ। ਐਵੇਂ ਗੁਰੂ ਅਰਜਨ ਨੂੰ ਹਰ ਪ੍ਰਤੱਖ ਹੈ। ਐਵੇਂ ਜਾਂ ਤਵੀ ਤੇ ਬੈਠੇ ਨੇ ਹਰ ਨਾਲ ਖੜਾ ਹੈ। ਹਰ ਪ੍ਰਗਟ ਹੋਇਆ ਖੜਾ ਹੈ, ਤਾਂ ਬੈਠੇ ਨੇ। ਜਿਵੇਂ ਉਹ ਕਹਿੰਦਾ ਸੀ ਪਿੰਡ ਪੜਿਆ ਤਾਂ ਹਰ ਗੁਣ ਗਾਊਂ, ਕਹਿੰਦਾ ਸੀ ਨਾ। ਇਵੇਂ ਗੁਰੂ ਅਰਜਨ ਕਹਿੰਦਾ ਵੀ ਤਤੀ ਤੇ ਵੀ ਕੋਈ ਗੱਲ ਨਹੀਂ, ਇੱਕੋ ਹੀ ਗੱਲ ਹੈ ਦੋਹਾਂ ਦੀ। ਪਰ ਉੱਥੇ ਕੀ ਹੈ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੂਰਮੇ ਮੋ ਜਾ ਕੇ ਬਹਿ ਗਿਆ। ਸਰੀਰ ਔਰ ਸੂਰਮੇ ਨੂੰ ਕਾਹਦਾ ਸੂਰਮਾ, ਜੇ ਸਰੀਰ ਦੀ ਉਹਨੂੰ ਇੱਛਾ ਹੈ ਬਚਾਉਣ ਦੀ, ਫਿਰ ਸੂਰਮਾ ਨਹੀਂ ਹੋ ਸਕਦਾ। ਸੂਰਮਾ ਸਰੀਰ ਦੀ ਉਹਨੂੰ ਲੋੜ ਹੀ ਨਹੀਂ ਹੈ। ਸੂਰਮਤਾਈ ਦਾ ਇਮਤਿਹਾਨ ਤਾਂ ਪਾਸ ਹੁੰਦਾ ਜੇ ਸਰੀਰ ਦੇ ਦੇਵੇ। ਸਰੀਰ ਦੀ ਫੀਸ ਲੱਗਦੀ ਹੈ ਸੂਰਮਤਾਈ ਦੇ ਸਰਟੀਫਿਕੇਟ ਵਾਸਤੇ। ਜਿਹੜਾ ਸੱਚਖੰਡ ਦਾ ਟਿਕਟ ਹੈ ਨਾ, ਉਹਦੀ ਫੀਸ ਸਾਰਾ ਸਰੀਰ ਹੈ। ਸਰੀਰ ਲੱਗਦੀ ਹੈ ਫੀਸ ਉਹਦੀ, ਹੋਰ ਕੀ ਹੈ। ਜੇ ਸਰੀਰ ਦੇਤਾ ਫੀਸ ਦੇਤੀ, ਜੇ ਪੈਸੇ ਦੇਤੇ ਟਿਕਟ ਮਿਲ ਗਈ। ਜੇ ਪੈਸੇ ਨਹੀਂ ਦਿੰਦਾ ਤੂੰ, ਸਰੀਰ ਨਹੀਂ ਦਿੰਦਾ, ਤੈਨੂੰ ਟਿਕਟ ਕਿੱਥੋਂ ਮਿਲ ਜੂ। ਹਾਂਜੀ, ਇਹਨੇ ਹਿੰਦੂ ਮੇਰਾ ਮਲਿਆ ਮਾਨ। ਇਹ ਹਿੰਦੂ ਨੇ ਕਹਿੰਦਾ ਸਾਡਾ ਹੰਕਾਰ ਤੋੜਤਾ। ਦੇਖੋ ਨਾਮਦੇਵ ਨੂੰ ਹਿੰਦੂ ਕਹਿ ਰਿਹਾ, ਉਹ ਸਿੱਖ ਨਹੀਂ ਕਹਿ ਰਿਹਾ। ਜੋ ਸਿੱਖ ਸ਼ਬਦ ਆਇਆ ਹੀ ਨਹੀਂ ਹੈ, ਉਹ ਤਾਂ ਹਿੰਦੂ ਹੈ ਕਹਿੰਦੇ, ਹਿੰਦੂਆਂ ਦੇ ਵਿੱਚੋਂ ਹੀ ਹੈ। ਹਾਂਜੀ, ਬਾਦਸ਼ਾਹ ਬੇਨਤੀ ਸੁਨੇਹੋ, ਨਾਮੇ ਸਰ ਪਰ ਸੋਨਾ ਲੇਹੋ। ਕੁਛ ਲੋਕ ਹੋਰ ਆਏ ਹਿੰਦੂ ਜਿਹੜੇ ਖੜੇ ਸੀ ਨਾ, ਦੇਖਦੀ ਸੀ ਪਬਲਿਕ। ਉਹਨਾਂ ਨੇ ਕਿਹਾ ਬਾਦਸ਼ਾਹ ਨੂੰ ਕਿਹਾ ਵੀ ਗੱਲ ਸੁਣ ਲੈ, ਹੁਣ ਤੂੰ ਇਹਨੂੰ ਛੱਡ ਦੇ। ਟੈਸਟ ਤਾਂ ਲੈਣਾ ਸੀ, ਲੈ ਲਿਆ, ਤੈਨੂੰ ਬਰਾਬਰ ਸੋਨਾ ਦੇ ਦਿੰਦੇ ਆ। ਉਹ ਆਪ ਡਰਿਆ ਖੜਾ, ਨਾਮਦੇਵ ਦੇ ਬਰਾਬਰ ਸੋਨਾ ਤੋਲ ਦਿੰਦੇ ਆ ਅਸੀਂ। ਨਾਮੇ ਸਰ ਪਰ ਸੋਨਾ ਲੇਹੋ, ਨਾਮੇ ਦੇ ਬਰਾਬਰ ਤੋਲ ਦਿੰਦੇ ਆ, ਸੋਨੇ ਨਾਲ ਤੋਲ ਦਿੰਦੇ ਆ। ਤੂੰ ਸੋਨਾ ਰਿਸ਼ਵਤ ਲੈ ਲੈ, ਇਹਨੂੰ ਛੱਡ ਦੇ। ਕਿਹਾ ਨਾ ਤੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰੀ ਨੂੰ ਕਿਹਾ ਕਿ ਸਿੱਖ ਨੇ ਵੀ ਸੋਨਾ ਦੇ ਦੇਣੇ, ਛੱਡ ਦੋ। ਕੋਈ ਆਇਆ ਹੀ ਨਹੀਂ, ਇੱਕ ਨਹੀਂ ਆਇਆ ਬੰਦਾ ਕਚਹਿਰੀ 'ਚ। ਜੇ ਸੀ ਕਿ ਬੋਲਿਆ ਨਹੀਂ ਕੋਈ। ਅੱਜ ਆਕੜੇ ਕਾਹਦੇ ਫਿਰਦੇ ਨੇ ਸਿੱਖੀ 'ਚ? ਕਿੰਨਾ ਕੁ ਚਿਰ ਹੋ ਗਿਆ? ਕਿਹੜੀ ਗੱਲ ਦੀ ਆਕੜ ਹੈ? ਉਹ ਹਿੰਦੂ ਚੰਗੇ ਸੀ ਇਹਨਾਂ ਨੂੰ, ਜਿਨ੍ਹਾਂ ਨੇ ਬਾਦਸ਼ਾਹ ਨੂੰ ਕਹਿ ਦਿੱਤਾ ਸੋਨਾ ਲੈ ਲੈ। ਲਾਹੌਰ ਨਹੀਂ ਆਇਆ ਕੋਈ ਪੰਜਵੇਂ ਪਾਤਸ਼ਾਹ ਵੇਲੇ। ਲਾਹੌਰ ਪੰਜਵੇਂ ਪਾਤਸ਼ਾਹ ਵੇਲੇ ਨਹੀਂ ਕੋਈ ਆਇਆ। ਜੇ ਆਇਆ ਤਾਂ ਉਹ ਆਈ ਉਹਦੀ ਨੂੰ ਸਾਈਂ ਮੀਆਂ ਮੀਰ ਦੀ ਪਤਾ ਨਹੀਂ ਲੜਕੀ ਸੀ। ਉਹ ਇੱਕ ਬੀਬੀ ਆਈ ਆ, ਕੋਈ ਕਹਿੰਦੇ ਨੇ, ਜਿਵੇਂ ਇਤਿਹਾਸ 'ਚ ਲਿਖਿਆ ਹੈ। ਇੱਥੇ ਕਿਉਂ ਆਇਆ? ਕੋਈ ਖੋਪੜੀਆਂ ਲਈਆਂ, ਕੋਈ ਗਿਆ। ਇਹ ਬੜੇ ਆਕਾ ਉਹ ਖੋਪੜੀਆਂ ਜਾ ਰਹੇ, ਤਾਰੂ ਸਿੰਘ ਲਈਆ, ਕੋਈ ਗਿਆ। ਪੁੱਠੀਆਂ ਖੱਲਾਂ ਲਾਈਆਂ ਨੇ, ਕਿਸੇ ਨੇ ਕਿਹਾ? ਕਿਉਂ ਨਹੀਂ ਕਿਹਾ? ਗੁਰੂ ਘਰ ਤੋਂ ਸਾਰੇ ਖਿਲਾਫ ਤੇ ਬੀਣੇ ਤੇ ਬਿਰਲਾ ਦਾ ਕੋਈ ਸਿੱਖ ਉਹਦਾ ਚਾਹੁੰਦੇ ਚੁੱਕ ਦੋ ਇਹਨਾਂ ਨੂੰ। ਉਹਨਾਂ ਨੇ ਚੁਗਲੀਆਂ ਗੱਲ ਕਰਕੇ ਚੁਗਾਏ ਨੇ, ਇਨਾਮ ਲਏ ਨੇ।
ਅੱਜ ਆਕੜੇ ਫਿਰਦੇ ਨੇ ਸੀ ਸਿੱਖਾਂ। ਸਿੱਖ ਤਾਂ ਕਦੇ ਵੀ ਨਹੀਂ ਸੀ ਇਹ। ਬਣਨਾ ਇਹਨਾਂ ਨੇ ਕੀ ਹੈ? ਗੁਰੂ ਤੋਂ ਤਾਂ ਸ਼ੁਰੂ ਦੇ ਹੀ ਖਿਲਾਫ ਨੇ, ਬਾਣੇ ਤੋਂ ਇਹ ਖਿਲਾਫ, ਬਾਣੀ ਤੋਂ ਇਹ ਖਿਲਾਫ। ਬਾਣੀ ਤੋਂ ਖਿਲਾਫ ਤਾਂ ਹੁਣ ਵੀ ਪ੍ਰਚਾਰ ਕਰੀ ਜਾਂਦੇ ਨੇ ਝੂਠ ਦਾ, ਹੁਣ ਵੀ ਕਰੀ ਜਾਂਦੇ ਨੇ। ਇਹਨਾਂ ਦਾ ਗੋਲਕ ਚਾਹੀਦੀ ਸੀ, ਰਾਜ ਚਾਹੀਦਾ ਸੀ, ਬਾਕੀ ਇਹਨਾਂ ਨੂੰ ਕੋਈ ਚਾਹੀਦਾ। ਇਹਨਾਂ ਨੇ ਖਾਲੀ ਗੁਰੂ ਤੇ ਕੀ ਲੈਣਾ? ਐ ਹਿੰਦੂ ਚੰਗੇ ਸੀ ਜਿਨ੍ਹਾਂ ਨੇ ਕਹਿ ਦਿੱਤਾ। ਹਮਦਰਦੀ ਤਾਂ ਹੈ ਅੰਦਰੋਂ, ਕਹਿੰਦੇ ਬਰਾਬਰ ਸੋਨਾ ਦੇ ਦਿੰਦੇ ਅਸੀਂ। ਇਹ ਵੀ ਬੋਲਿਆ ਕੋਈ? ਜਿੱਦਣ ਇਤਿਹਾਸ ਆ ਗਿਆ ਨਾ ਸਹੀ ਸਾਹਮਣੇ, ਉਦੋਂ ਨੂੰ ਆਪਣੀ ਔਕਾਤ ਦਾ ਪਤਾ ਲੱਗ ਜੂ। ਜਿਹੜੇ ਜ਼ਿਆਦਾ ਬਣੇ ਫਿਰਦੇ ਨੇ ਸਿੱਖ ਦੁਨੀਆ 'ਚ, ਸਿੱਖ ਥੇ ਕਾਹਦੇ ਦੱਸਣ ਦਾ ਸਹੀ। ਗੁਰੂ ਨਾਨਕ ਤੋਂ ਲੈ ਕੇ ਕੱਲ੍ਹ ਸਿੱਖ ਸੀ, ਉਹ ਸਬੂਤ ਦੇਣੇ ਸਿੱਖੀ ਦਾ। ਜਿਹੜੇ ਸਿੱਖ ਸੀ ਉਹਦਾ ਸ਼ਹੀਦ ਹੋਈ ਗਏ ਨਾਲ ਦੀ ਨਾਲ। ਇਹ ਹਜ਼ੂਰ ਸਾਹਿਬ ਚਲੇ ਗਏ, ਇਹ ਪਿੱਛੋਂ ਫਿਰ ਉਹਨਾਂ ਹਥਿਆਰ ਚੱਕੇ। ਜਿਹੜੇ ਬਾਕੀ ਸਾਰੇ ਟੋਲਿਆਂ ਦੇ ਟੋਲੇ ਗਏ, ਜਦ ਗਏ ਜਾਂ ਬੰਦਾ ਬਹਾਦਰ ਆ ਗਿਆ, ਮੀਣੇ ਨਾਲ ਹੋ ਗਏ ਇਕੱਠੇ। ਉਹਨਾਂ ਨੇ ਜਦ ਤੇ ਫਿਰ ਰਾਹ ਵੀ ਬਦਲ ਲਿਆ। ਜਦ ਤੇ ਰਾਜ ਕਰੇਗਾ ਖਾਲਸਾ ਵੀ ਆ ਗਿਆ, ਜਦ ਤੇ ਗੁਰਦੁਆਰੇ ਵੀ ਬਣਾਏ, ਜਦ ਤੇ ਗੋਲਕਾਂ ਵੀ ਹੈ, ਜਦ ਤੇ ਹੀ ਪੱਟੀ ਮੇਸ ਹੋਈ ਹੈ ਸਭ ਕਾਸੇ ਦੀ ਜੇ ਨਾਲ ਉਡਾ ਲੈ। ਹੁਣ ਫੇਰ ਸ਼ਾਂਤੀ ਕਰ ਦੇਣੀ ਹੈ ਬਸ। ਅਨੰਦਪੁਰ ਸਾਹਿਬ ਵਾਲੀ ਤਲਵਾਰ ਫਿਰ ਰੱਖਤੀ, ਜਿਹਨੇ ਸਿਰ ਦੇਣਾ ਆ ਜਾਓ, ਨਹੀਂ ਜਾਓ ਛੁੱਟੀ, ਕੋਈ ਲੋੜ ਨਹੀਂ। ਇਹੋ ਜਿਹੀ ਸਿੱਖੀ ਦੀ ਲੋੜ ਨਹੀਂ ਹੈ ਜਿਹੀ ਤੁਸੀਂ ਲਈ ਫਿਰਦੇ ਹੋ। ਜਿਹੀ ਜਿਹੀ ਸਿੱਖੀ ਦਰਗਾਹ ਚਾਹੀਦੀ ਹੈ, ਵਰਡ ਨੂੰ ਜਿਹੜੀ ਸਿੱਖੀ ਸੰਸਾਰ ਨੂੰ ਚਾਹੀਦੀ ਹੈ, ਉਹ ਸਿੱਖੀ ਦੀ ਲੋੜ ਹੈ। ਜਿਹਨੂੰ ਸੰਸਾਰ ਕਹੇ ਸਿੱਖੀ ਹੈ, ਉਹ ਸਿੱਖੀ ਦੀ ਲੋੜ ਹੈ। ਸੰਸਾਰ ਤੁਹਾਡੀ ਸਿੱਖੀ ਨੂੰ ਮੰਨਦਾ ਹੀ ਨਹੀਂ ਹੈ। ਸੰਸਾਰ ਮੰਨੇ, ਇਮਾਨਦਾਰ ਆਦਮੀ ਮੰਨੇ, ਕੋਰਟਾਂ ਕਚਹਿਰੀਆਂ ਮੰਨਣ, ਇੰਟੈਲੀਜੈਂਟ ਬੰਦੇ ਮੰਨਣ, ਇਮਾਨਦਾਰ ਆਦਮੀ ਮੰਨਣ ਵੀ ਹਾਂ ਇਹ ਸਿੱਖੀ ਹੈ। ਉਹ ਜਿਹੀ ਸਿੱਖੀ ਦੀ ਲੋੜ ਹੈ ਸਾਨੂੰ, ਬਾਕੀ ਲੋੜ ਨਹੀਂ ਹੈ। ਗਿਣਤੀ ਦੀ ਕੋਈ ਲੋੜ ਨਹੀਂ, ਕੁਆਂਟਿਟੀ ਦੀ ਲੋੜ ਨਹੀਂ, ਕੁਆਲਿਟੀ ਦੀ ਲੋੜ ਹੈ। ਸਿੱਖੀ ਕੁਆਲਿਟੀ ਦਾ ਨਾਮ ਹੈ, ਕੁਆਂਟਿਟੀ ਦਾ ਨਾਮ ਹੈ ਹੀ ਨਹੀਂ। ਕੁਆਂਟਿਟੀ ਹਿੰਦੂਆਂ ਦੀ, ਕੁਆਲਿਟੀ ਸਿੱਖਾਂ ਦੀ। ਸਿੱਖ ਤਾਂ ਕੁਆਲਿਟੀ ਦਾ ਨਾਮ ਹੈ, ਕੁਆਂਟਿਟੀ ਦਾ ਨਾਮ ਤਾਂ ਹੈ ਨਹੀਂ। ਇਹ ਤਾਂ ਭੀੜ ਇਕੱਠੀ ਕਰ ਲਓ, ਅੰਨਿਆਂ ਦੀ ਡਿਕਲੇਅਰ ਹੋ ਗਿਆ ਜੀ ਮਹਾਂਪੁਰਖ ਹੈ ਜੀ, ਇਹ ਬ੍ਰਹਮ ਗਿਆਨੀ ਹੈ ਜੀ, ਇਹ ਜੀ ਲੀਡਰ ਹੈ, ਇਹ ਜੀ ਫਲਾਨਾ। ਕੁਆਂਟਿਟੀ ਦੀ ਲੋੜ ਹੈ ਇੱਥੇ, ਕੁਆਲਿਟੀ ਕਿਸੇ 'ਚ ਵੀ ਨਹੀਂ ਹੈ। ਗੱਲ ਕੁਆਲਿਟੀ ਦੀ ਹੈ, ਕੁਆਂਟਿਟੀ ਦੀ ਗੱਲ ਹੀ ਨਹੀਂ ਹੈ। ਗੁਰਬਾਣੀ ਦੇ ਵਿੱਚ ਕੁਆਲਿਟੀ ਦੱਸੀ ਹੋਈ ਹੈ। ਗੁਰਬਾਣੀ ਸਾਡੇ ਕੋਲ ਹੈ, ਕੁਆਲਿਟੀ ਪਰਖਣ ਵਾਲੀ ਚੀਜ਼ ਗੁਰਬਾਣੀ ਹੈ। ਆਦਮੀ ਦਾ ਕਿਸੇ ਦਾ ਫੈਸਲਾ ਨਹੀਂ ਹੈ, ਗੁਰਬਾਣੀ ਆਪੇ ਪਰਖ ਲੂਗੀ। ਕਸਵੱਟੀ ਹੈ ਸਾਡੇ ਕੋਲ, ਇਹ ਰਾਮ ਕਸਵੱਟੀ ਹੈ। ਸੋਨਾ ਕਸਵੱਟੀ ਦੇ ਲਾ ਕੇ ਪਰਖਿਆ ਜਾਂਦਾ, ਖਰਾ ਖੋਟਾ। ਜਾਂ ਸੁਨਿਆਰ ਕੋ ਜਾਂਦਾ ਨਾ, ਕਸਵੱਟੀ ਦੇ ਲਾ ਕੇ ਦੇਖਦਾ। ਹਾਂਜੀ, ਮਾਲ ਲਿਉਂ ਤੋ ਦੋਜਕ ਪਰੂੰ। ਆ ਦੇਖੋ ਕੀ ਕਹਿ ਰਿਹਾ, ਦੁਨੀਆ ਕੋ ਭਰੂੰ। ਕਹਿੰਦਾ ਜੇ ਮੈਂ ਰਿਸ਼ਵਤ ਲੈ ਲਈ ਇਹਨਾਂ ਨੂੰ, ਅੱਜ ਵਾਲਿਆਂ ਨੂੰ ਚੰਗਾ ਸੀ। ਰਾਜਾ ਮੁਸਲਮਾਨ ਵੀ ਚੰਗਾ ਸੀ ਇਹਨਾਂ ਲੋਕਾਂ ਨੂੰ, ਅਫਸਰਾਂ ਨੂੰ। ਮਾਲ ਲਿਉਂ ਤੋ ਦੋਜਕ ਪਰੂੰ। ਇਹਨਾਂ ਦੇ ਹੁੰਦਾ ਮੰਦਰ 'ਚ ਤਾਂ ਕਹਿੰਦੇ ਰੱਖਦੇ ਪੈਸੇ, ਹੁਣ ਛੱਡ ਦਿੰਦੇ। ਉਹ ਕਹਿੰਦਾ ਜੇ ਮੈਂ ਲੈ ਲਿਆ ਨਾ, ਰਿਸ਼ਵਤ ਲੈ ਕੇ ਛੱਡਿਆ, ਗੱਲ ਦੀਨ ਦੀ ਲੜਾਈ ਹੈ, ਦੁਨੀ ਦੀ ਲੜਾਈ ਨਹੀਂ। ਦੁਨੀ ਦੀ ਲੜਾਈ ਹੁੰਦੀ, ਬਗਾਵਤ ਸੰਸਾਰੀ ਹੁੰਦੀ, ਮੈਂ ਪੈਸੇ ਲੈ ਕੇ ਸੁਲ੍ਹਾ ਕਰ ਲੈਂਦਾ। ਲੜਾਈ ਦੀਨ ਦੀ ਹੈ, ਇਸਲਾਮ ਦੇ ਔਰ ਹਿੰਦੂ ਔਰ ਇਸਲਾਮ ਦੀ ਲੜਾਈ ਹੈ। दीन छोड़ दुनिया को भरूं। जे मैं माल ले लिया मैं दोज के जाना, नरकां जाना। मैं दीन छोड़ दुनिया को भरूं। मैं दीन सच नूं छड्ड के, दीन नूं छड्ड के दुनिया दी दुनियावी दौलत ले ला, मैं कित्थे भरूंगा जाके? मैं कित्थे भरूं? ये कित्थे भरनगे जिहड़े इकट्ठे करदे ने पैसे? दीन दे नाम ते पैसे हुंदे ने इकट्ठे करके, जिन्ने भी करते ने सिक्खी दे नाम ते खाई जाते ने। कित्थे भरनगे? अपने अंदर झाक के देखण हुण की कह रही है गुरबाणी। अगे भी होईयां ने गल्लां। वो मुसलमान चंगे ने, तुहाडे नालों चंगे सी जिन्हें ये गल कहती मैं पैसे नहीं ले सकदा।
ਹਾਂਜੀ ਪਾਵੋਂ ਬੇੜੀ ਹੱਥੋਂ ਤਾਲ ਨਾਮਾ ਗਾਵੇ ਗੁਣ ਗੋਪਾਲ। ਪੈਰਾਂ 'ਚ ਬੇੜੀ ਪਾਈ ਹੋਈ ਹੈ, ਹੱਥੋਂ ਤਾਲ ਪਰ ਹੱਥਾਂ 'ਚ ਬੇੜੀ ਨਹੀਂ, ਪੈਰਾਂ 'ਚ ਪਾਈ, ਭੱਜਣ ਦੇ ਪਾਈ ਸੀ। ਹੱਥਾਂ 'ਚ ਕਿਹੜਾ ਉਹਦੇ ਕੋਲ ਤਲਵਾਰ ਸੀ ਜਾਂ ਬੰਦੂਕ ਸੀ ਚਲਾ ਦਿੰਦਾ। ਹੱਥਾਂ ਨਾਲ ਉਹ ਤਾਲ ਵਜਾਉਣ ਲੱਗ ਗਿਆ। ਜਦ ਦੇਖ ਲਿਆ ਨਾ ਵੀ ਚੋਟ ਜੋ ਇਹਨਾਂ ਨੇ ਜ਼ੋਰ ਲਾਉਣ ਦਾ ਲਾ ਲਿਆ, ਵੀ ਮੇਰਾ ਨਹੀਂ ਕੋਈ ਵਿਗੜਦਾ, ਨਾਮਾ ਫਿਰ ਉਹ ਭਜਨ ਗਾਉਣ ਲੱਗ ਗਿਆ, ਤਾੜੀ ਵਜਾ ਕੇ, ਹੱਥ ਨਾਲੇ ਤਾਲ ਵਜਾ ਗੁਣ ਕੇ ਗੋਪਾਲ। ਗੋਪਾਲ ਦੇ ਗੁਣ ਗਾਉਣ ਲੱਗ ਗਿਆ। ਉਹ ਆਪਣੀ ਆਰਤੀ ਕਰਨ ਲੱਗ ਗਿਆ। ਕੋਈ ਨਾਮਾ ਗਾਵੇ ਗੁਣ ਗੋਪਾਲ। ਗੋਪਾਲ ਖੁੱਲ੍ਹ ਕੇ ਗਾਉਣ ਲੱਗ ਗਿਆ। ਕਹਿੰਦਾ ਲੈ ਹੁਣ ਮੈਂ ਪਹਿਲਾਂ ਤਾਂ ਲਿਹਾਜ਼ ਰੱਖਦਾ ਤਾਂ ਹੁਣ ਤੁਸੀਂ ਲਾ ਲਓ ਜਿਹੜਾ ਜ਼ੋਰ ਲਾਉਣਾ। ਹੁਣ ਆਪਾਂ ਨੰਗੇ ਹੀ ਹੋ ਗਏ ਜਾਂ ਮੈਦਾਨ 'ਚ ਆ ਗਏ ਜਾਂ ਤੁਸੀਂ ਵਾਰ ਹੀ ਕਰਤਾ। ਹੁਣ ਮੇਰਾ ਵਾਰ ਇਹ ਹੈ, ਮੈਂ ਗੁਣ ਗਾਉਣਾ, ਤੁਸੀਂ ਮੈਨੂੰ ਹਟਾਉਣਾ। ਮੈਂ ਤੁਹਾਡੇ ਸਾਹਮਣੇ ਗਾਉਣਾ, ਤੁਸੀਂ ਹਟਾ ਕੇ ਦਿਖਾਓ। ਪਹਿਲਾਂ ਕਹਿ ਦਿੱਤਾ ਨਾ, ਜੇ ਮੇਰਾ ਸਰੀਰ ਪੁਰਜੇ ਪੁਰਜੇ ਹੋ ਕੇ ਗਰਜਵੇ ਤਾਂ ਵੀ ਮੈਂ ਗੁਣ ਗਾਉਣ ਤੇ ਨਹੀਂ ਹਟਣਾ। ਹੁਣ ਗਾਉਣੇ ਲੱਗ ਗਿਆ। ਹਾਂਜੀ ਗੰਗ ਜਮੁਨ ਜੋ ਉਲਟੀ ਬਹਿ ਤੋ ਨਾਮਾ ਹਰ ਕਰਤਾ ਰਹਿ। ਗੰਗ ਜਮਨ ਜੋ ਉਲਟੀ ਬਹਿ। ਗੰਗ ਜਮਨ ਕੀ ਹੈ? ਆ ਗੰਗਾ ਜਮਨ ਇਹ ਨਹੀਂ ਹੈ। ਕ੍ਰਿਸ਼ਨ ਨੂੰ ਮੰਨਣ ਵਾਲੇ ਜਿਹੜੇ ਨੇ ਉਹ ਜਮਨਾ ਦੇ ਪੁਜਾਰੀ ਨੇ। ਜਿਹੜੇ ਕ੍ਰਿਸ਼ਨ ਨੂੰ ਭਗਵਾਨ ਮੰਨਦੇ ਨੇ ਨਾ, ਉਹ ਜਮਨਾ ਹੈ। ਕ੍ਰਿਸ਼ਨ ਜਮਨਾ ਦੀ ਵਿਚਾਰਧਾਰਾ ਹੈ, ਜਮ ਦੇ ਮਾਰਗ ਵਾਲੀ ਵਿਚਾਰਧਾਰਾ। ਗੰਗਾ ਜਿਹੜੀ ਹੈ ਥੋੜੀ ਜਿਹੀ ਗਿਆਨ ਦੀ ਵਿਚਾਰਧਾਰਾ, ਅੰਤਰਾਤਮਾ ਦੀ ਆਵਾਜ਼। ਔਰ ਜਿਹੜੀ ਆਪਣੀ ਹੁਕਮ ਕੀਏ ਮਨ ਭਾਵਦੇ, ਗੁਰ ਕਾ ਪਾਣਾ ਔਰ ਆਪਣਾ ਪਾਣਾ, ਜੇ ਦੋ ਹੀ ਬਦਲ ਜਾਣ, ਉਲਟੇ ਹੋ ਜਾਣ, ਤਾਂ ਵੀ ਮੇਰੇ ਵਿਰੋਧੀ ਹੋ ਜਾਣੋ। ਕਹਿੰਦਾ ਉਲਟੇ ਦਾ ਮੇਰੇ ਵਿਰੋਧ 'ਚ ਹੋ ਜਾਣ ਖੜੇ। ਜੇ ਚਿੱਤਨ ਮਨ ਇਕੱਠੇ ਹੋ ਕੇ ਵੀ ਮੇਰਾ ਵਿਰੋਧ 'ਚ ਖੜੇ ਹੋ ਜਾਣ, ਇੱਕ ਮਨ ਇੱਕ ਚਿੱਤ ਹੋ ਕੇ ਵੀ ਵਿਰੋਧ 'ਚ ਖੜੀ ਹੋ ਜਾ ਦੁਨੀਆ ਮੇਰੇ, ਤੋ ਨਾਮਾ ਹਰ ਗੁਣ ਹਰ ਤਾਂ ਵੀ ਮੈਂ ਹਰ ਗੁਣ ਵਿੱਚ ਰੁਕਾਂ। ਮੈਂ ਹਰ ਹਰ ਕਰਦਾ ਰਹੂੰਗਾ, ਮੈਂ ਨਹੀਂ ਹਟਦਾ। ਇੱਕ ਮਨ ਇੱਕ ਚਿੱਤ ਹੋ ਕੇ ਸਾਰੀ ਦੁਨੀਆ ਮੇਰਾ ਵਿਰੋਧ ਕਰ ਦੇਵੇ ਤਾਂ ਵੀ ਨਹੀਂ ਮੈਂ ਹਟਦਾ। ਉਹਨਾਂ ਦਾ ਵੀ ਸਟੈਂਡ ਪੱਕਾ ਹੋਵੇ, ਕਿਉਂਕਿ ਗੰਗ ਜਮਨ ਜਾਂ ਉਲਟੀ ਹੁੰਦੀ ਹੈ ਨਾ, ਉਲਟਾ ਤਾਂ ਮਤਲਬ ਵਿਰੋਧ ਕਰਦੀ ਆ, ਵਿਰੋਧ ਕਰਦੀ ਹੈ ਨਾ ਸੱਚ ਦਾ। ਇੱਕ ਮਨ ਇੱਕ ਚਿੱਤ ਹੋ ਕੇ ਜੋ ਵਿਰੋਧ ਕਰੇ ਮੇਰਾ, ਤਾਂ ਵੀ ਹਰ ਗੁਣ ਦਾ ਉਚਾਰਨ ਮੈਂ ਨਹੀਂ ਬੰਦ ਕਰਨਾ। ਹੁਣ ਸਾਤ ਘੜੀ ਜਬ ਬੀਤੀ ਸੁਣੀ ਅਜ ਹੁਣ ਆਇਓ ਤੇਰੇ ਭਵਨ ਧਣੀ। ਪਰ ਉਹਨੇ ਉਹਨਾਂ ਦੀ ਤਸੱਲੀ ਕਰਾਉਣ ਵਾਲੀ ਕੋਈ ਗੱਲ ਨਹੀਂ ਕੀਤੀ, ਹਰ ਗੁਣ ਉਚਾਰਨ ਵਾਲੀ ਗੱਲ ਕਰਦੀ। ਸੱਤ ਘੜੀ ਤੱਕ ਹਰ ਗੁਣ ਗਾਉਂਦਾ ਰਿਹਾ। ਸਾਤ ਘੜੀ ਜਬ ਬੀਤੀ ਸੁਣੀ, ਘੰਟੇ ਵੱਜਦੇ ਤੇ ਨਾ ਉੱਥੇ, ਹਰ ਘੜੀ ਮਗਰੋਂ ਇੱਕ ਦਰਬਾਰਾਂ 'ਚ ਅੱਗੇ ਘੰਟੀਆਂ ਵੱਜਦੀਆਂ ਹੁੰਦੀਆਂ ਨੇ, ਕਿਉਂ ਡਿਊਟੀਆਂ ਬਦਲਦੀਆਂ ਹੁੰਦੀਆਂ ਨੇ। ਡਿਊਟੀਆਂ ਬਦਲਦੀਆਂ ਨੇ ਉੱਥੇ, ਜਿਵੇਂ ਪੀੜ ਬਦਲਦੇ ਨੇ, ਘੰਟੀ ਵੱਜੇ ਤੇ ਹੋਰ ਉੱਥੇ ਕਿਹੜਾ ਘੜੀਆਂ ਸੀ। ਹਰ ਘੜੀ ਦੇ ਬਾਅਦ ਉਹ ਘੜਿਆਲ ਵਜਾਉਂਦੇ ਸੀ, ਉਹ ਨੌਕਰੀਆਂ ਕਰਦੇ ਸੀ ਲੋਕ, ਡਿਊਟੀਆਂ ਬਦਲਦੀਆਂ ਸੀ। ਐਵੇਂ ਲੋਕਾਂ ਨੂੰ ਪਤਾ ਲੱਗਦਾ ਸੀ ਟਾਈਮ ਦਾ। ਉਹ ਟਾਈਮ ਦਾ ਕਿਹੜਾ ਪਤਾ ਲੱਗਦਾ ਸੀ। ਅਜ ਹੁਣ ਆਇਓ ਤੇਰੇ ਭਵਨ ਧਣੀ। ਸੱਤ ਘੜੀ ਤੱਕ ਉਹਨੂੰ ਸਮਝ ਨਹੀਂ ਆਈ ਵੀ ਮੈਂ ਗੱਲ ਨੂੰ ਸਮਝਾਵਾਂ ਕਿਵੇਂ। ਉਹ ਕਹਿੰਦਾ ਸਾਡੀ ਤਸੱਲੀ ਕਰਾ ਦੇ, ਤੂੰ ਕੀ ਕਹਿਣਾ ਚਾਹੁੰਦਾ। ਰਿਲੀਜ਼ ਨਹੀਂ ਕੀਤਾ ਅਜੇ, ਛੱਡਿਆ ਨਹੀਂ ਹੈ। ਕਹਿੰਦੇ ਤਸੱਲੀ ਕਰਾ, ਫਿਰ ਤੂੰ ਕੀ ਕਹਿਣਾ ਚਾਹੁੰਦਾ। ਜੇ ਤੂੰ ਕਹੇ ਵੀ ਮੈਂ ਜਿਵੇਂ ਤੂੰ ਕਹੇ ਜਿਉਂਦੀ ਕਰਾਉਣਾ, ਉਹ ਗੱਲ ਦੀ ਤਸੱਲੀ ਕਰਾ। ਕਿਵੇਂ ਕਿਹਾ ਤਾ, ਕਿਸ ਤੇਰਾ ਕੀ ਬੇਸ ਹੈ। ਜਿਹੜੀ ਗੱਲ ਰਾਜ ਨੂੰ ਪਹਿਲਾਂ ਕਹਿਣੀ ਚਾਹੀਦੀ ਸੀ ਉਹ ਹੁਣ ਕਹਿਣ ਲੱਗੇ। ਜਿਹੜੀ ਪਹਿਲਾਂ ਕਹਿਣੀ ਚਾਹੀਦੀ ਤੇ ਉਹ ਪਿੱਛੋਂ ਕਹਿੰਦਾ ਹੁਣ ਵੀ ਭਾਈ ਜਿਹੜਾ ਤੇਰਾ ਭਾਵ ਸੀ ਗੱਲ ਕਹਿਣ ਦਾ, ਉਹ ਸਮਝਾ ਦੇ ਮੈਨੂੰ। ਉਹ ਪਹਿਲਾਂ ਹੀ ਪੁੱਛ ਲੈਂਦਾ ਤੂੰ, ਕਿ ਉਦੋਂ ਹੰਕਾਰ ਚੜ ਗਿਆ ਨਾ
ਹੰਕਾਰ ਨੇ ਮੱਤ ਮਾਰਤੀ ਰਾਜੇ ਦੀ। ਹੁਣ ਦਿਮਾਗ ਠਿਕਾਣੇ ਆ ਗਿਆ, ਭੈ ਭੀਤ ਹੋ ਗਿਆ, ਡਰ ਗਿਆ ਵੀ ਅੱਲਾ ਤਾਂ ਇਹਦੇ ਨਾਲ ਖੜਾ। ਜਦ ਦੇਖ ਲਿਆ ਅੱਲਾ ਉਹਦੇ ਨਾਲ ਖੜਾ, ਫਿਰ ਹਵਾ ਨਿਕਲ ਗਈ। ਰਾਜੇ ਦੀ ਗੁਬਾਰਾ ਸੀ ਨਾ ਜਿਹੜਾ ਹਵਾ ਭਰੀ ਹੋਈ ਹੰਕਾਰ ਦਾ, ਸਾਰੇ ਲੀਕ ਹੋ ਗਏ। ਪਾਖੰਤਨ ਬਾਜ ਬਜਾਇਲਾ ਗਰੁੜ ਚੜੇ ਗੋਬਿੰਦ ਆਇਲਾ। ਜਿਵੇਂ ਕੋਈ ਖੰਭਾਂ ਦੇ ਨਾਲ ਉੜ ਕੇ ਚੀਜ਼ ਆਉਂਦੀ ਹੈ ਨਾ, ਉਹਦੀ ਹਵਾ ਪਤਾ ਲੱਗਦਾ ਹੈ। ਕੋਈ ਆਕਾਸ਼ ਦੇ ਵਿੱਚ ਹੀ ਆਉਂਦਾ ਨਾ ਜਾਨਵਰ, ਉਹਦੀ ਸੂੰ ਦੇ ਕੇ ਪੈਦਾ ਹੁੰਦੀ ਹੈ ਗੱਲ, ਆਵਾਜ਼ ਆਉਂਦੀ ਹੈ ਨਾ। ਪਾਖੰਤਨ ਬਾਜ ਬਜਾਇਲਾ, ਆਹੋ ਬਾਜ ਜਦ ਉੜਦਾ ਉਹਦੀ ਹਵਾ ਦੇ ਵਿੱਚ ਆਵਾਜ਼ ਤਾਂ ਆਉਂਦੀ ਹੈ ਨਾ। ਇਹੋ ਜਿਹੀ ਆਵਾਜ਼ ਉਹਦੇ ਅੰਦਰੋਂ ਪੈਦਾ ਹੋਈ ਹੈ ਨਾਮਦੇਵ ਦੇ। ਗਰੁੜ ਚੜੇ ਗੋਬਿੰਦ ਆਇਲਾ। ਬਸ ਉਹ ਜਿਹੜਾ ਗਿਆਨ ਸੀ ਪਹਿਲਾਂ ਉਹਦੇ ਕੋਲ, ਜਿਹਦਾ ਵਿਚਾਰ ਕਰਦਾ ਸੀ, ਉੱਥੋਂ ਹੀ ਉਹਨੂੰ ਫੁਰਨਾ ਆ ਗਿਆ। ਫੁਰਿਆ ਹੀ ਗੱਲ ਵੀ ਮੈਂ ਇਹਨੂੰ ਕਿਵੇਂ ਸਮਝਾਵਾਂ। ਸਮਝ ਆ ਗਈ ਉਹਨੂੰ, ਸਮਝ ਆਈ ਹੈ ਉਹਨੂੰ ਵੀ ਮੈਂ ਕਿੱਥੋਂ ਸ਼ੁਰੂ ਕਰਾਂ ਗੱਲ, ਕਿਵੇਂ ਸਮਝਾਵਾਂ। ਰਾਜੇ ਨੂੰ ਕਿਵੇਂ ਮੈਂ ਬਿਆਨ ਕਰਾਂ, ਬਿਆਨ ਕਰਨ ਦਾ ਨਹੀਂ ਸੀ ਆਉਂਦਾ ਢੰਗ। ਕਿਹੜੇ ਢੰਗ ਨਾਲ ਇਹਦੇ ਮੈਂ ਖਾਨੇ 'ਚ ਗੱਲ ਬਿਠਾ ਲਾਂ। ਜਾਣਦਾ ਸੀ, ਬਿਆਨ ਕਰਨ ਦਾ ਤਰੀਕਾ ਨਹੀਂ ਸੀ ਕੋਲ। ਮੌਕੇ ਅਨੁਸਾਰ ਆਪਣੇ ਭਗਤ ਪਰ ਕੀ ਪ੍ਰਤਪਾਲ ਗਰੜ ਚੜੇ ਆਏ ਗੋਪਾਲ। ਆਪਣੇ ਭਗਤ ਦੀ ਰੱਖਿਆ ਵਾਸਤੇ, ਆਪਣੇ ਭਗਤ ਕੀ ਪ੍ਰਤਪਾਲ ਰੱਖਿਆ ਵਾਸਤੇ ਗਰੜ ਚੜੇ ਆਏ ਗੋਪਾਲ। ਬਸ ਉਹ ਫੁਰਨਾ ਆ ਗਿਆ। ਰਿੱਧ ਸਿੱਧ ਜਾ ਕੋ ਫੁਰੀ, ਨਾਮ ਫੁਰਿਆ ਸੋਈ ਨਾਮ ਅਛਾਇ ਭਗਤਾ ਭਵ ਤਾਰਨ, ਅਮਰਦਾਸ ਗੁਰ ਕੋ ਫੁਰਿਆ। ਉਹ ਜਿਹੜਾ ਫੁਰਿਆ ਸੀ ਨਾ ਫੁਰਨਾ, ਉਹ ਨਾਮਦੇਵ ਨੂੰ ਆਇਆ। ਗਿਆਨ ਗਰੜ ਮੁਖ ਪਾਇਆ, ਗਿਆਨ ਦਾ ਫੁਰਨਾ ਆਇਆ। ਹਾਂ, ਕਹੇ ਤਾਂ ਧਰਨ ਇਕੋਡੀ। ਐਸ ਗਰੜ ਚੜੇ ਆਏ ਗੋਪਾਲ ਨੂੰ ਗਰੜ ਬਣਾ ਲਿਆ। ਹੁਣ ਇੱਥੇ ਗਰੜ ਦੀ ਲਫ਼ਜ਼ ਦੀ ਵਿਆਖਿਆ ਨਹੀਂ ਸੀ ਹੋਈ। ਭੱਟਾ ਨੇ ਵੀ ਗਰੜ ਵਰਤ ਲਿਆ ਉੱਥੇ ਲਫ਼ਜ਼, ਤੇ ਫਿਰ ਇਹਦੀ ਵਿਆਖਿਆ ਕਰਨੀ ਪਈ ਗਰੜ ਲਫ਼ਜ਼ ਦੀ। ਗੁਰ ਗਿਆਨ ਗਰੜ ਮੁਖ ਪਾਇਆ, ਮੁਖ ਦੇ ਵਿੱਚ ਪਾਇਆ ਗਿਆਨ ਵੀ ਐਂ ਬੋਲ ਕੇ ਦੱਸ। ਗੁਰ ਗਿਆਨ ਗਰੜ ਮੁਖ ਪਾਇਆ, ਗੁਰ ਦੇ ਮੁਖ 'ਚ ਗਿਆਨ ਰੂਪੀ ਗਰੜ ਪਾਤਾ ਵੀ ਆਹ ਸਮਝਾ ਇਹਨਾਂ ਨੂੰ, ਐਂ ਬੋਲ ਤਾਂ ਇਹਨਾਂ ਦੇ ਖਾਨੇ 'ਚ ਬੈਠੂ ਗੱਲ। ਗਰੜ ਗਿਆਨ ਨੂੰ ਕਿਹਾ ਹੋਇਆ, ਗੁਰਮਤਿ ਦਾ ਗਿਆਨ ਹੈ ਗਰੜ ਹੈ। ਜਿਹੜਾ ਮਨ ਹੈ ਨਾ, ਮਨ ਨੂੰ ਕਾਬੂ ਕਰ ਲੈਂਦਾ, ਉਹ ਮਨ ਨੂੰ ਹੰਕਾਰ ਚੜਿਆ, ਉਹਨੂੰ ਕਾਬੂ ਕਰਨਾ ਮਨਾਂ ਨੂੰ। ਮਨ ਖੜੇ ਨੇ ਵਿਰੋਧ 'ਚ, ਸਾਰੇ ਹੀ ਕਾਬੂ ਕਰਨੇ ਨੇ। ਜਾਂ ਗਰੜ ਆਉਂਦਾ ਤਾਂ ਸਭ ਕਰਨੇ ਹੀ ਹੋਣ, ਸਾਰੇ ਹੀ ਭੱਜ ਲੈਂਦੇ ਨੇ ਵੀ ਖਬਰ ਕਿਹਦੀ ਮੌਤ ਆ ਗਈ। ਜਿਵੇਂ ਸ਼ੇਰ ਆਉਂਦਾ ਬੱਗ ਤੇ ਪੈ ਜਾਂਦਾ ਨਾ, ਸੱਪਾਂ ਦੇ ਬੱਗ ਤੇ ਕੱਲਾ ਗਰੜ ਪੈ ਜਾਂਦਾ, ਸਾਰੇ ਭੱਜਦੇ ਨੇ, ਆਪਣਾ ਆਪਣਾ ਬਚਾਅ ਕਰਦੇ ਨੇ। ਕਹੇ ਤਾਂ ਧਰਨ ਇਕੋਡੀ ਕਰੂੰ, ਕਹੇ ਤਾਂ ਲੈ ਕਰ ਉੱਪਰ ਧਰੂੰ। ਕਹੇ ਤਾਂ ਤਰਨੇ ਕੋਡੀ ਕਰੂੰ, ਦੱਸਿਆ ਤਾਂ ਇਹਨਾਂ ਦੀ ਮੈਂ ਬੁੱਧੀ ਨੂੰ ਪਲਟ ਦਿੰਦਾ। ਛੱਡ ਕੇ ਬੁੱਧੀ ਉਹ ਪਲਟਣੀ, ਬੁੱਧੀ ਪਲਟ ਦਿੰਦਾ ਇਹਨਾਂ ਦੀ। ਕਹੇ ਤਾਂ ਲੈ ਕਰ ਉੱਪਰ ਧਰੂੰ। ਚਾਹੇ ਇਹਨਾਂ ਦੀ ਬੁੱਧੀ ਜਿਹੜੀ ਹੈਗੀ ਹੈ, ਜਾਂ ਤਾਂ ਇਹਨਾਂ ਦੀ ਮੱਤੇ ਮਾਰਨੀ, ਇਹਦਾ ਮੱਤ ਮਾਰ ਦਿੰਦੇ ਆਪਾਂ। ਜੇ ਕਿਸੇ ਨੂੰ ਭਰਮ ਹੋਰ ਪੈਦਾ ਉਲਝੇ ਨੂੰ ਜ਼ਿਆਦਾ ਉਲਝਾਉਣਾ ਇੱਕ ਤਾਂ ਹੁੰਦਾ, ਇੱਕ ਉਲਝੇ ਨੂੰ ਗਿਆਨ ਦੇਣਾ ਹੁੰਦਾ। ਜੇ ਤਾਂ ਉਲਝੇ ਨੂੰ ਹੋਰ ਉਲਝਾਉਣਾ, ਫਿਰ ਤਾਂ ਕੋਡੀ ਕਰ ਦਿਓ, ਧਰ ਉਹਨਾਂ ਦੀ ਪੁੱਠੀ ਮੱਤ ਕਰ ਦਿਓ, ਡਰਾਏ ਨਾ ਦਿਓ ਉਹਨਾਂ ਨੂੰ, ਭੱਬੜ ਭੂਸੇ 'ਚ ਪਾ ਦਿਓ, ਸਮਝੇ ਨਾ ਸਕਣ। ਜਾਂ ਫਿਰ ਜਿਹੜਾ ਇਹਨਾਂ ਦਾ ਗਿਆਨ ਹੈ, ਉਹਦੇ 'ਤੇ ਹੋਰ ਗਿਆਨ ਰੱਖ ਦਈਏ। ਜਿੰਨੀ ਕਿ ਇਹਨਾਂ ਕੋਲ ਬੁੱਧ ਹੈ, ਜਿੰਨੀ ਕਿ ਇਹਨਾਂ ਉਹ ਅਕਲ ਹੈ, ਉਹ 'ਤੇ ਹੋਰ ਅਕਲ ਦਾ ਰੰਗ ਚਾੜ ਕੇ ਇਹਨਾਂ ਨੂੰ ਕਲੀਅਰ ਕਰ ਦਈਏ ਗੱਲ। ਦੱਸ ਕਿਵੇਂ ਚਾਹੁੰਦਾ ਤੂੰ, ਨਾਮਦੇਵ ਨੂੰ ਕਿਹਾ। ਇਹ ਗੋਪਾਲ ਵੱਲੋਂ ਬੋਲਿਆ ਜਾ ਰਿਹਾ। ਹਾਂ, ਗੋਪਾਲ ਬੋਲਿਆ ਜਾ ਰਿਹਾ। ਜਾਂ ਤਾਂ ਇਹਨਾਂ ਦੀ ਵੈਸੇ ਹੀ ਮੱਤ ਮਾਰਦੀ ਹੈ, ਪਰ ਡਰੇ ਉਹਦਾ ਹੈ ਹੀ। ਇਹ ਤਾਂ ਹੁਣ ਬਹਾਨਾ ਭਾਲਦੇ ਨੇ ਛੱਡਣ ਦਾ, ਖਹਿੜਾ ਛਡਾਉਂਦੇ ਨੇ ਆਪਣਾ। ਕਹੇ ਤਾਂ ਉਹ ਜਿਵੇਂ ਉਹ ਆਪਾਂ ਨੂੰ ਕਹਿੰਦੇ ਸੀ ਨਾ, ਉਹ ਵੀ ਚਲੋ ਜੀ ਕੁਛ ਵੀ ਨਹੀਂ ਗੱਲ, ਤੁਸੀਂ ਕਹਿ ਦਿਓ ਮੈਂ ਕਾਹਨੂੰ ਐਂ ਕਿਹਾ, ਮੈਂ ਤਾਂ ਕਿਹਾ ਹੀ ਨਹੀਂ। ਉਹ ਤਾਂ ਵੀ ਗੁਰੂ ਗ੍ਰੰਥ ਸਾਹਿਬ ਤਾਂ ਪਹਿਲਾਂ ਹੀ ਗੁਰੂ ਹੈ, ਫਲਾਨਾ ਢਿਮਕਾ, ਮੈਂ ਤਾਂ ਮੈਂ ਕਿਹਾ ਕਾਹਦੇ ਕਹਿ ਦਈਏ ਅਸੀਂ ਸੱਚ ਕਿਹਾ।
ਕਿਹਾ ਅਸੀਂ ਜਾਣ ਕੇ ਕਿਹਾ। ਇਹ ਕਹਿੰਦੇ ਨੇ ਗੁਰਿਆਈ ਦਿੱਤੀ ਹੈ, ਪ੍ਰਕਾਸ਼ ਕੀਤਾ। ਪ੍ਰਕਾਸ਼ ਨਹੀਂ ਹੋਣ ਦੇਣਾ ਚਾਹੁੰਦੇ 10 ਨੂੰ। ਜੇ ਅਸੀਂ ਨਾ ਸਟੈਂਡ ਲੈਂਦੇ 10 ਦਾ ਪ੍ਰਕਾਸ਼ ਨਹੀਂ ਹੋ ਸਕਦਾ ਬਰਾਬਰ। ਉਹ ਤੋੜਿਆ ਇਹਨਾਂ ਦਾ ਸਾਰੇ। ਮੈਂ ਕਦੇ ਕਹਾਂ ਇਹ ਕਹਿੰਦੇ ਹੀ ਹੁੰਦੇ ਨੇ ਜਿਹੜੇ ਵਿਚਾਰਲੇ ਹੁੰਦੇ, ਉਹਨਾਂ ਨੂੰ ਕੀ ਪਤਾ ਨਾਲੇ ਵਿਚਾਰਿਆਂ ਨੂੰ। ਉਹ ਤਾਂ ਕਹਿੰਦੇ ਨੇ ਚਲੋ ਇਹਨੂੰ ਰਫਾ ਦਫਾ ਕਰ ਲਓ ਟਾਈਮਲੀ। ਅਸੀਂ ਆਪਣਾ ਜਿਹੜਾ ਸੀਗਾ 300 ਸਾਲ ਦਾ ਅੜਿਆ ਹੋਇਆ ਮੋਰਚਾ ਜਿੱਤਣਾ ਸੀ। ਅਸੀਂ ਇਹਨਾਂ ਦਾ ਸਭ ਕੁਝ ਫਨਾਹ ਕਰਨਾ ਸੀ, ਉਲਟੀ ਕਰਨੀ ਸੀ, ਧਰਨਾ ਕੋਡੀ ਕਰਨੀ ਸੀ। ਇਹਨਾਂ ਦੀ ਧਰਨਾ ਕੋਡੀ ਵੀ ਕਰਤੀ, ਲੈ ਕੇ ਉੱਪਰ ਵੀ ਗਿਆਨ ਰੱਖਤਾ। ਦੋਏ ਕੰਮ ਕੀਤੇ ਨੇ। ਕਹੇ ਤਾਂ ਧਰਨਾ ਕੋਡੀ ਕਰੋ, ਉਹਨਾਂ ਦਾ ਪੁੱਠੀ ਕਰਤੀ ਮਤ, ਸਾਰੀ ਸਾਬਤ ਕਰਤੀ ਵੀ ਤੁਹਾਡੀ ਪੁੱਠੀ ਮਤ ਹੈ। ਔਰ ਗਿਆਨ ਵੀ ਰੱਖਤਾ ਉੱਤੇ। ਦੇਣ ਜਵਾਬ ਹੁਣ ਆਪੇ ਕਹਿਣ ਲੱਗੇ ਉਹ ਨਹੀਂ ਜੀ ਦੇ ਸਰੀਰ ਨਹੀਂ ਹੁੰਦਾ ਗੁਰੂ, ਸਰੀਰ ਨਹੀਂ, ਦੇ ਧਾਰੀ ਗੁਰੂ ਨਹੀਂ ਹੁੰਦਾ। ਐ ਬੋਲੋ ਸਿੱਧੀ ਬੋਲੀ, ਦੇ ਧਾਰੀ ਗੁਰੂ ਨਹੀਂ ਹੁੰਦਾ, ਡੈਡ ਬੋਡੀ ਗੁਰੂ ਹੁੰਦੀ ਹੈ। ਜਿਹੜਾ ਬੋਲਦਾ ਸਰੀਰ 'ਚੋਂ ਗੁਰੂ ਨਹੀਂ ਹੈ, ਐਂ ਕਹੋ। ਜਿਹੜਾ ਜਨਮ ਲੈ ਲਿਆ ਜਿਹਨੇ ਬੋਲਦਾ ਜਿਹੜਾ ਪੁਰਖਾਂ ਅੰਦਰ, ਉਹ ਗੁਰੂ ਨਹੀਂ ਹੈ ਹੁੰਦਾ। ਸਤਿਗੁਰ ਹੋ ਸਕਦਾ, ਗੁਰਦੇਵ ਹੋ ਸਕਦਾ, ਗੁਰੂ ਨਹੀਂ ਹੋ ਸਕਦਾ। ਗੁਰੂ ਉਹਨੂੰ ਬੁਲਾਉਣ ਵਾਲਾ। ਜਿਹੜਾ ਜਿਹਦਾ ਬੁਲਾਇਆ ਬੋਲਦਾ ਉਹ ਗੁਰੂ ਹੈ, ਇਹ ਗੁਰਦੇਵ ਹੈ ਜਾਂ ਸਤਿਗੁਰ ਹੈ। ਇੰਨਾ ਹੀ ਫਰਕ ਹੈ, ਹੋਰ ਕੀ ਹੈ। ਬੁਲਾਉਣ ਵਾਲਾ ਫਿਰ ਕੌਣ ਹੈ? ਉਹ ਜਿਹੜਾ ਜਿਹਨੂੰ ਖਸਮ ਕਹਿੰਦੇ ਬੁਲਾਇਆ ਬੋਲੇ ਖਸਮ ਕਾ ਨਾਨਕ, ਉਹ ਕੌਣ ਹੈ ਫਿਰ? ਖਸਮ ਕੌਣ ਹੈ? ਉਹ ਗੁਰੂ ਹੈ। ਉਹਨੇ 84 ਲੱਖ ਜੂਨ ਨੂੰ ਦੇਣਾ, ਹੁਕਮ 'ਚ ਰੱਖਣਾ, ਮੱਤ ਦੇਣੀ ਹੈ। ਉਹਦੇ ਤਾਂ ਕਬਜ਼ੇ 'ਚ ਆ ਜਿਹੜਾ ਸਾਰੀ ਮਾਇਆ, ਉਹਦੀ ਭੈ ਤਾਂ ਭੈ ਵਿੱਚ ਪਵਨ ਚੱਲੇ ਸਦਭਾਉ, ਭੈ ਵਿੱਚ ਚੱਲਣਾ ਲੱਖ ਦਰਿਆਓ। ਉਹ ਜਿਹੜਾ ਸਭ ਕਾਸ ਨੂੰ ਕੰਟਰੋਲ ਕਰਦਾ ਉਹ ਗੁਰੂ ਹੈ। ਉਹ ਨਾਨਕ ਨਹੀਂ ਹੋ ਸਕਦਾ, ਬੰਦਾ ਕੋਈ ਵੀ ਨਹੀਂ ਹੋ ਸਕਦਾ। ਉਹ ਬੰਦਾ ਦਾ ਹੁਕਮ ਹੀ ਹੈ। ਬੰਦਾ ਜਿਹਨੇ ਜਨਮ ਲੈ ਲਿਆ ਉਹ ਤਾਂ ਆਪ ਹੁਕਮ ਹੀ ਹੈ। ਹੁਕਮ ਹੈ ਅੰਦਰ ਸਭ ਕੋ ਵਿੱਚ ਹੀ ਆ ਉਹ ਸੰਸਾਰ 'ਚ। ਤੁਸੀਂ ਗੁਰੂ ਨਾਨਕ ਦੀ ਮੱਤ ਨੂੰ ਪੁੱਠਾ ਗੇੜਾ ਦੇ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ? ਇਹ ਫਰਾਡ ਆ ਸਾਰੀ ਮੱਤ, ਝੂਠੀ ਸਾਬਤ ਕਰਨੀ ਚਾਹੁੰਦੇ। ਕਹੇ ਤਾਂ ਮੂਈ ਗਾਏ ਦਊ ਜਿਆਏ, ਕਹੇ ਤਾਂ ਮੂੰਹ ਗਾਏ ਦਊ ਜਿਆਏ। ਤੁਹਾਡੀ ਆਪਣੀ ਮੱਤ ਮਰੀ ਹੋਈ, ਤੁਹਾਡੀ ਜਿਹੜੀ ਗਾਇ ਮਰੀ ਹੋਈ ਹੈ ਇਸ ਵਕਤ ਸਾਰਿਆਂ ਦੇ ਅੰਦਰ। ਜਿਉਂਦੀ ਕਹੋ ਜਿਉਂਦੀ ਕਰ ਨੂੰ, ਜੇ ਮਰੀ ਰੱਖਣੀ ਰੱਖ ਲਓ। ਸਭ ਕੋਈ ਦੇਖੇ ਪਤੀ ਆਏ, ਸਭ ਕੋਈ ਦੇਖੇ ਪਤਿਆ, ਸਾਰੇ ਦੇਖ ਲੈਣਗੇ ਵੀ ਮੱਤ ਜਿਉਂਦੀ ਹੋ ਗਈ। ਹੁਣ ਨਾਲੇ ਭਰੋਸਾ ਹੋ ਜੂ ਵੀ ਹਾਂ ਠੀਕ ਹੈ, ਸਾਰਿਆਂ ਦੀ ਉਹ ਗਾਂ ਜਿਉਂਦੀ ਹੋ ਜੂਗੀ। ਦੇਖੋ ਗਾਂ ਕੀ ਸੀ, ਕਬੀਰ ਨੇ ਹੀ ਦੱਸਦਾ ਸੀ। ਕਬੀਰ ਨੇ ਵੀ ਗਾਂ ਦਾ ਸੀ। ਉਹੀ ਕਬੀਰ ਨੇ ਜਿਹੜਾ ਖੁਲਾਸਾ ਕੀਤਾ ਗਾਂ ਦਾ, ਦੁਬਾਰਾ ਫਿਰ ਉਹੀ ਕੇਸ ਖੜਾ ਕਰ ਲਿਆ। ਉਹ ਕਹਿੰਦਾ ਕਬੀਰ ਗਾਂ ਦੀ ਗੱਲ ਕਰਦਾ ਸੀ। ਗਾਂ ਕੀ ਹੈ? ਤੁਸੀਂ ਕਿਨ ਫਰਮਾਈ, ਕਹਿੰਦਾ ਹਜ ਕਾਬੇ ਹੋ ਜਾਏ ਥਾ, ਹਜ ਕਾਬੇ ਹੋ ਜਾਏ ਥਾ, ਆਗੇ ਮਿਲਿਆ ਖੁਦਾਏ। ਕਹਿੰਦਾ ਮੈਂ ਕਾਬੇ ਚੱਲਿਆ ਸੀ ਹਜ ਕਰਨ, ਉਹਨਾਂ ਗਿਆ ਨਾ ਲੈਣ ਨਾ ਦੇਣ। ਕਾਬਾ ਕਿਤੇ ਉਹਦਾ ਤਾਂ ਬਾਹਰ, ਇਹਦਾ ਕਾਬਾ ਅੰਦਰ ਹੈ, ਉਹਦਾ ਤਾਂ ਅੰਦਰ ਹੈ ਕਾਬਾ। ਹਜ ਕਾਬੇ ਹੋ ਜਾਏ ਥਾ, ਅੱਗੇ ਮਿਲਿਆ ਖੁਦਾਏ। ਜੇ ਖੁਦਾ ਨਾ ਮਿਲੇ ਤਾਂ ਕਾਬਾ ਕਾਹਦਾ ਹੈ? ਉਹ ਮੈਨੂੰ ਤਾਂ ਅੱਗੇ ਹੋ ਕੇ ਖੁਦਾ ਮਿਲਿਆ, ਸਵਾਗਤ ਕਰਨ ਨੂੰ ਮਿਲਿਆ ਖੁਦਾ। ਅੱਗੇ ਮਿਲਿਆ ਖੁਦਾਏ, ਅੱਗੇ ਹੋ ਕੇ ਸਵਾਗਤ ਕੀਤਾ ਖੁਦਾ ਨੇ। ਕਹਿੰਦਾ ਮੇਰਾ ਸਾਈਂ ਮੁਝਸੇ ਲੜ ਪੜਿਆ। ਨਾਲੇ ਸਾਈਂ ਕਹਿੰਦਾ ਖੁਦਾ ਨੂੰ, ਸਾਈਂ ਮੁਝਸੋਂ ਲੜ ਪੜਿਆ, ਤੁਝ ਕਨ ਫਰਮਾਈ ਗਾਏ। ਤੈਨੂੰ ਇਹ ਮੱਤ ਕਿਹਨੇ ਦੇ ਦਿੱਤੀ? ਫਰਮਾਈ ਤੈਨੂੰ ਕਿਹਨੇ ਸਮਝਾਤਾ ਮੈਂ ਕਾਬੇ ਚੋਂ? ਤੂੰ ਕਿੱਧਰ ਨੂੰ ਮੂੰਹ ਚੱਕੀ ਆਉਣਾ? ਗਾਏ ਦਾ ਅਰਥ ਇੱਥੋਂ ਲੈਣਾ ਸੀ। ਉਹ ਗਾਏ ਤਾਂ ਬਣਾਈ ਆ ਪੰਡਤ ਨੇ ਆਪਣੀ, ਦੁੱਧ ਜੋ ਪੀਣਾ ਸੀ ਇਹਦਾ। ਗਾਏ ਤੋਂ ਵੀ ਕਹਾਂ ਗਾਇਤਰੀ ਬਣਾ ਲਿਆ ਉਹਨਾਂ ਨੇ। ਪਾਂਡੇ ਤੁਮ ਦੀ ਗਾਇਤਰੀ, ਲੋਧੇ ਕਾ ਖੇਤ ਖਾਤੀ ਥੀ।
ਇਹ ਗਾਇ ਨਹੀਂ ਕਹਿ ਰਿਹਾ, ਗਾਇਤਰੀ ਕਹਿ ਰਿਹਾ ਉਹਨੂੰ। ਇਹ ਨਾਮਦੇਵ ਨੇ ਤਾਂ ਵਰਤਿਆ ਨਹੀਂ, ਰਾਮਦੇਵ ਨੇ ਗਾਇਤਰੀ ਕਿਹਾ। ਲੋਧੇ ਕਾ ਖੇਤ ਖਾਤੀ ਸੀ। ਇਹ ਗਾਇਤਰੀ ਨੂੰ ਗਾਇ ਕਿਵੇਂ ਕਹਿੰਦੇ ਨੇ? ਉਹਨੇ ਪਹਿਲਾਂ ਹੀ ਲਫ਼ਜ਼ ਗਾਇਤਰੀ ਵਰਤਿਆ ਹੋਇਆ, ਉਹਨੇ ਗਾਇ ਵਰਤਿਆ ਹੀ ਨਹੀਂ। ਬਾਹਰਲੀ ਗਊ ਵਾਸਤੇ, ਬਾਹਰਲੀ ਗਊ ਵਾਸਤੇ ਗਾਇਤਰੀ ਵਰਤਿਆ ਹੋਇਆ। ਲੋਧੇ ਕਾ ਖੇਤ ਖਾਤੀ ਸੀ। ਇਹਨਾਂ ਨੂੰ ਪਤਾ ਹੀ ਨਹੀਂ ਕਿੱਥੇ ਨਾਮਦੇਵ ਨੇ ਕੀ ਕਿਹਾ, ਕੀ ਗੱਲ ਹੈ। ਕੋਈ ਬਾਣੀ ਸਿਸਟਮੈਟਿਕ ਤਰੀਕੇ ਨਾਲ ਲਿਖੀ ਹੋਈ ਹੈ, ਉਚਾਰੀ ਹੋਈ ਹੈ। ਡਫਰ ਇਕੱਠੇ ਹੋ ਗਏ ਆ ਗਏ ਸੰਸਾਰੀ ਬੋਲੀ ਲੈ ਕੇ। ਹੁਣ ਪਤਾ ਲੱਗੂ ਕੀ ਭਾਵਿਕ ਦੀ ਹੈ, ਗੱਲ ਕੀ ਹੈ। ਥਪੜਾਈ ਹੁੰਦੀ ਹੈ ਜਦ ਸਭ ਕੋਈ ਦੇਖੇ। ਚੁੱਪ ਨੇ ਵਿਦਵਾਨ, ਹੁਣ ਜੁੱਤੀਆਂ ਪੈਂਦੀਆਂ ਨੇ, ਚੁੱਪ। ਤੁਸੀਂ ਐਡੀ ਛੇਤੀ ਚੱਕ ਕੇ ਦੋ ਗੀਤ ਜੇ ਸਿੱਖ ਕੇ ਬਾਜਾ ਜਾ ਲੈ ਕੇ ਤੁਰ ਪੈਂਦੇ ਨੇ। ਇੱਕ ਅੱਧੀ ਕਿਤਾਬ ਪੜ੍ਹ ਕੇ ਜਦੋਂ ਬਹਿ ਜਾਂਦੇ ਨੇ ਟੱਪ ਕੇ ਉੱਥੇ ਕਥਾ ਕਰਨ ਲੱਗ ਜਾਂਦੇ ਨੇ। ਹਾਂਜੀ, ਨਾਮਾ ਪ੍ਰਣਵੈ ਸੇਲ ਮਸੇਲ। ਨਾਮਾ ਪ੍ਰਣਵੇ ਸੇਲ ਮਸੇਲ। ਨਾਮਾ ਸੇਲ ਮਸੇਲ, ਅੰਤਰ ਆਪਣੇ ਚੇਤਰ ਮਨ ਉਹਦਾ ਆਪਣੇ ਜਦ ਗੱਲ ਕਰਦੇ ਨਾ ਆਪਸ ਵਿੱਚ ਹੀ, ਆਪਾਂ ਅੰਦਰ ਵਿਚਾਰ ਕਰਦੇ ਹਾਂ। ਜਿਹੜੀ ਅੰਦਰ ਆਪਣੇ ਅੰਦਰ ਇਹ ਵਿਚਾਰ ਹੈ ਉਹ ਸੇਲ ਮਸੇਲ ਹੈ। ਸੇਲ ਮਸੇਲ ਤਾਂ ਅੰਦਰਲੀ ਵਿਚਾਰ ਹੈ। ਜਾਂ ਚੇਤਰ ਮਨ ਦੀ ਗੱਲ ਹੈ, ਉਹ ਸੇਲ ਮਸੇਲ ਹੀ ਹੈ ਉਹਦਾ ਨੂੰ। ਜਿਹੜੀ ਅੰਦਰ ਆਪਾਂ ਗੱਲ ਆਪਣੇ ਨਾਲ ਵਿਚਾਰਨੀ ਹੈ ਨਾ, ਉਹ ਸੇਲ ਮਸੇਲ ਹੀ, ਉਹ ਕਿਹੜਾ ਬੋਲਣੀ ਹੈ। ਹਾਂ, ਨਾਮਾ ਪ੍ਰਣਵੈ ਸੇਲ ਮਸੇਲ। ਗਊ ਦੁਹਾਈ ਬਛੜਾ ਮੇਲ। ਗਊ ਦੁਹਾਈ ਬਛੜਾ ਮੇਲ। ਉਹਨਾਂ ਦੀ ਗਊ ਜਿਉਂਦੀ ਕਰਦੀ। ਉਹਨੇ ਕਹਾ ਵੀ ਇਹਨਾਂ ਨੂੰ ਦੱਸ ਦਿਓ ਵੀ ਗਊ ਕੀ ਹੁੰਦੀ ਹੈ। ਗਊ ਦੁਹਾਈ, ਦੁਹਾਈ ਮਤਲਬ ਚੋਲੀ। ਬਛੜਾ ਮੇਲ। ਦੁਹਾਈ ਦਾ ਮਤਲਬ ਹੁੰਦਾ ਦੁੱਧ ਚੋਣਾ, ਬਛੜਾ ਮੇਲ। ਉਹਨਾਂ ਨੂੰ ਜਦ ਦੱਸੀ, ਗਿਆਨ ਦਿੱਤਾ, ਉਹਨਾਂ ਨੂੰ ਸਮਝ ਆਈ। ਉਹਨਾਂ ਦੀ ਆਪਣੀ ਗਾਂ ਦਾ ਦੁੱਧ ਕੱਢ ਕੇ ਉਹਨਾਂ ਨੂੰ ਸਮਝਾਤੀ ਜਦ ਕਹਾਣੀ ਸਾਰੀ। ਉਹਨਾਂ ਨੂੰ ਗਿਆਨ ਦੀ ਪਿੱਛੋਂ ਬਈ ਵੇਦ ਵਿੱਚ ਗਊ ਦਾ ਅਰਥ ਜਿੱਥੇ ਵੀ ਗਿਆਨ ਚਰਚਾ ਹੁੰਦੀ ਹੈ, ਜੇ ਕਿਸੇ ਲਫ਼ਜ਼ ਤੇ ਸ਼ਬਦ ਦੇ ਉੱਤੇ ਮਤਭੇਦ ਹੋ ਜਾਏ, ਉਹਦਾ ਨਿਯਮ ਕੀ ਹੈ? ਪੰਡਤ ਨੂੰ ਪੁੱਛਿਆ, ਪੰਡਤ ਵੀ ਨਾਲ ਖੜੇ ਨੇ ਵੀ ਦੱਸੋ ਵੀ ਕੀ ਨਿਯਮ ਹੈ। ਹੁਣ ਇਹ ਗੱਲਾਂ ਸਾਰੀਆਂ ਲਿਖਤਾਂ ਵਿੱਚ ਨੇ। ਜੇ ਇੱਕ ਸ਼ਬਦ ਦੇ ਉੱਤੇ ਕੰਟਰੋਵਰਸੀ ਹੋ ਜਵੇ, ਮਤਭੇਦ ਹੋ ਜਾਏ, ਇਹਦਾ ਅਰਥ ਆ ਹੈ, ਦੂਆ ਕਹੇ ਇਹਦਾ ਅਰਥ ਆ ਹੈ, ਫਿਰ ਉਹਦਾ ਹੱਲ ਕੀ ਹੈ? ਪੰਡਤ ਕਹਿੰਦੇ ਉਹਦਾ ਹੱਲ ਇਹ ਆ ਵੀ ਵੇਦ ਵਿੱਚ ਜਿਹੜਾ ਉਹਦਾ ਅਰਥ ਹੈ ਉਹ ਲਿਆ ਜਾਊਗਾ। ਜਿਹੜਾ ਬਾਕੀ ਗ੍ਰੰਥਾਂ 'ਚ ਹੋਰ ਕਿਤਾਬਾਂ 'ਚ ਅਰਥ ਹੈ ਉਹ ਛੱਡਿਆ ਜਾਊਗਾ। ਉਹ ਤਾਂ ਮਨਮੁਖ ਨੇ ਕਿਸੇ ਨੇ ਆਪਣੇ ਅਰਥ ਕਰ ਲਏ। ਵੇਦ ਵਿੱਚ ਜਿਹੜਾ ਅਰਥ ਵਰਤਿਆ ਉਹ ਅਰਥ ਲਿਆ ਜਾਊਗਾ। ਉਹ ਕਹਿੰਦਾ ਫਿਰ ਗਊ ਦੇ ਅਰਥ ਹੈ, ਗੋ ਦੇ ਅਰਥ ਵੇਦ ਵਿੱਚ ਕੀ ਹੈ? ਉਹ ਕਹਿੰਦਾ ਉਹਦੇ ਵਿੱਚ ਤਾਂ ਇਹਦਾ ਅਰਥ ਹੈ ਬੁੱਧ, ਬੁੱਧੀ, ਆਤਮਾ, ਮਤ। ਤੇ ਫਿਰ ਮੈਂ ਤਾਂ ਉਹਦੀ ਜਿਉਂਦੀ ਕਰਨਾ। ਮੱਤ ਮਾਰੀ ਹੋਈ ਹੁੰਦੀ ਹੈ ਨਾ, ਫਲਾਣੇ ਦੀ ਮੱਤ ਮਾਰੀ ਗਈ, ਆਪਾਂ ਬੋਲਦੇ ਹਾਂ, ਕਹਿੰਦੇ ਹਾਂ ਬੋਲਦੇ ਹਾਂ। ਫਿਰ ਉਹ ਮੈਂ ਉਹ ਗਊ ਦੀ ਗੱਲ ਕਰਦਾ ਮਰੀ ਹੋਈ। ਜਸ ਉਲਝ ਗਈ ਮੱਤ ਮਰੀ ਹੋਈ ਹੈ, ਜੇ ਸੁਲਝ ਗਈ ਜਿਉਂਦੀ ਹੋ ਗਈ। ਮੈਂ ਤਾਂ ਆਹ ਗੱਲ ਕੀਤੀ ਹੈ ਵੀ ਜਿਹੜੀ ਮੱਤ ਮੇਰੀ ਮੱਤੇ ਹੈ ਮਾਰੀ ਹੋਈ ਸੀ, ਹੁਣ ਤੁਹਾਡੀ ਮਾਰੀ ਹੋਈ ਮੱਤ ਤਾਂ ਹੈ ਤੁਸੀਂ ਵੇਦ ਵਾਲੇ ਅਰਥ ਨੂੰ ਆ ਗਊ ਬਣਾਤੀ। ਆ ਜਾਨਵਰ ਜਿਹੜੀ ਹੈ, ਜਾਨਵਰ ਦੁੱਧ ਬਣਾਤਾ ਜਿਹੜਾ ਉਹ ਦਿੰਦੀ ਹੈ। ਤੇ ਦੁੱਧ ਵੇਦਬਾਣੀ ਦੁੱਧ ਕਿੱਥੇ ਗਿਆ ਬਈ? ਉਹ ਜੋ ਤੱਤ ਨਿਕਲਣਾ ਮੱਖਣਾ ਉਹ ਕਿੱਥੇ ਚਲਾ ਗਿਆ? ਉਹ ਤਾਂ ਫਿਰ ਸਾਰਾ ਹੀ ਤੁਹਾਡਾ ਧਰਮ ਗ੍ਰੰਥ ਵਿੱਚ ਇਹੀ ਅਰਥ ਚੱਲੂ। ਬਾਹਰ ਤੁਸੀਂ ਜੋ ਮਰਜ਼ੀ ਲਾਈ ਜਾਓ, ਜਾਂ ਗ੍ਰੰਥ ਦਾ ਅਰਥ ਕਰਾਂਗੇ ਇਹੀ ਚੱਲੂ। ਬਾਹਰ ਤੁਸੀਂ ਆ ਗਏ ਲਈ ਫਿਰੋ। ਇਹਨੂੰ ਲੱਗੇ ਮਾਂ। ਹਾਂ, ਇਹ ਜਿਹੜੀ ਧਰਮ ਵਾਲੀ ਗਾਂ ਆ ਗੋਹਾ ਨਹੀਂ ਕਰਦੀ, ਦੁੱਧੇ ਦਿੰਦੀ ਆ, ਗੋਹਾ ਨਹੀਂ ਕਰਦੀ। ਇਹਦੇ ਗੋਹੇ ਨਾਲ ਨਹੀਂ ਪਵਿੱਤਰ ਹੁੰਦਾ ਹੈ, ਗੋਹਾ ਕਰਦੀ ਹੋ ਨਹੀਂ ਹੈ। ਤੁਹਾਡੇ ਵਾਲੀ ਦਾ ਗਊ ਗੋਹਾ ਕਰਦੀ ਹੈ, ਜੇ ਦੁੱਧ ਦਿੰਦੀ ਹੈ ਨਾਲ ਗੋਹਾ ਵੀ ਕਰਦੀ ਹੈ।
ਇਹ ਦੁੱਧ ਦਿੰਦੀ ਹੈ, ਗੋਹਾ ਨਹੀਂ ਕਰਦੀ। ਪਰ ਗੋਬਰ ਤਰਨਾ ਜਾਈ, ਉਹਦੇ ਵੀ ਦੁੱਧ ਨਹੀਂ ਤਾਰਦਾ, ਗੋਹਾ ਤਾਰਦਾ। ਤੁਹਾਡੇ ਵਾਲੀ ਗਾਂ ਦਾ, ਸਾਡੇ ਵਾਲੀ ਗਾਂ ਦਾ ਦੁੱਧ ਤਾਂ ਪੀ ਕੇ ਤਰਦਾ, ਤੁਹਾਡੇ ਵਾਲੀ ਗਾਂ ਦਾ ਦੁੱਧ ਪੀ ਕੇ ਨਹੀਂ ਤਰਦਾ, ਗੋਹੇ ਨਾਲ ਤਰਦਾ। ਗੋਬਰ ਤਰਨਾ ਜਾਈ, ਦੋਏ ਗਾਂ ਦਾ ਫਰਕ ਹੈ। ਹਮ ਗੁਰ ਤੁਮ ਗੌਰ ਗਸਾਈ। ਉਹ ਤਾਂ ਗੋਹਾ ਹੀ ਤਾਰਦਾ, ਉਹਦੇ 'ਚ ਹੋਰ ਤਾਂ ਕੋਈ ਨਹੀਂ ਤਾਰਨ ਵਾਲਾ। ਗੋਬਰ ਤਰਨਾ ਜਾਈ, ਉਹਦਾ ਗੋਹਾ ਕੰਮ ਦਾ, ਸਾਡੇ ਦੁੱਧ ਕੰਮ ਦਾ। ਸਾਡੇ ਵਾਲੀ ਕਹਿੰਦੇ ਕਿਉਂਕਿ ਧਰਮ ਵਾਸਤੇ ਗੋਹਾ ਹੈ, ਸਰੀਰ ਵਾਸਤੇ ਦੁੱਧ ਹੈ। ਦੇਖੋ ਜਿਹੜੀ ਇਹਨਾਂ ਦੀ ਗਾਂ ਹੈ, ਤੁਸੀਂ ਸਮਝੇ ਨਹੀਂ ਮੈਂ ਕੀ ਕਿਹਾ। ਜਿਹੜੀ ਇਹਨਾਂ ਦੀ ਗਾਂ ਹੈ, ਆਤਮਾ ਵਾਸਤੇ, ਆਤਮਾ ਦੇ ਤਰਨ ਵਾਸਤੇ ਗੋਹਾ ਹੈ। ਉਹਦਾ ਗੋਹਾ ਖਾਣ ਵਾਲੀ ਚੀਜ਼ ਨਹੀਂ ਹੈ, ਸਰੀਰ ਵਾਸਤੇ ਦੁੱਧ ਹੈ, ਆਤਮਾ ਵਾਸਤੇ ਗੋਹਾ ਹੈ ਉਹਦੇ ਕੋਲ, ਹੋਰ ਨਹੀਂ ਕੁਛ ਹੈ। ਇਹਨਾਂ ਵਾਲੀ ਗਾਂ ਹੈ ਜਿਹੜੀ ਗਾਂ ਹੈ ਭਗਤਾਂ ਦੀ, ਆਤਮਾ ਵਾਸਤੇ ਦੁੱਧ ਹੈ, ਗੋਹਾ ਕਰਦੀ ਉਹਦੀ। ਉਹ ਗੋਹਾ ਤਾਂ ਹੁੰਦਾ ਹੀ ਨਹੀਂ। ਦੋਏ ਗਾਂ ਦਾ ਇਹ ਫਰਕ ਹੈ, ਦੋਏ ਗਾਂ ਦਾ ਫਰਕ ਹੈ। ਜਦ ਆਹ ਫਰਕ ਦੱਸਿਆ, ਟਾਂ ਦੇ ਕੇ ਕੰਨ ਖੁੱਲ ਗਏ ਬਾਦਸ਼ਾਹ ਦੇ। ਉਹ ਜਿਹੜੀ ਗਊ ਮਰੀ ਤੀ ਜਿਉਂਦੀ ਹੋ ਗਈ। ਆਹ ਗਊ ਤਾਂ ਗੋਹੇ ਤੇ ਬਿਨਾਂ ਵਾਲੀ ਗਊ ਤਾਂ ਥੀਓ ਨਹੀਂ ਸੀ, ਉਹਦਾ ਬਾਹਰਲੇ ਨੂੰ ਸਮਝਦਾ ਗਊ। ਇਹ ਤਾਂ ਮਰੀ ਹੋਈ ਸੀ ਉਹਦੀ। ਜਦ ਉੱਠ ਕੇ ਖੜਾ ਹੋ ਗਿਆ, ਉਹ ਤੁਹਾਡੇ ਵਾਲੀ ਗਊ ਜਿਉਂਦੀ ਹੈ ਤਾਂ ਨਹੀਂ ਤੁਸੀਂ ਇਹ ਮੂਰਤੀ ਨੂੰ ਮੰਨਦੇ, ਮੂਰਤੀ ਨੂੰ ਮੈਂ ਵੀ ਨਹੀਂ ਮੰਨਦਾ। ਫਿਰ ਸਿੱਧਾ ਹੋ ਗਿਆ ਉਹ। ਫਿਰ ਬਾਦਸ਼ਾਹ ਨੇ ਕਿਹਾ, ਉਹ ਮੈਂ ਇਹ ਕਹਿ ਰਿਹਾ ਤਾਂ ਅੱਲਾ ਔਰ ਅਸੀਂ ਰਾਮ ਨੂੰ ਇੱਕ ਮੰਨਦੇ ਹਾਂ। ਇਹ ਨਹੀਂ ਮੰਨਦੇ, ਮੇਰੇ ਨਾਲ ਖੜੇ ਪੰਡਤ, ਇਹ ਚੁਗਲੀ ਕਰਦੇ ਨੇ। ਇਹ ਮੁੱਲਾ ਤੁਹਾਡੇ ਪਾਗਲ ਨੇ, ਸਦਾਈ। ਅਸੀਂ ਤਾਂ ਤੁਹਾਡੇ ਨਾਲ ਖੜੇ ਹਾਂ। ਇਹ ਸਮਾਂ ਚੁਗਲੀ ਕਰਕੇ ਮੂਰਖ ਲਿਆ ਕੇ ਇੱਥੇ, ਤਾਂ ਉਹ ਕਹਿ ਰਹੇ ਨੇ ਬਖਸ਼ੀ ਹਿੰਦੂ ਮੈਂ ਤੇਰੀ ਗਾਏ। ਫੇਰ ਕਿਹਾ ਉਹਨਾਂ ਨੇ, ਹਾਂਜੀ, दूधे दुहे जब मटकी भरी ले बादशाह के आगे धरी। जब दुध सारा चो के मटकी अगे रखती ना, सारी कथा सारी सुनाती समझाती भी आपा तो एक हाँ। ये जड़े लोग मूर्ति पूजा वाले पढ़ते ने विचों, असी तो होर भी अगे की गल करते हैं। तुसी तो गल कीती नहीं जिहड़ी असी करते हैं। जद अगे सारी वार्ता रखती समझा के ज्ञान दी, वो ज्ञान दी मटकी भरी है और दुध की काहदी भरनी सी। जो गल कही है वो दुध है सारा, जो कहानी सारी समझाई है वही तो दुध है। बादशाह महल में मटकी भरी की है, उसदा अंदर पूरा तसल्ली कराती बादशाह दी। बादशाह दी मटकी भरती, बादशाह दी पूरी तसल्ली कराती। उन्हें कहा गल तो ये ठीक है, फिर तो गल ही कोई नहीं है। ये तो सारे फ्रॉडी आदमी ने, साढ़े मुल्ला बेवकूफ ने, वो छात्र ने। ये तो छात्र ने पंडित। फिर छात्र तो ही या जाए अपने खाए ने। ये तो जोड़ा इन्होंने विश्वास करता उसनों डुबो सकते हैं। जोड़ा विश्वास ही नहीं करता ना धर्म तो उन्होंने किवें डुबो देणगे। ਜਿਹੜਾ ਇਹਨਾਂ ਦੇ ਬੇੜੇ ਚੜੂ ਉਹੀ ਉਸੇ ਨੂੰ ਡੁਬਾਉਣਗੇ। ਕਿਉਂ ਇਹਨਾਂ ਨੇ ਬੇੜਾ ਰੱਖਿਆ ਜਰਜਰਾ, 1000 ਛੇਕ ਫੂਟੇ 6000। ਜਿਹੜਾ ਇਹਨਾਂ ਦੇ ਬੇੜੇ ਚੜ ਗਿਆ ਡੁੱਬ ਗਿਆ। ਇਹ ਡੁਬਾਉਂਦੇ ਹੀ ਆਪਣੇ ਆਦਮੀਆਂ ਨੂੰ ਨੇ। ਵਿਰੋਧੀ ਇਹਨਾਂ ਤੋਂ ਮੁਸਲਮਾਨ ਨੂੰ ਕਿਵੇਂ ਡੁਬੋ ਦੇਣਗੇ? ਮੁਸਲਮਾਨ ਤਾਂ ਇਹਨਾਂ ਦੀ ਗੱਲ ਹੀ ਨਹੀਂ ਮੰਨਦਾ। ਜਿਹੜਾ ਇਹਨਾਂ ਦੀ ਗੱਲ ਮੰਨ ਲੂ ਉਹ ਡੁੱਬ ਜੂ। ਸਿੱਖਾਂ ਨੇ ਇਹਨਾਂ ਦੀ ਗੱਲ ਮੰਨ ਕੇ ਡੁੱਬ ਗਏ ਸਿੱਖ, ਕਿ ਗਾਂ ਇਹਨਾਂ ਵਾਲੀ ਮੰਨੀ ਹੋਈ ਹੈ। ਅੱਜ ਵੀ ਮੰਨੀ ਜਾਂਦੇ ਨੇ। ਅੱਜ ਯੁੱਗ ਵੀ ਇਹਨਾਂ ਵਾਲੇ ਮੰਨ ਲਏ, ਸਰਗੁਣ ਨਿਰਗੁਣ ਇਹਨਾਂ ਵਾਲੇ ਮੰਨ ਲਏ, ਸਭ ਕੁਛ ਇਹਨਾਂ ਵਾਲੇ ਮੰਨ ਕੇ ਸਿੱਖ ਡੁੱਬ ਗਿਆ ਬੇੜਾ। ਜਿਹੜਾ ਇਹਨਾਂ ਦੀ ਗੱਲ ਮੰਨ ਲੂ ਡੁੱਬ ਜੂ। ਡੁੱਬ ਗਏ, ਡੁਬੋਤੇ। ਪਤੀ ਪਤਨੀ ਦਾ ਰਿਸ਼ਤਾ ਵੀ ਟੁੱਟਣ ਨੂੰ ਤਿਆਰ ਹੈ ਹੁਣ। ਕਿ ਡੁਬੋਤਾ, ਬਾਦਲ ਡੁਬੋਤਾ ਲਿਆ ਕੇ ਉੱਥੇ। ਡੁਬੋਣਾ ਹੀ ਇਹਨਾਂ ਦਾ ਕੰਮ। ਧੋਖਾ ਕਰਨਾ, ਫਰੇਬ ਕਰਨਾ, ਕਪਟ ਕਰਨਾ, ਡੁਬੋ ਦੇਣਾ ਮੌਕੇ ਤੇ ਆ ਕੇ। ਇਹ ਤਾਂ ਇਹਨਾਂ ਦਾ ਕੰਮ ਹੈ। ਕਰ ਲਾ ਵਿਸ਼ਵਾਸ ਹੁਣ।
बादशाह महल में जाए औकट की कट लगी आए। बादशाह महल में जाए, बादशाह महल जद गया, ਉਹਨੇ कहा भी तू तो बेवकूफ़ बन गया, दुनिया की निगाह 'ਚ बेवकूफ़ बन गया तू भी। तू बादशाह सी, आ सवाल तो तू पहले ही पूछ लेंदा उते ਜਿਹੜੇ ਤੇ ਮਗਰੋਂ ਕੀਤੇ। ਨੌਬਤੇ ਨਾ ਆਉਂਦੀ ਹਾਥੀ ਦੀ, ਤੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਇੱਕਦਮ 7ਵੇਂ ਅਸਮਾਨ ਤੇ ਤੇਰਾ ਪਾਰਾ ਚੜ ਗਿਆ। ਉਹ ਗੱਲ ਦਾ ਕਰਦਾ ਹੈ। ਔਕਟ ਕੀ ਘਟ ਲੱਗੀ ਤੂੰ ਛੋਟੇ ਛੋਟੇ ਬੰਦਿਆਂ ਨੂੰ ਕੀ ਕਹੇਗਾ? ਛੋਟੇ ਜਿਹੜੇ ਅਧਿਕਾਰੀ ਨੇ, ਫੈਸਲੇ ਕਰਦੇ ਨੇ, ਮੁੱਲਾ ਵਗੈਰਾ, ਉਹਨਾਂ ਨੂੰ ਕੀ ਕਹਾਂਗਾ? ਤੇਰੇ ਤਾਂ ਆਪਣੇ ਦੇ ਉੱਤੇ ਅਸਰ ਹੋ ਗਿਆ। ਤੇਰਾ ਤਾਂ ਇੱਕ ਜਿਹੜਾ ਰਿਕਾਰਡ ਹੈ, ਤੈਨੂੰ ਤਾਂ ਲੋਕ ਪਾਗਲ ਮੰਨਣਗੇ ਆਉਣ ਵਾਲੇ ਸਮੇਂ ਦੇ ਵਿੱਚ। ਬੇਵਕੂਫ ਰਾਜਾ ਸੀ ਉਹ। ਠੀਕ ਤਰੀਕੇ ਨਾਲ ਉਹਨੂੰ ਟੈਕਲ ਨਹੀਂ ਕਰਨਾ ਆਇਆ, ਕੇਸ ਪੁੱਛਣਾ ਨਹੀਂ ਆਇਆ ਉਹਨੂੰ। ਇਹ ਤਾਂ ਲੋੜ ਹੀ ਨਹੀਂ ਸੀ ਹਾਥੀ ਚੱਲਣ ਦੀ। ਕਿਉਂ ਉਹ 7ਵੇਂ ਅਸਮਾਨ ਤੇ ਪਾਰਾ ਚੜ ਗਿਆ? ਬੁੱਧੀ ਥੋੜੀ ਸੀ, ਥੋੜੀ ਬੁੱਧ ਆਦਮੀ ਸੀ। ਇਹ ਸਾਰੇ ਕਹਿਣਗੇ। ਔਕਟ ਕੀ ਘਟ ਬੜੀ ਲੱਗੀ ਆਏ। ਪਰੇਸ਼ਾਨੀ 'ਚ ਪੈ ਗਿਆ ਉਹ। ਔਕਟ ਤੈਂ ਔਕਟ ਇਹੀ ਹੈ। ਔਕਟ ਕੀ ਘਟ ਲੱਗੀ। ਹਾਂ, ਉਹਦਾ ਬਹੁਤ ਉਹਨੂੰ ਅਫਸੋਸ ਹੋਇਆ ਵੀ ਇਹ ਤਾਂ ਕੀ ਗਲਤੀ ਕਰ ਲਈ, ਤੇ ਤੁਹਾਡੀ ਬੜੀ ਗਲਤੀ ਕਿਵੇਂ ਹੋ ਗਈ? ਤੇ ਤਾਂ ਬੁੱਧੇ ਮਾਰੀ ਗਈ ਬਿਲਕੁਲ। ਗੱਲ ਸੁਣਦੀ ਸਾਰੇ ਬੁੱਧ ਪਰ ਮਾਰੀ ਗਈ ਤੇਰੀ। ਔਰ ਐਡਾ ਨੇਕ ਆਦਮੀ ਹੈ, ਕੋਈ ਉਹਦੀ ਅੱਗੇ ਸ਼ਿਕਾਇਤ ਨਹੀਂ, ਲੈਣੀ ਦੇਣੀ, ਦੁਨੀਆ ਉਹਨੂੰ ਠੀਕ ਕਹਿੰਦੀ ਹੈ। ਉਹਦੇ ਖਿਲਾਫ ਤੂੰ ਭੜਕ ਗਿਆ ਇੱਕਦਮ ਇਹਨਾਂ ਦੇ ਕਹੇ ਤੇ। ਇਹ ਸ਼ਾਤਰ ਆਦਮੀ ਸਿਆਣੇ ਹੋਏ ਤੇ ਨਾ, ਇਹ ਸਿਆਣੇ ਤਾਂ ਤੂੰ ਮੂਰਖ ਸੀ। ਸ਼ਾਤਰ ਆਦਮੀ ਮੂਰਖ ਨੂੰ ਭੜਕਾ ਸਕਦਾ ਹੈ। ਮੂਰਖ ਬਣ ਗਿਆ ਰਾਜਾ, ਆਪਣੇ ਆਪ ਨੂੰ ਮੂਰਖ ਮੰਨ ਲਿਆ ਉਹਨੇ। ਔਕਟ ਕੀ ਘਟ ਲੱਗੀ ਆਏ। ਲੱਗੀ ਆਏ। ਬਹੁਤ ਪਛਤਾਵਾ ਹੋਇਆ ਉਹਨੂੰ, ਆਪਣੀ ਅਕਲ ਤੇ ਬਹੁਤ ਪਛਤਾਵਾ ਹੋਇਆ ਵੀ ਮੇਰੀ ਉਹ ਗਾਂ ਮਰ ਗਈ ਸੀ, ਸੁਣਦੀ ਸਾਰੇ ਇਹਨਾਂ ਨੇ ਮਾਰਤੀ ਸੀ, ਮੇਰੀ ਉਹ ਬੁੱਧ ਮਰ ਗਈ ਸੀ। ਹਾਂਜੀ। ਕਾਜ਼ੀ ਮੁੱਲਾ ਬਿਨਤੀ ਫਰਮਾਏ ਬਖਸ਼ੀ ਹਿੰਦੂ ਮੈਂ ਤੇਰੀ ਗਾਂ। ਉਧਰ ਕਾਜ ਉਹ ਤਾਂ ਚਲਿਆ ਗਿਆ, ਬਾਦਸ਼ਾਹ ਤਾਂ ਚਲਿਆ ਗਿਆ ਉਧਰ ਮਹਿਲ ਦੇ ਵਿੱਚ ਪਛਤਾਵਾ ਕਰਨ। ਉਹਦਾ ਰੋਟੀ ਨਹੀਂ ਨਿਕਲਦੀ। ਇਹ ਕੀ ਹੋ ਗਿਆ? ਤੇ ਉਧਰ ਕਾਜੀ ਜਿਹੜੇ ਮੁੱਲਾਂ ਤੇ ਉਹਨਾਂ ਨੇ ਵੀ ਸੁਣੀ ਤੀ ਉਹਨਾਂ ਤੇ, ਉਹਨਾਂ ਨੇ ਕਿਹਾ ਵੀ ਸਾਡੀ ਵੀ ਸਮਝ ਨਹੀਂ ਆਈ ਗੱਲ, ਇਹਨਾਂ ਨੇ ਸ਼ਰਾਰਤ ਕੀਤੀ ਹੈ। ਕਾਜ਼ੀ ਮੁੱਲਾ ਬਿਨਤੀ ਫਰਮਾਏ। ਹਾਂ, ਬੇਨਤੀ ਕਰਦੇ ਨੇ ਉਹ ਵੀ, ਬਖਸ਼ੀ ਹਿੰਦੂ ਮੈਂ ਤੇਰੀ ਗਾਂ। ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਅਸੀਂ ਤੇਰੀ ਗਾਏ ਹਾਂ। ਤੇਰੀ ਮੱਤ ਜਿਹੜੀ ਹੈਗੀ ਉਹ ਅਸੀਂ ਗ੍ਰਹਿਣ ਕਰਦੇ ਹਾਂ। ਤੇਰੀ ਮੱਤ ਦੇ ਅਸੀਂ ਹਮੀ ਭਰਦੇ ਹਾਂ। ਅਸੀਂ ਤੇਰੇ ਦਾਸ ਹਾਂ। ਦਾਸ ਉਹਦਾ ਹੁੰਦਾ ਜਿਹਦੀ ਮੱਤ ਲੈ ਲਵੇ, ਮੰਨ ਲਵੇ। ਅਸੀਂ ਤੇਰੇ ਦਾਸ ਹਾਂ। ਦੇਖੀ ਖੁਦਾ ਦੇ ਘਰ ਸਾਨੂੰ ਕੁਛ ਐਸੀ ਗੱਲ ਨਾ ਕਹਿ ਦੀ ਜਿਹਦੇ ਨਾਲ ਸਾਡੀ ਗਲਤੀ ਦਾ ਤੂੰ ਸਾਨੂੰ ਮਾਫੀ ਦੇ ਦੇ, ਸਾਡੀ ਗਲਤੀ ਬਖਸ਼ ਦੇ। ਨਹੀਂ, ਸਾਡੀ ਜਿਹੜੀ ਗਲਤੀ ਹੈ ਖੁਦਾ ਦੇ ਦਰ ਤੇ ਬਖਸ਼ ਨਹੀਂ ਜਾਣੀ ਹੈ। ਬਹੁਤ ਬੜਾ ਸਾਤੋਂ ਪਾਪ ਹੋਇਆ, ਬੱਜਰ ਪਾਪ ਹੋ ਗਿਆ ਸਾਤੋਂ ਇਹਨਾਂ ਦੀ ਗੱਲ ਮੰਨ ਕੇ। ਨਾਮਾ ਕਹੇ ਇਹ ਬੰਦੇ ਕੌਣ ਜਿਹੜੇ ਨੇ, ਉਹ ਬੰਦੇ ਆ ਕੇ ਸਾਡੇ 'ਚ ਵੜ ਗਏ ਸੰਤ। ਉਹਨਾਂ ਨੇ ਕਰਤੇ ਅਰਥ ਆ ਕੇ ਸਾਡੇ। ਇਹੀ ਲੋਕ ਤੇ ਸਾਰੇ ਜਿਹੜੇ ਗੁਰਮਤਿ ਦੇ ਖਿਲਾਫ ਰਹੇ ਨੇ, ਜਿਹੜੇ ਸ਼ਿਕਾਇਤਾਂ ਕਰਦੇ ਰਹੇ ਨੇ। 5ਵੇਂ ਪਾਤਸ਼ਾਹ ਦੀਆਂ ਸ਼ਿਕਾਇਤਾਂ ਵੀ ਉਹਨੇ ਕਰੀਆਂ। ਇਹਨਾਂ ਲੋਕਾਂ ਨੇ ਸ੍ਰੀ ਚੰਦ ਪਾੜਿਆ। ਇਹਨਾਂ ਲੋਕਾਂ ਨੇ ਗੁਰੂ ਘਰ ਦੇ ਜਿਹੜੇ ਹੋਰ ਸੀ ਦਾਤੂ ਦਾਸੂ ਵਗੈਰਾ, ਉਹ ਨਾਲ ਆਪਣੇ ਲਾ ਕੇ ਰੱਖੇ ਮੀਣੇ। ਇਹਨਾਂ ਦੀ ਉਪਜ ਹੈ, ਇਹਨਾਂ ਦਾ ਹੀ ਪ੍ਰਚਾਰ ਮੀਣਿਆਂ ਦੇ ਵਿੱਚ ਹੈ। ਇਹ ਸਾਰੇ ਹੀ ਗਰੁੱਪ ਦੇ ਆਦਮੀ ਨੇ ਜਿਨ੍ਹਾਂ ਦਾ ਅੱਜ ਵੀ RSS ਇਹ ਕਿਵੇਂ ਬੜੀ ਰਹੀ ਇੱਥੇ। ਹਰਿਮੰਦਰ ਸਾਹਿਬ 'ਚ ਉਹਦਾ ਦਖਲ ਕਿਉਂ ਹੋਇਆ? ਉੱਥੋਂ ਹੀ ਚਲੀ ਆਉਂਦੀ ਹੈ ਕਹਾਣੀ। ਹੁਣ ਤੱਕ ਇਹਨਾਂ ਨੇ ਖਹਿੜਾ ਨਹੀਂ ਛੱਡਿਆ ਇਹਦਾ। ਇਹ ਜਿਹੜੀ ਮੱਤ ਹੈ, ਜੇ ਇਹ ਪ੍ਰਗਟ ਹੋ ਗਈ ਅਸੀਂ ਗਏ। ਇਹਦੇ ਤੇ ਹਰ ਵਕਤ ਪਹਿਰਾ ਰੱਖਦੇ ਨੇ ਇਸ ਮੱਤ ਤੇ ਵੀ ਹਾਈਲਾਈਟ, ਜੇ ਜਿੱਦਣ ਇਹ ਹਾਈਲਾਈਟ ਸਹੀ ਤਰੀਕੇ ਨਾਲ ਹੋ ਗਏ ਅਸੀਂ ਗਏ। ਉਹ ਜਾਗਰੂਕ ਨੇ ਇਸ ਗੱਲ ਤੇ, ਸਿੱਖ ਜਾਂ ਫਿਰ ਸਿੱਖ ਜਾਗਰੂਕ ਨੇ। ਜਿਹੜੇ ਜਾਗਰੂਕ ਨਹੀਂ ਉਹ ਸਿੱਖਣੇ ਨਹੀਂ, ਉਹ ਤਾਂ ਉਹਨਾਂ ਦੇ ਏਜੰਟ ਨੇ।
ਕੇਸ ਰੱਖਣ ਨਾਲ, ਸਿਰ ਤੇ ਪਗੜੀ ਬੰਨਣ ਨਾਲ ਨਹੀਂ ਸਿੱਖ ਬਣ ਜਾਂਦਾ। ਕੰਮ ਕਿਹਦਾ ਕਰਦਾ? ਸਵਾਲ ਇਹ ਹੈ। ਕੰਮ ਤਾਂ ਉਹਦੇ ਵਾਲਾ ਹੀ ਕਰ ਰਹੇ ਨੇ, ਉਹਨਾਂ ਵਾਲਾ ਕੰਮ ਇਹ ਸਿੱਖ ਬਣ ਕੇ ਕਰ ਰਹੇ ਨੇ। ਜਿਹੜਾ ਕੰਮ ਉਹਨਾਂ ਨੇ ਕਰਨਾ ਸੀ ਨਾ ਹਿੰਦੂ ਨੇ, ਉਹ ਸਿੱਖ ਬਣ ਕੇ ਕਰ ਰਹੇ ਨੇ ਕੰਮ, ਪ੍ਰਚਾਰ ਉਹਦੇ ਵਾਲਾ। ਯਾਨੀ ਗੁਰਬਾਣੀ ਨੂੰ ਲਿਖੋਂ ਲਾਉਣ ਦਾ ਜਿਹੜਾ ਕੰਮ ਸੀ, ਇਹ ਸਿੱਖ ਬਣ ਕੇ ਕਰ ਰਹੇ ਨੇ, ਸਿੱਖੀ ਭੇਸ ਵਿੱਚ ਆ ਕੇ ਕਰ ਰਹੇ ਨੇ। ਇਹਨਾਂ ਤੋਂ ਬਚਣ ਦੀ ਲੋੜ ਹੈ, ਇਹ ਮੀਣਿਆਂ ਤੋਂ ਬਚਣ ਦੀ ਲੋੜ ਹੈ। ਜਿਹਨਾਂ ਗੁਰਮਤਿ ਲੈਣੀ ਆ, ਗੁਰਬਾਣੀ ਨਾਲ ਸਿੱਧੇ ਜੁੜੋ, ਡਾਇਰੈਕਟ। ਇਹਨਾਂ ਦੀਆਂ ਕਥਾ ਕਹਾਣੀਆਂ ਸੁਣਨ ਦੀ ਲੋੜ ਹੀ ਨਹੀਂ। ਇਹਨਾਂ ਨੇ ਬਹੁਤ ਗ੍ਰੰਥ ਲਿਖਾਏ ਹੋਏ ਨੇ, ਜਦ ਤੋਂ ਆਏ ਨੇ ਇਹਨਾਂ ਦਾ ਰਾਜ ਹੋਇਆ ਨਾ, ਜਦ ਤੇ ਬਹੁਤ ਕੁਝ ਕੀਤਾ ਇਹਨਾਂ ਨੇ। ਨਾਮਾ ਕਹੈ ਸਭ ਤੋਂ ਬੜੇ ਪੰਡਤ ਜਿਹੜੇ ਪੰਡੇ ਨੇ ਇਹਨਾਂ ਦੇ, ਉਹ ਨੇ ਮਿਸ਼ਨਰੀ। ਉਹ ਪੰਡੇ ਨੇ, ਇੱਕ ਸੰਤ ਨੇ, ਉਹ ਸੰਤ ਨੇ ਦੂਏ ਮਾਲਾ ਵਾਲੇ, ਸਭ ਇਹ ਟੋਲਾ ਇੱਕੋ ਹੀ ਹੈ। ਇਹਨਾਂ ਦੀ ਪੰਡਿਆਂ ਨਾਲ ਵੀ ਬਣਦੀ ਰਹੀ ਹੈ, ਮਿਸ਼ਨਰੀ ਵਾਲਿਆਂ ਨਾਲ ਵੀ, ਇਹਨਾਂ ਦੀਆਂ ਸੰਤਾਂ ਨਾਲ ਵੀ ਬਣਦੀ ਹੈ, ਹੁਣ ਵੀ ਬਣਦੀ ਹੈ। ਨਹੀਂ ਬਣੀ ਤਾਂ ਖਾਲਸੇ ਨਾਲ ਨਹੀਂ ਬਣੀ ਇਹਨਾਂ ਦੀ। ਜਿਹੜੇ ਖਾਲਸੇ ਨਾਲ ਇਹਨਾਂ ਦੀ ਬਣੀ ਹੈ, ਉਹ ਬੰਦਈ ਹੈ। ਇੱਕ ਖਾਲਸਾ ਵੀ ਹੈ ਭੇਖ 'ਚ, ਉਹਦੇ ਨਾਲ ਵੀ ਬਣਦੀ ਹੈ ਇਹਨਾਂ ਦੀ, ਉਹ ਬੰਦਈ ਨੇ। ਉਹ ਬੰਦੇ ਬਹਾਦਰ ਆ ਗਿਆ ਸੀ ਨਾ ਵਿੱਚ, ਉਹਨਾਂ ਨੇ ਵੀ ਬਾਣਾ ਪਾ ਲਿਆ ਸੀ, ਉਹ ਵੀ ਹੈਗੇ ਨੇ ਸਾਡੇ 'ਚ। ਹੁਣ ਤਾਂ ਵਿਚਾਰਧਾਰਾ ਦੀ ਗੱਲ ਹੈ, ਵਿਚਾਰਧਾਰਾ ਦਾ ਜਿਹੜਾ ਆ ਜਾਊਗਾ ਸਿੱਖ ਹੈ, ਨਹੀਂ ਆਊਗਾ ਨਾ ਸਹੀ। ਹਾਂਜੀ। ਨਾਮਾ ਕਹੈ ਸੁਨੋ ਬਾਦਸ਼ਾਹ, ਏਕ ਛਪਤੀਆ ਮੁਝੇ ਦਿਖਾਏ। ਨਾਮਾ ਕਹੇ ਸੁਣੋ ਬਾਦਸ਼ਾਹ। ਨਾਮਦੇਵ ਕਹਿਣੇ ਬਾਦਸ਼ਾਹ ਨੂੰ, ਬਈ ਤੂੰ ਐਡਾ ਬਹੁਤਾ ਉਹ ਨਾ ਕਰ, ਹੁਣ ਜੋ ਹੋ ਗਿਆ ਛੱਡ ਪਰੇ। ਏਕ ਛਪਤੀਆ ਮੁਝੇ ਦਿਖਾਏ। ਇਹ ਜਿਹੜਾ ਮੇਰੇ ਵਾਸਤੇ ਇਹ ਸਬਕ ਸੀ, ਤੈਨੂੰ ਕੁਛ ਨਹੀਂ ਸੀ, ਇਹ ਤਾਂ ਮੈਨੂੰ ਦਿਖਾਇਆ ਉਹਨੇ ਕੁਛ। ਇਹੋ ਕੁਛ ਪਤੀਆ ਮੁਝੇ ਦਿਖਾਏ। ਮੈਨੂੰ ਦਿਖਾਇਆ ਪਰਮੇਸ਼ਰ ਨੇ, ਮੇਰਾ ਇਮਤਿਹਾਨ ਲਿਆ, ਤੇਰਾ ਕੁਛ ਨਹੀਂ ਸੀ। ਜੇ ਮੇਰੇ ਸਾਹਮਣੇ ਮੌਤ ਨਾ ਆਉਂਦੀ ਤਾਂ ਮੈਨੂੰ ਨਹੀਂ ਸੀ ਭਰੋਸਾ ਹੋਣਾ ਵੀ ਮੈਂ ਭਗਤਾਂ। ਇਹ ਤਾਂ ਮੇਰਾ ਦ੍ਰਿੜ ਕਰਨ ਵਾਸਤੇ ਮੈਂ ਪੂਰਾ ਭਰੋਸਾ ਮੈਨੂੰ ਅੱਜ ਹੋਇਆ ਵੀ ਮੈਂ ਭਗਤਾਂ। ਮੇਰਾ ਵੀ ਮਨ ਡੋਲਦਾ ਸੀ, ਜਿੰਨਾ ਚਿਰ ਹਾਥੀ ਮੇਰੇ ਤੇ ਚੋਟ ਕਰਦਾ ਨਹੀਂ ਸੀ, ਮੈਂ ਵੱਜਦਾ ਨਹੀਂ ਸੀ, ਮੈਨੂੰ ਵੀ ਭਰੋਸਾ ਨਹੀਂ ਸੀ ਵੀ ਮੈਂ ਕਬੀਰ ਵਾਲੀ ਜਗ੍ਹਾ ਪਹੁੰਚ ਗਿਆ। ਇਸ ਪਤੀਆ ਮੇਰਾ ਭਰੋਸਾ ਅੱਜ ਵੱਜਿਆ ਗੁਰਮਤਿ ਤੇ ਪੂਰਾ। ਪਤੀਆ ਹੁੰਦਾ ਭਰੋਸਾ। ਮੇਰਾ ਵੀ ਅੱਜ ਪਰਮੇਸ਼ਰ ਤੇ ਭਰੋਸਾ ਅੱਜ ਇਹ ਹੋਇਆ ਪੂਰਾ ਤਕੜਾ। ਕਹਿੰਦਾ ਮੈਂ ਜ਼ਰੂਰ ਸੀ, ਪਰ ਉਹ ਭਰੋਸਾ ਨਹੀਂ ਸੀ ਮੇਰਾ ਜਿਹੜਾ ਹੋਣਾ ਚਾਹੀਦਾ। ਮੌਤ ਨੂੰ ਜਿੱਤ ਕੇ ਹੀ ਭਰੋਸਾ ਹੁੰਦਾ। ਹੁਣ ਮੈਂ ਮੌਤ ਦੇਖ ਲਈ, ਮੌਤ ਨਾਲ ਜਦ ਮੌਤ ਆ ਵੱਜੀ ਮੇਰੇ ਪਿੱਛੇ ਮੁੜ ਗਈ, ਹੁਣ ਮੈਨੂੰ ਪਤਾ ਲੱਗ ਗਿਆ। ਇਸ ਪਤੀਆ ਕਾ ਇਹ ਪ੍ਰਵਾਨ, ਸਾਜ ਸੀਲ ਚਾਲੋ ਸੁਲਤਾਨ। ਤੂੰ ਤੇਰੇ ਵਾਸਤੇ ਸਬਕ ਕੀ ਹੈ? ਤੈਂ ਗਲਤੀ ਕੀ ਕੀਤੀ? ਪ੍ਰਵਾਨ ਤੈਂ ਗਲਤੀ ਕੀਤੀ, ਤੂੰ ਇੱਕਦਮ ਭਾਂਬੜ ਬਚ ਗਿਆ। ਤੂੰ ਇੱਕਦਮ ਕਰੋਧ 'ਚ ਆ ਗਿਆ ਸੁਣ ਕੇ। ਗਾਹਾਂ ਵਾਸਤੇ ਤੇਰੇ ਵਾਸਤੇ ਸਿੱਖਿਆ ਇਹ ਹੈ, ਇਹ ਪਤੀਆ ਦਾ ਪ੍ਰਵਾਨ, ਇਹ ਤੇਰੇ ਵਾਸਤੇ ਇਹ ਸਿੱਖਿਆ। ਇਹਦੇ ਵਾਸਤੇ ਸਾਜ ਸੀਲ ਚਾਲੋ ਸੁਲਤਾਨ। ਸੱਚ ਤੇ ਔਰ ਸ਼ਾਂਤੀ ਰੱਖ ਕੇ ਚੱਲੀਦਾ, ਰਾਜ ਕਰੀਦਾ। ਸਾਜ ਸੀਲ ਚਾਲੋ ਸੁਲਤਾਨ। ਸੱਚ ਨਾਲ ਜੁੜ, ਸੱਚ ਤੇ ਰਹਿ ਕੇ ਚੱਲਦਾ ਹੁੰਦਾ ਤਾਂ ਰਾਜ ਹੈ, ਔਰ ਸ਼ਾਂਤੀ ਰੱਖੀ ਦੀ ਹੈ। ਦੋਹਾਂ ਦੀ ਗੱਲ ਸੁਣੀ ਜਾਈਦੀ ਹੈ, ਭੜਕੀ ਦਾ ਨਹੀਂ। ਤੂੰ ਤਾਂ ਭੜਕ ਗਿਆ ਉਹਨਾਂ ਦੀ ਗੱਲ ਸੁਣ ਕੇ। ਕੋਈ ਵੀ ਸ਼ਿਕਾਇਤ ਲੈ ਕੇ ਆਉਂਦਾ, ਭੜਕਣਾ ਨਹੀਂ ਹੈ। ਸ਼ਾਂਤੀ ਭੰਗ ਨਹੀਂ ਕਰਨੀ ਆਪਣੀ, ਸ਼ਾਂਤੀ ਨਾਲ ਸੁਣੀ ਜਾ। ਜਿਵੇਂ ਜੱਜ ਸੁਣਦੇ ਨੇ, ਸਿਆਣੇ ਜੱਜ ਨੇ, ਸੁਣੀ ਜਾਂਦੇ ਨੇ ਸ਼ਾਂਤੀ ਨੂੰ। ਉਹ ਆਪਣੇ ਮਨ ਦੀ ਗੱਲ ਦੱਸਦੇ ਹੀ ਨਹੀਂ ਵੀ ਸਾਡੇ ਮਨ 'ਚ ਕੀ ਹੈ। ਸੁਣੀ ਜਾਂਦੇ ਨੇ, ਬੋਲ ਵੀ ਦਿੰਦੇ ਨੇ, ਆਪਣਾ ਨਹੀਂ ਭੇਜ ਦਿੰਦੇ ਮੈਂ ਫੈਸਲਾ ਕੀ ਕਰਨਾ ਆਖਰ ਤੱਕ। ਤੇ ਬਾਦਸ਼ਾਹ ਤਾਂ ਉਹ ਹੈ ਜਿਹੜੇ ਆਪਣੇ ਮਨ ਦੀ ਗੱਲ ਜਿਹਦੀ ਪਤਾ ਲੱਗ ਗਿਆ, ਉਹ ਫਿਰ ਬਾਦਸ਼ਾਹ ਕਹਿੰਦਾ ਸੱਚ ਸੀਲ ਚਾਲੋ ਸੁਲਤਾਨ। ਨਾਮ ਸੱਚ ਤੇ ਚਲੋ ਔਰ ਸ਼ਾਂਤੀ, ਮਨ 'ਚ ਸ਼ਾਂਤੀ ਰੱਖ ਕੇ ਚੱਲੋ। ਹਾਂਜੀ। ਨਾਮ ਦਿਓ ਸਭ ਰਹਾ ਸਮਾਏ, ਮਿਲ ਹਿੰਦੂ ਸਭ ਨਾਮੇ ਪਹਿ ਜਾਏ। ਨਾਮ ਦਿਓ ਸਭ ਰਹਾ ਸਮਾਏ। ਸਭ ਰਿਹਾ ਸਮਾਏ। ਜਿਹੜਾ ਨਾਮ ਦਾ ਦਾਤ ਦੇਣ ਵਾਲਾ ਉਹ ਤਾਂ ਸਾਰਿਆਂ 'ਚ ਹੈ। ਸਤਿਗੁਰ ਤੇ ਖਾਲੀ ਕੋਈ ਨਹੀਂ, ਸਤਿਗੁਰ ਤੇ ਨਾਮ ਪਾਇਆ ਜਾਏ। ਨਾਮ ਦੀ ਦਾਤ ਦੇਣ ਵਾਲਾ ਸਾਰਿਆਂ ਦੇ ਅੰਦਰ ਹੀ ਹੈ।
ਮਿਲੇ ਹਿੰਦੂ ਸਭ ਨਾਮੇ ਪਹਿ ਜਾਏ। ਮਿਲੇ ਹਿੰਦੂ ਸਭ ਨਾਮੇ ਪੇ ਜਾਏ। ਇਸ ਕਰਕੇ ਸਾਰੇ ਹਿੰਦੂ ਨਾਮ ਦੇ ਪੇ ਆ ਗਏ ਇਕੱਠੇ ਹੋ ਕੇ। ਇਹ ਦੇਖੋ ਇੱਥੇ ਨਾਮ ਦਿਓ ਕਿਹਾ, ਇੱਥੇ ਨਾਮ ਕਿਹਾ। ਆਪਣੇ ਵਾਸਤੇ ਨਾਮਾ ਲਫ਼ਜ਼ ਵਰਤਦਾ, ਨਾਮ ਦਿਓ ਨਹੀਂ ਆਪਣੇ ਵਾਸਤੇ ਵਰਤਿਆ ਹੋਇਆ। ਨਾਮ ਦਿਓ ਸਭ ਰਿਹਾ ਸਮਾਏ, ਆਪਣੇ ਵਾਸਤੇ ਨਾਮਾ ਪੜਦਾ। ਨਾਮ ਦਿਓ ਹੋਰ ਚੀਜ਼ ਹੈ, ਨਾਮਾ ਹੋਰ ਚੀਜ਼ ਹੈ, ਮਿਕਸਅਪ ਨਹੀਂ ਕਰ ਸਕਦੇ। ਦੋ ਲਫ਼ਜ਼ ਅੱਡ ਅੱਡ ਨੇ। ਤੇ ਹਿੰਦੂ ਵੀ ਸੀਗੇ ਹਾਜ਼ਰ ਤੇ ਪਤਾ ਲੱਗਾ ਮਿਲ ਹਿੰਦੂ ਤਾਂ ਉੱਤੇ ਪੂਰੇ ਨੇ। ਸਭ ਨਾਮੇ ਪਹਿ ਜਾਏ। ਨਹੀਂ, ਜਿਹੜੇ ਆਦਮੀਆਂ ਨੂੰ ਪਤਾ ਸੀ ਵੀ ਇਹ ਗੱਲ ਸ਼ਰਾਰਤ ਹੈ, ਉਹ ਸਾਰੇ ਹਾਜ਼ਰ ਸੀ। ਨਾਮੇ ਦੇ ਧੜੇ ਦੇ ਬੰਦੇ ਸਾਰੇ ਹੀ ਹਾਜ਼ਰ ਸੀ। ਜਿਨ੍ਹਾਂ ਨੇ ਸੋਨਾਪਤ ਦੀ ਉਹ ਤਾਂ ਕੁਛ ਆਦਮੀ ਸੀ ਸ਼ਰਾਰਤੀ, ਬਾਹਮਣ ਸੀ। ਸਾਰੀ ਜ਼ਮੀਨ ਖਸਕਾਤੀ ਨਾ ਨਾਮਦੇਵ ਨੇ। ਪੰਡਤ ਨੂੰ ਬੰਦੇ ਹੀ ਤੋੜ ਲਏ ਸਾਰੇ। ਇਸ ਗੱਲ ਦਾ ਸੀ ਉਹਨੂੰ ਔਖਾ। ਸੋਨੇ ਦੀ ਉਹ ਜਿਵੇਂ ਹੁਣ ਸਾਰੇ ਬੰਦੇ ਇਹਨਾਂ ਨੂੰ ਟੁੱਟੀ ਜਾਂਦੇ ਨੇ, SGPC ਨੂੰ ਟੁੱਟੀ ਨਹੀਂ ਜਾਂਦੇ, ਸਾਰੇ ਬਾਹਰੋਂ ਫੋਨ ਆਈ ਜਾਂਦੇ ਨੇ ਉਹਨਾਂ ਨੂੰ। ਉਹ ਆਪ ਪਰੇਸ਼ਾਨ ਹੋਏ ਬੈਠੇ ਨੇ। ਦੇਖੋ ਜਦ ਸੱਚ ਪ੍ਰਗਟ ਹੁੰਦਾ ਦੁਨੀਆ ਮੰਨੇ ਲੈਂਦੀ ਹੁੰਦੀ ਹੈ। ਇਹ ਕੋਈ ਅਜੀਬ ਗੱਲ ਨਹੀਂ। ਦੁਨੀਆ ਨਹੀਂ ਸੱਚ ਤੋਂ ਭੱਜਦੀ, ਦੁਨੀਆ ਨੂੰ ਸੱਚ ਕੋਈ ਦਿੰਦਾ ਹੀ ਨਹੀਂ। ਪਬਲਿਕ ਜ਼ਿਆਦਾ ਸੱਚ ਨਾਲ ਜੁੜਦੀ ਹੈ, ਮੰਨੇ ਚਾਹੇ ਨਾ ਮੰਨੇ। ਬਹੁਤਾ ਸੱਚ ਤੋਂ ਨਫ਼ਰਤ ਕੋਈ ਨਹੀਂ ਕਰਦਾ, ਪਰ ਆਪਣੀ ਕਮਜ਼ੋਰੀ ਸਮਝਦੇ ਵੀ ਭਾਈ ਸੱਚ ਤੇ ਮੰਨ ਨਹੀਂ ਹੁੰਦਾ। ਸੱਚ ਤਾਂ ਠੀਕ ਹੈ, ਪਰ ਸਾਡੇ 'ਚ ਕਮਜ਼ੋਰੀ ਹੈ। ਉਹ ਗੱਲ ਅਲੱਗ ਹੈ ਵੀ ਪੰਡ ਭਾਰੀ ਹੈ, ਪੱਥਰ ਭਾਰੀ ਹੈ, ਸਾਤੇ ਨਹੀਂ ਚੱਕ ਹੁੰਦਾ। ਪਰ ਸੱਚ ਦਾ ਵਜਨ ਬਾਕੀ ਠੀਕ ਹੈ। ਸੱਚ ਜਿੰਨਾ ਕੁ ਭਾਈ ਮੰਨ ਹੋ ਮੰਨ ਲਾਂਗੇ। ਇਹ ਤਾਂ ਹੋਈ ਨਾ ਗੱਲ। ਜੋ ਅਬ ਕੀ ਬਾਰ ਨਾ ਜੀਵੈ ਗਾਏ, ਤਾਂ ਨਾਮ ਦੇਵ ਕਾ ਪਤੀ ਆ ਜਾਏ। ਜੋ ਅਬ ਕੀ ਬਾਰ ਨਾ ਜੀਵੇਗਾ, ਕੀ ਹੁਣ ਐ ਤੋਂ ਲੈ ਲਿਆ ਵੀ ਉਹ ਗਾਂ ਜਿਉਂਦੀ ਕਰਤੀ। ਉਹ ਜੇ ਅਬ ਕੀ ਬਾਰ ਆ ਜਿਹੜਾ ਬਾਦਸ਼ਾਹ ਦੀ ਗਾਂ ਨਾ ਜਿਉਂਦੀ ਹੁੰਦੀ, ਤਾਂ ਨਾਮਦੇਵ ਕਾ ਪਤੀ ਆ ਜਾਏ। ਨਾਮਦੇਵ ਤੇ ਭਰੋਸਾ ਨਹੀਂ ਸੀ ਹੋਣਾ ਵੀ ਵਾਕਈ ਗਾਂ ਜਿਉਂਦੀ ਕਰ ਦਿੰਦਾ। ਪਬਲਿਕ ਨੂੰ ਪਤਾ ਸੀ ਗਾਂ ਕਿਵੇਂ ਜਿਉਂਦੀ ਕਰਦਾ। ਪਬਲਿਕ ਦੇ ਵਿੱਚ ਬਹੁਤ ਆਦਮੀ ਦੀ ਗਾਂ ਜਿਉਂਦੀ ਕੀਤੀ ਸੀ ਉਹਨੇ। ਉਹ ਕਹਿੰਦੇ ਵੀ ਜੇ ਅੱਜ ਮੁਸਲਮਾਨ ਸੀ ਰਾਜਾ, ਜੇ ਇਹਦੀ ਗਾਂ ਨਾ ਜਿਉਂਦੀ ਹੁੰਦੀ, ਸਾਡਾ ਵੀ ਭਰੋਸਾ ਥੜਕ ਜਾਂਦਾ ਵੀ ਹਰੇਕ ਕਿਸਮ ਦੀ ਗਾਂ ਨਾਮਦੇਵ ਤੇ ਜਿਉਂਦੀ ਨਹੀਂ ਹੁੰਦੀ। ਹਿੰਦੂ ਦੀ ਮਰੀ ਗਾਂ ਦਾ ਜਿਉਂਦੀ ਕਰਦਾ, ਮੁਸਲਮਾਨ ਦੀ ਮਰੀ ਨਹੀਂ ਜਿਉਂਦੀ ਹੁੰਦੀ। ਔਖੀ ਹੈ ਗੱਲ, ਔਖੀ ਹੈ। ਨਾਮਦੇਵ ਕਾ ਪਤੀ ਆ ਜਾਏ, ਕਿਉਂਕਿ ਮੁਸਲਮਾਨ ਨੂੰ ਸਿੱਖ ਦੂਆ ਧਰਮ ਬਣਾਉਣਾ, ਹਿੰਦੂ ਨਾਲ ਅੱਗੇ ਖੜਾ ਹੋ ਨਾ ਉਹਨੂੰ ਮਨਾਉਣਾ ਔਖਾ ਹੈ। ਉਹਦਾ ਧਰਮ ਨਹੀਂ ਨਾ। ਉਹ ਰਾਮ ਤੋਂ ਨਫ਼ਰਤ ਕਰਦਾ ਹੈ, ਉਹਨੂੰ ਰਾਮ, ਉਹ ਹਰ ਤੋਂ ਨਫ਼ਰਤ ਕਰਦਾ ਹੈ, ਉਹਨੂੰ ਹਰ ਰਾਮ ਬਣਾ ਲੈਣ, ਇਹ ਔਖਾ। ਨਾਮੇ ਕੀ ਕੀਰਤੀ ਰਹੀ ਸੰਸਾਰ, ਭਗਤ ਜਨਾਂ ਲੈ ਉਧਰਿਆ ਪਾਰ। ਨਾਮੇ ਕੀ ਕੀਰਤੀ ਰਹੀ ਸੰਸਾਰ, ਨਾਮੇ ਦਾ ਜਸ ਸੰਸਾਰ ਦੇ ਵਿੱਚ ਹੋ ਗਿਆ। ਇਹ ਨਾਮਾ ਹੁਣ ਦੇਖੋ, ਨਾਮੇ ਕੀ ਨਾਮਾ ਜਿਹੜਾ ਨਾ ਸਾਰੇ ਕਹਿਣੇ ਭਗਤ ਭਗਤ ਕਰਕੇ ਮਸ਼ਹੂਰ ਹੋ ਗਿਆ। ਭਗਤ ਜਨਾਂ ਲੈ ਉਧਰਿਆ ਪਾਰ, ਭਗਤ ਜਨਾਂ ਲੈ ਉਧਰਿਆ ਪਾਰ। ਭਗਤ ਤੇ ਕੌਮਾਂ ਲੱਗੂ। ਭਗਤ ਜਨਾਂ ਲੈ ਉਧਰਿਆ ਪਾਰ। ਭਗਤ ਨਾਮਾ ਹੈ, ਜਨਾਂ ਜਿਹੜੇ ਉਹਦੇ ਨਾਲ ਦੀ ਸੰਗਤ ਹੈ, ਕਹਿੰਦੇ ਉਹ ਨਾਲ ਸਾਰਿਆਂ ਨੂੰ ਲੈ ਕੇ ਪਾਰ ਹੋ ਗਿਆ। ਜਿਹੜੇ ਉਹਦੀ ਗੱਲ ਸਮਝ ਗਏ ਉਹ ਸਾਰੇ ਪਾਰ ਹੋ ਗਏ। ਸਗਲ ਕਲੇਸ਼ ਨਿੰਦਕ ਭਇਆ ਖੇਦ, ਨਾਮੇ ਨਾਰਾਇਣ ਨਾਹੀ ਭੇਦ। ਜਿੰਨਾ ਕਲੇਸ਼ ਸੀ ਆਹ ਹੋਇਆ, ਕਲੇਸ਼ੇ ਪਾਇਆ ਨਾ ਉਹਨਾਂ ਨੇ। ਜਿਹੜਾ ਨਿੰਦਕ ਸੀ, ਨਿੰਦਕ ਕੌਣ ਹੈ? ਪੰਡਤ ਹੈ ਨਿੰਦਕ। ਨਿੰਦਕ ਭਇਆ ਖੇਦ, ਉਹਨਾਂ ਨੇ ਖੇਦ ਪ੍ਰਗਟ ਕੀਤਾ, ਰਾਜੇ ਕੋ ਮਾਫੀ ਮੰਗੀ। ਸਾਰੇ ਕਲੇਸ਼ ਦੀ ਜ਼ਿੰਮੇਵਾਰੀ ਆ ਗਈ ਨਿੰਦਕਾਂ ਤੇ। ਹੁਣ ਉਹਨੇ ਕਿਹਾ ਹੁਣ ਤੁਸੀਂ ਆ ਜਾਓ ਬਈ। ਨਾਮਦੇਵ ਨੇ ਕਿਹਾ ਵੀ ਚੱਲ ਇਹਨਾਂ ਨੂੰ ਮਾਫੀ ਦੇ ਦਿਓ। ਉਹ ਕਹਿਣਾ ਨਹੀਂ ਕੁਛ। ਉਹ ਕਹਿਤਾ ਨਾ ਸੱਚ ਸੀਲ ਚਾਲੋ ਸੁਲਤਾਨ। ਉਹ ਪਹਿਲਾਂ ਹੀ ਬੈਨ ਲਾਤਾ ਵੀ ਤੈਂ ਸ਼ੀਤਲਤਾ ਭੰਗ ਨਹੀਂ ਕਰਨੀ। ਉਹ ਕਹਿਣਾ ਚਲੋ ਹੁਣ ਤੁਹਾਨੂੰ ਹੋਰ ਤਾਂ ਕੁਛ ਨਹੀਂ ਕਹਿੰਦੇ, ਵੀ ਤੁਸੀਂ ਖੇਦ ਪ੍ਰਗਟ ਕਰੋ ਵੀ ਅਸੀਂ ਗਲਤੀ ਕੀਤੀ। ਉਹਨਾਂ ਨੂੰ ਕੀ ਸੀ? ਉਹ ਤਾਂ ਅੱਧਾ ਰਹਿ ਜਾਂਦਾ, ਚਾਹੇ ਨੱਕੋ ਨਜ਼ਰ ਘਸਾਈ ਜਾਂਦੇ। ਅੱਧਾ ਕੁ ਬਥੇਰਾ ਸੀਗਾ, ਮਾਸ ਖਾ ਜਾਂਦਾ। ਹਾਂ, ਸਾਰੇ ਕਲੇਸ਼ ਦਾ ਨਿੰਦਕ ਦੇ ਸਿਰ ਤੇ ਠੀਕਰਾ ਭੰਨਿਆ ਗਿਆ। ਉਹਨੂੰ ਖੇਦ ਪ੍ਰਗਟ ਕਰਨਾ ਪਿਆ, ਮਾਫੀ ਮੰਗਣੀ ਪਈ। ਨਾਮੇ ਨਾਰਾਇਣ ਨਾਹੀ ਭੇਦ। ਔਰ ਇਹ ਮੰਨਿਆ ਉਹਨਾਂ ਨੇ ਖੇਦ ਕਰਕੇ ਕਿ ਨਾਰਾਇਣ ਦਾ ਨਾਮ ਇੱਕੋ, ਨਾਮਾ ਨਾਰਾਇਣ ਇੱਕੋ ਹੀ ਰੂਪ ਨੇ। ਇਹ ਭਗਤ ਹੈ।
ਨਾਮੇ ਔਰ ਨਾਰਾਇਣ 'ਚ ਕੋਈ ਭੇਦ ਨਹੀਂ। ਨਿੰਦਕ ਨੇ ਇਹ ਗੱਲ ਨਿੰਦਕ ਨੇ ਮੰਨੀ। ਮੰਨੀ ਹੈ। ਜਿਹੜੇ ਸ਼ਿਕਾਇਤ ਕਰਨ ਵਾਲੇ ਤੇ ਉਹਨਾਂ ਨੇ ਵੀ ਨਾਮਾ ਦਾ ਨਾਰਾਇਣ ਰੂਪ ਹੋ ਗਿਆ ਜੀ। ਇਹ ਅਸੀਂ ਮੰਨਦੇ ਹਾਂ ਵੀ ਰੱਬ ਦਾ ਹੀ ਰੂਪ ਸੀ, ਰੱਬ ਦਾ ਹੀ ਰੂਪ ਹੈ। ਨਾਮੇ ਨਾਰਾਇਣ ਨਹੀਂ ਨਹੀਂ ਭੇਦ।